ਉਹਦਾ ਨਾਤਾ ਹੈ। ਚਲੋ ਹੁਣ ਆਪਾਂ ਨਾ ਸ਼ੁਰੂ ਕਰਦੇ ਹਾਂ ਫਾਰਮਲੀ ਇਸ ਲੈਸਨ ਨਾ। ਇਸ ਤੋਂ ਪਹਿਲਾਂ ਵੀ ਲੈਸਨ ਆਪਾਂ ਸਟਾਰਟ ਕਰੀਏ, ਕੱਲ ਮੈਨੂੰ ਕੁਝ ਬੱਚਿਆਂ ਨੇ ਇਹ ਵੀ ਦਰਖਾਸਤ ਕੀਤੀ ਬਾਅਦ 'ਚ ਜਦੋਂ ਤੁਸੀਂ WhatsApp 'ਤੇ ਮੈਸੇਜ ਕੀਤਾ ਕਿ ਸਰ ਤੁਸੀਂ ਆਪਦੇ ਬਾਰੇ ਬਹੁਤ ਘੱਟ ਗੱਲ ਕਰਦੇ ਹੋ। ਤਾਂ ਮੈਂ ਥੋੜ੍ਹਾ ਜਿਹਾ ਨਾ ਤੁਹਾਨੂੰ ਆਪਣੇ ਬਾਰੇ ਵੀ ਦੱਸ ਦਿੰਦਾ ਕਿ ਐਜ਼ ਐਨ ਆਇਲਟਸ ਟ੍ਰੇਨਰ ਮੇਰਾ ਕੀ ਐਕਸਪੀਰੀਅੰਸ ਹੈ, ਮੈਂ ਕਿੰਨੇ ਟਾਈਮ ਤੋਂ ਇਹ ਚੀਜ਼ਾਂ ਕਰ ਰਿਹਾ। ਕੁਝ ਕੁ ਚੀਜ਼ਾਂ ਮੈਂ ਤੁਹਾਨੂੰ ਆਪਣੇ ਕਰੀਅਰ ਦੀਆਂ ਅਨਫੋਰਚੂਨੇਟਲੀ ਨਹੀਂ ਦੱਸ ਪਾਊਂਗਾ, ਕੁਝ ਕੰਟਰੈਕਟਸ ਇੱਦਾਂ ਦੇ ਹੁੰਦੇ ਆ, ਲੇਕਿਨ ਮੈਂ ਜ਼ਿਆਦਾਤਰ ਚੀਜ਼ਾਂ ਤੁਹਾਨੂੰ ਸਮਝਾ ਦਿੰਦਾ। ਮੈਂ ਲਗਭਗ 10 ਕੁ ਸਾਲ ਪਹਿਲਾਂ ਆਇਲਟਸ ਦੀ ਜਰਨੀ ਸ਼ੁਰੂ ਕੀਤੀ ਸੀਗੀ। ਮੈਂ ਭੁੱਲਿਆ ਭਟਕੇ ਹੀ ਆ ਗਿਆ ਸੀਗਾ ਇਸ ਪਾਸੇ, ਇੱਕ ਜਿਵੇਂ ਕਿ ਜ਼ਿਆਦਾਤਰ 22-23 ਸਾਲ ਦੇ ਕਹਿ ਲਓ, ਅੱਜ ਮੇਰੀ ਉਮਰ 33 ਸਾਲ ਹੈ, ਜਿਵੇਂ ਕਿ ਜ਼ਿਆਦਾਤਰ 22-23 ਸਾਲ ਦੇ ਨੌਜਵਾਨ ਆਪਣੇ ਦੇਸ਼ ਦੇ ਬੇਰੁਜ਼ਗਾਰ ਫਿਰਦੇ ਹੁੰਦੇ ਆ। ਉਹ ਲੱਭ ਰਹੇ ਹੁੰਦੇ ਆ ਵੀ ਆਪਾਂ ਕਿਹੜੇ ਪਾਸੇ ਆਪਣਾ ਰੁਜ਼ਗਾਰ ਚਲਾਈਏ। ਐਂਡ ਇਨ ਮਾਈ ਕੇਸ ਆਈ ਸਟੰਬਲਡ ਅਪਨ ਆਇਲਟਸ ਐਂਡ ਇੱਥੋਂ ਮੇਰਾ ਆਇਲਟਸ ਦਾ ਸਫ਼ਰ ਸ਼ੁਰੂ ਹੋਇਆ। ਕੁਝ ਸਾਲ ਮੈਂ ਇੰਡੀਆ ਦੇ ਸਭ ਤੋਂ ਵੱਡੇ ਇੰਸਟੀਟਿਊਟ 'ਚ ਐਜ਼ ਅ ਸੀਨੀਅਰ ਟੀਚਰ, ਸਭ ਤੋਂ ਵੱਡਾ ਇੰਸਟੀਟਿਊਟ ਇਨ ਟਰਮਸ ਆਫ ਸਟੂਡੈਂਟ ਸਟਰੈਂਥ, ਮੈਂ ਆਪਣਾ ਰੋਲ ਉੱਥੇ ਨਿਭਾਇਆ। ਬਹੁਤ ਵਧੀਆ ਐਕਸਪੀਰੀਅੰਸ ਸੀ, ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਕੀ ਟੀਚਰਸ ਤੋਂ ਵੀ, ਸਾਡੇ ਓਨਰ ਸਾਹਿਬ ਤੋਂ ਵੀ, ਜੋ ਮੇਰੇ ਲਈ ਮੇਰੇ ਵੱਡੇ ਭਰਾ ਵਰਗੇ ਹੋ ਗਏ ਸੀਗੇ। ਮੈਂ ਐਗਜ਼ਾਮ ਵੀ ਦਿੱਤਾ। ਜਦੋਂ ਮੈਂ ਆਇਲਟਸ ਦਾ ਸਫ਼ਰ ਸ਼ੁਰੂ ਨਹੀਂ ਕੀਤਾ ਸੀ, ਮੈਂ ਉਦੋਂ ਵੀ ਇੱਕ ਵਾਰ ਐਗਜ਼ਾਮ ਦਿੱਤਾ। ਮੈਨੂੰ ਯਾਦ ਹੈ ਮੇਰੇ ਓਵਰਆਲ 8 ਸਕੋਰ ਆਇਆ ਸੀ। ਇਹ ਕੋਈ ਗੱਲ 2011 ਦੀ ਰਹੀ ਹੋਣੀ ਹੈ। ਉਸ ਤੋਂ ਬਾਅਦ ਮੈਂ ਫਿਰ ਦੁਬਾਰਾ ਇੱਕ ਵਾਰ ਐਗਜ਼ਾਮ ਦਿੱਤਾ ਸੀ, ਆਈ ਐਮ ਨਾਟ ਸ਼ੋਰ ਐਗਜ਼ੈਕਟਲੀ ਕਿੰਨੇ ਸਾਲਾਂ ਬਾਅਦ, ਬਟ ਆਈ ਸਕੋਰਡ ਓਵਰਆਲ 8.5 ਐਂਡ ਉਸ ਤੋਂ ਬਾਅਦ ਮੈਂ ਦੁਬਾਰਾ ਐਗਜ਼ਾਮ ਨਹੀਂ ਦਿੱਤਾ। ਠੀਕ, ਤਾਂ ਐਜ਼ ਅ ਟ੍ਰੇਨਰ ਮੇਰੀ ਜੋ ਤੁਸੀਂ ਕਹਿ ਸਕਦੇ ਹੋ ਕਿ ਮੇਰੀ ਸਪੈਸ਼ੈਲਿਟੀ ਹੈ, ਮੈਂ ਇਹ ਮੰਨਦਾ ਕਿ ਰਾਈਟਿੰਗ ਮੇਰੀ ਸਪੈਸ਼ੈਲਿਟੀ ਹੈ, ਕਿਉਂਕਿ ਮੈਂ ਇਸ 'ਤੇ ਬਹੁਤ ਜ਼ਿਆਦਾ ਟਾਈਮ ਇਨਵੈਸਟ ਕੀਤਾ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਬਾਕੀ ਮੋਡਿਊਲਸ ਆਪਾਂ ਮਾੜਾ ਕਰਾਉਂਦੇ, ਉਹ ਵੀ ਵਧੀਆ ਕਰਾਉਂਦੇ ਆ। ਜਿਵੇਂ ਕਿ ਥੱਲੇ ਲਿਖਿਆ ਹੋਇਆ ਐਮ IDP ਸਰਟੀਫਾਈਡ ਆਇਲਟਸ ਇੰਸਟਰਕਟਰ, ਇਹ ਬਿਲਕੁਲ ਸਹੀ ਹੈ। ਐਮ ਆਫੀਸ਼ੀਅਲੀ ਸਰਟੀਫਾਈਡ ਬਾਏ ਦੀ ਆਰਗੇਨਾਈਜੇਸ਼ਨ ਆਫ IDP ਟੂ ਟ੍ਰੇਨ ਆਇਲਟਸ ਸਟੂਡੈਂਟਸ। ਤਾਂ ਇਹ ਜਿਹੜੀ ਤਸਵੀਰ ਹੈ ਮੇਰੇ ਸਰਟੀਫਿਕੇਸ਼ਨ ਦੇ ਸਮੇਂ ਦੀ ਤਸਵੀਰ ਹੈ। ਜੋ ਤੁਸੀਂ ਚਿਹਰਾ ਇੱਥੇ ਦੇਖ ਰਹੇ ਹੋ, ਐਂਟਰੀ ਥਾਮਸ ਨੇ, ਪ੍ਰਿੰਸੀਪਲ ਐਗਜ਼ਾਮੀਨਰ। ਪ੍ਰਿੰਸੀਪਲ ਐਗਜ਼ਾਮੀਨਰ ਜਿਹੜੇ ਹੁੰਦੇ ਨੇ ਉਹ ਦੁਨੀਆ 'ਚ ਗਿਣਤੀ ਦੇ 4 ਤੋਂ 6 ਹੀ ਹੁੰਦੇ ਆ। ਹੁਣ ਬ੍ਰਿਟਿਸ਼ ਕਾਉਂਸਲ ਜਾ ਚੁੱਕੀ ਹੈ ਤਾਂ ਉਦੋਂ ਵੀ ਘੱਟ ਹੁੰਦੇ ਆ। ਤਾਂ ਮੈਨੂੰ ਬੜਾ ਮਾਣ ਹਾਸਿਲ ਹੋਇਆ ਇੱਦਾਂ ਦੇ ਚੰਗੇ ਲੋਕਾਂ ਨੂੰ ਮਿਲਣ ਦਾ, ਜਿਨ੍ਹਾਂ ਨੇ ਮੈਨੂੰ ਚੰਗਾ ਗਿਆਨ ਦਿੱਤਾ, ਅਤੇ ਬਹੁਤ ਕਿਸਮਤ ਵਾਲਾ ਮੈਂ ਮਹਿਸੂਸ ਕਰਦਾ ਵੀ ਇਹ ਗਿਆਨ ਮੈਂ ਤੁਹਾਡੇ ਵਰਗੇ ਸਟੂਡੈਂਟਸ ਨਾਲ ਸ਼ੇਅਰ ਕਰ ਪਾਵਾਂ। ਠੀਕ, ਆਈ ਗੈਸ ਇਹ ਕਾਫੀ ਹੈ। ਜਿਹਦੇ 'ਚ ਮੈਂ ਬਸ ਇੱਕ ਛੋਟੀ ਜਿਹੀ ਚੀਜ਼ ਹੋਰ ਜੋੜ ਲਾਂ ਤਾਂ ਮੈਂ ਸੋਸ਼ਲ ਸਰਵਿਸ ਪ੍ਰਤੀ ਬਹੁਤ ਜ਼ਿਆਦਾ ਪੈਸ਼ਨੇਟ ਹਾਂ। ਮੈਂ ਕੋਈ ਵਡਿਆਈ ਦੇ ਤੌਰ 'ਤੇ ਨਹੀਂ ਕਹਿ ਰਿਹਾ, ਮੈਨੂੰ ਲੱਗਦਾ ਇਹ ਤਾਂ ਇੱਕ ਜ਼ਰੂਰਤ ਹੈ ਜੋ ਹੋਣੀ ਚਾਹੀਦੀ ਹੈ। ਸਾਡੇ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ 'ਤੇ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੇ ਸਾਨੂੰ ਵੀ ਹੈਲਪ ਕੀਤਾ ਹੁੰਦਾ। ਮੈਂ ਇੱਕ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ, ਫਾਰਮਿੰਗ ਫੈਮਿਲੀ ਨੂੰ, ਅਤੇ ਪਿੰਡਾਂ ਦਾ ਜੇ ਤੁਸੀਂ ਵੀ ਪਿੰਡਾਂ ਨੂੰ ਬਿਲੋਂਗ ਕਰਦੇ ਹੋ ਤਾਂ ਇੱਕ ਬੜੀ ਆਮ ਗੱਲ ਹੁੰਦੀ ਹੈ ਕਿ ਜਿਹੜੇ ਸਾਡੇ ਸ਼ਹਿਰੀ ਰਿਸ਼ਤੇਦਾਰ ਹੁੰਦੇ ਆ, ਉਹਨਾਂ ਬੱਚਿਆਂ ਦੇ ਜਦੋਂ ਕੱਪੜੇ ਛੋਟੇ ਹੋ ਜਾਂਦੇ ਉਹ ਸਾਡੇ ਕੋਲ ਪਹੁੰਚਦੇ ਨੇ ਅਤੇ ਅਸੀਂ ਉਹ ਕੱਪੜੇ ਪਾ ਕੇ ਬੜੇ ਖੁਸ਼ ਹੁੰਦੇ ਹਾਂ। ਤਾਂ ਬਚਪਨ ਤੋਂ ਹੀ ਬੜਾ ਆਪਾਂ ਸਮਾਜ ਦੇ ਪੁਰਉਪਕਾਰ 'ਤੇ ਜੋ ਵੀ ਮਿਡਲ ਕਲਾਸ ਦੇ ਲੋਕ ਹੁੰਦੇ ਜੀ ਰਹੇ ਹੁੰਦੇ, ਅਤੇ ਸਾਡਾ ਫਰਜ਼ ਬਣਦਾ ਵੀ ਜਦੋਂ ਸਾਨੂੰ ਸਾਡੀ ਮਿਹਨਤ ਉਸ ਮੁਕਾਮ 'ਤੇ ਲਿਆਵੇ ਜਿੱਥੇ ਅਸੀਂ ਲੋਕਾਂ ਦੀ ਹੈਲਪ ਕਰ ਸਕਦੇ ਹਾਂ ਤਾਂ ਸਾਨੂੰ ਕਰਨਾ ਚਾਹੀਦਾ। ਮੈਂ ਇਹਦੇ ਬਾਰੇ ਜ਼ਿਆਦਾ ਵਿਸਤਾਰ 'ਚ ਨਹੀਂ ਜਾਊਂਗਾ, ਪਰ ਜਿੱਥੋਂ ਤੱਕ ਆਇਲਟਸ ਦੀ ਗੱਲ ਹੈ, ਸਾਡੇ ਇੰਸਟੀਟਿਊਟ 'ਚ ਜੇ ਕੋਈ ਸਟੂਡੈਂਟ ਫਾਰਮਿੰਗ ਫੈਮਿਲੀ ਤੋਂ ਆਉਂਦਾ ਹੈ, ਖੇਤੀਬਾੜੀ ਵਾਲਾ ਪਰਿਵਾਰ ਜਾਂ ਆਰਮੀ ਫੈਮਿਲੀ ਤੋਂ ਆਉਂਦਾ ਹੈ, ਤਾਂ ਉਹਨੂੰ ਹਰ ਫੀ ਆਪਸ਼ਨ ਦੇ ਅੰਦਰ, ਹਰ ਕੋਰਸ ਦੇ ਅੰਦਰ 20% ਡਿਸਕਾਊਂਟ ਦਿੱਤਾ ਜਾਂਦਾ ਹੈ। ਜੇ ਕੋਈ ਡਿਸਕਾਊਂਟ ਆਲਰੇਡੀ ਚੱਲ ਰਿਹਾ ਉਹ ਵੱਖਰਾ ਹੈ, ਉਸ ਤੋਂ ਇਲਾਵਾ ਵੀ 20% ਡਿਸਕਾਊਂਟ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਕੋਈ ਵੀ ਇੱਦਾਂ ਦਾ ਬੱਚਾ ਮੇਰੇ ਕੋਲ ਆਉਂਦਾ ਜੋ ਅੰਡਰ ਪ੍ਰਿਵਿਲੇਜਡ ਫੈਮਿਲੀ ਤੋਂ ਹੈ, ਗਰੀਬ ਫੈਮਿਲੀ ਤੋਂ ਹੈ, ਤਾਂ ਉਹਦੀ ਵੀ ਮੈਂ ਮਦਦ ਕਰਦਾ ਜਿੰਨੀ ਜ਼ਿਆਦਾ ਕਰ ਸਕਾਂ। ਮੈਂ ਬਹੁਤ ਸਾਰੇ ਆਇਲਟਸ ਦੇ ਸਟੂਡੈਂਟਸ ਇੱਦਾਂ ਦੇ ਪੜ੍ਹਾਏ ਹੋਏ ਨੇ ਜਿਨ੍ਹਾਂ ਤੋਂ ਮੈਂ ਫੀਸਾਂ ਨਹੀਂ ਲਈਆਂ। ਮੈਨੂੰ ਬੜੀ ਖੁਸ਼ੀ ਵੀ ਹੁੰਦੀ ਹੈ ਦੱਸਦੇ ਹੋਏ ਕਿ ਕੁਝ ਸਟੂਡੈਂਟਸ ਇੱਦਾਂ ਦੇ ਸੀ ਜਿਨ੍ਹਾਂ ਨੇ ਆਇਲਟਸ ਕਲੀਅਰ ਕੀਤੀ, ਕੋਈ ਸਟੱਡੀ ਲੋਨ ਲੈ ਕੇ, ਕੋਈ ਕਿਸ ਜੁਗਾੜ ਨਾਲ ਬਾਹਰ ਪਹੁੰਚਿਆ। ਇਹ ਬੱਚੇ ਉੱਥੇ PR ਵੀ ਹੋਏ ਅਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਫੀਸ ਮੋੜੀਆਂ। ਉਹ ਫੀਸ ਲੈ ਕੇ ਮੈਨੂੰ ਜਿੰਨੀ ਖੁਸ਼ੀ ਹੋਈ ਉਹ ਕਦੇ ਵੀ ਇੱਕ ਬੱਚੇ ਤੋਂ ਸਿੱਧੀ ਫੀਸ ਲੈ ਕੇ ਨਹੀਂ ਹੁੰਦੀ। ਅਤੇ ਤੁਹਾਡੇ 'ਚੋਂ ਵੀ ਜੇ ਬਾਈ ਚਾਂਸ ਕੋਈ ਇੱਦਾਂ ਦਾ ਬੱਚਾ ਕਲਾਸ ਅਟੈਂਡ ਕਰ ਰਿਹਾ ਜਿਹਨੂੰ ਲੱਗਦਾ ਵੀ ਮੇਰੇ ਅਤੇ ਮੇਰੇ ਮੰਜ਼ਿਲ ਦੇ ਪਹੁੰਚਣ ਵਿੱਚ ਦਾ ਇੱਕ ਆਇਲਟਸ ਜ਼ਰੀਆ ਹੈ, ਅਤੇ ਇਹਦੇ ਵਿੱਚ ਜਿਹੜਾ ਅੜਿੱਕਾ ਹੈ ਮੇਰੇ ਲਈ ਸਿਰਫ ਫਾਈਨੈਂਸ਼ੀਅਲ ਅੜਿੱਕਾ ਹੈ, ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੂੰਗਾ ਬਠਿੰਡਾ 'ਚ ਮੇਰਾ ਇੰਸਟੀਟਿਊਟ ਹੈ ਹਰਦੀਪ ਸਰ ਆਇਲਟਸ ਦੇ ਨਾਮ 'ਤੇ, ਅਜੀਤ ਰੋਡ, ਜੇ ਤੁਸੀਂ ਜਾਣਦੇ ਹੋ 24 ਨੰਬਰ ਗਲੀ ਦੇ ਕਾਰਨਰ 'ਤੇ। ਬਸ ਤੁਸੀਂ ਆਫਿਸ 'ਚ ਆ ਕੇ ਦੱਸਣਾ ਕਿ ਮੈਂ ਅੰਡਰ ਪ੍ਰਿਵਿਲੇਜਡ ਫੈਮਿਲੀ ਤੋਂ ਹਾਂ
मेरी ज़्यादा पहुँच नहीं है इन टर्म्स ऑफ पेइंग फी, तो बाकी फिर मेरे ते छੱਡ देना। ਮੈਨੂੰ ਬਸ ਤੁਹਾਡੀ ਮਿਹਨਤ ਚਾਹੀਦੀ ਹੁੰਦੀ ਹੈ, ਮਿਹਨਤੀ ਬੱਚੇ ਮੈਂ ਲੱਭਦਾ, ਬਾਕੀ ਪੈਸੇ ਧੇਲੇ ਦੀ ਚਿੰਤਾ ਨਹੀਂ ਕਰਨੀ ਹੁੰਦੀ। ਕੱਲ ਪਰਸੋਂ ਵੀ ਸਾਡੇ ਕੋਲ ਇੱਕ ਬੱਚਾ ਵਿਚਾਰਾ ਆਇਆ, ਰਾਤ ਨੂੰ ਏਟੀਐਮ 'ਚ ਜੌਬ ਕਰਦਾ ਸੀ, ਦਿਨੇ 9 ਤੋਂ 8। ਮੈਂ ਹੈਰਾਨ ਰਹਿ ਗਿਆ। ਮਾਰਨਿੰਗ 9 ਤੋਂ ਸ਼ਾਮ 8 ਕਹਿੰਦਾ ਮੈਂ ਲਾਇਬ੍ਰੇਰੀ 'ਚ ਰਹਿਣਾ, ਕੁਛ ਨਾ ਕੁਛ ਪੜ੍ਹਦਾ ਰਹਿਣਾ। ਸ਼ਾਮ ਦੀ ਮੇਰੀ ਏਟੀਐਮ 'ਚ ਡਿਊਟੀ ਹੁੰਦੀ ਹੈ, ਰਾਤ ਦੀ ਨਾਈਟ ਸ਼ਿਫਟ ਉਹ ਕਰਦਾ। ਤਾਂ ਇੱਦਾਂ ਦੇ ਜਿਹੜੇ ਬੱਚੇ ਹੁੰਦੇ ਆ, ਉੱਦਾਂ ਦੇ ਬੱਚਿਆਂ ਦੀ ਮੈਂ ਬਹੁਤ ਹੈਲਪ ਕਰਦਾ, ਹਮੇਸ਼ਾ ਕਰਦਾ। ਬਾਈ ਚਾਂਸ ਤੁਹਾਡੇ 'ਚ ਕੋਈ ਇੱਦਾਂ ਦਾ ਸਟੂਡੈਂਟ ਹੈ ਤਾਂ ਤੁਸੀਂ ਜ਼ਰੂਰ ਸੰਪਰਕ ਕਰੋ ਜੀ, ਠੀਕ ਹੈ। ਅਰੇ ਮੈਂ ਹੁਣ ਹੋਰ ਜ਼ਿਆਦਾ ਆਪਦੇ ਬਾਰੇ ਨਹੀਂ ਦੱਸਣਾ ਚਾਹੂੰਗਾ, ਹੁਣ ਆਪਾਂ ਲੈਸਨ ਸਟਾਰਟ ਕਰਾਂਗੇ। ਜਿਵੇਂ ਕਿ ਮੈਂ ਦੱਸਿਆ, ਜਲਦਬਾਜ਼ੀ ਕੋਈ ਨਹੀਂ, ਸ਼ਾਂਤੀ ਰੱਖਣੀ ਹੈ ਆਪਣੇ ਮਨ ਦੇ ਅੰਦਰ ਵੀ, ਮੇਰੀ ਆਵਾਜ਼ ਦੀ ਸ਼ਾਂਤੀ ਨੂੰ ਮਹਿਸੂਸ ਕਰਨਾ ਹੈ। ਜੋ ਵੀ ਚੀਜ਼ਾਂ ਕਰਨੀਆਂ ਬੜੇ ਆਰਾਮ ਨਾਲ ਕਰਾਂਗੇ, ਹੌਲੀ ਹੌਲੀ ਕਰਾਂਗੇ, ਕੋਈ ਜਲਦਬਾਜ਼ੀ ਨਹੀਂ ਕਿਤੇ ਵੀ। ਤਾਂ ਹੁਣ ਆਪਾਂ ਇਸ ਲੈਸਨ ਨੂੰ ਫਾਰਮਲੀ ਸਟਾਰਟ ਕਰਦੇ ਹਾਂ, ਅਤੇ ਜੇ ਹੁਣ ਤੱਕ ਦੀਆਂ ਮੇਰੀਆਂ ਗੱਲਾਂ ਨੇ ਤੁਹਾਨੂੰ ਬੋਰ ਕੀਤਾ, ਮੈਂ ਉਹਦੇ ਲਈ ਮਾਫੀ ਵੀ ਮੰਗਣਾ ਚਾਹੂੰਗਾ, ਠੀਕ। ਪਰ ਬਾਕੀ ਗੱਲਾਂ ਕਰਨ ਦਾ ਮੌਕਾ ਸਾਡੇ ਕੋਲ ਐਂਡ 'ਚ ਵੀ ਆਊਗਾ, ਕਿਉਂਕਿ ਲੈਸਨ ਦੇ ਐਂਡ 'ਚ ਅਸੀਂ ਇੱਕ ਡਾਊਟ ਕਲੀਅਰੈਂਸ ਸੈਸ਼ਨ ਕਰਾਂਗੇ। ਇਹ ਡਾਊਟ ਕਲੀਅਰੈਂਸ ਸੈਸ਼ਨ ਆਪਣਾ ਇੱਕ ਨਿੱਜੀ ਸੈਸ਼ਨ ਹੋਊਗਾ। ਬਾਅਦ ਵਿੱਚ YouTube 'ਤੇ ਵੀ ਮੈਂ ਵੀਡੀਓ ਪੋਸਟ ਕਰਨੀ ਆ, ਉਹਦੇ 'ਚ ਡਾਊਟ ਕਲੀਅਰੈਂਸ ਸੈਸ਼ਨ ਨਹੀਂ ਹੋਊਗਾ, ਉਹ ਤੁਹਾਡਾ ਡਾਊਟ ਕਲੀਅਰੈਂਸ ਹੈ। ਤੁਹਾਡੇ ਸਵਾਲ ਹੋਣਗੇ, ਕੈਮਰਾ ਆਫ ਹੋ ਜਾਊਗਾ ਐਂਡ ਆਪਾਂ ਆਰਾਮ ਨਾਲ ਗੱਲ ਕਰਾਂਗੇ ਜੋ ਸਾਰਾ ਕੁਝ ਅਸੀਂ ਕਵਰ ਕੀਤਾ ਉਸ 'ਤੇ। ਚਲੋ ਹੁਣ ਮੈਂ ਤੀਸਰੀ ਵਾਰ ਕਹਿ ਰਿਹਾ, ਅਤੇ ਹੁਣ ਸ਼ੁਰੂ ਕਰ ਲਈਏ ਆਪਾਂ ਫਾਰਮਲੀ ਇਸ ਲੈਸਨ ਨੂੰ ਸ਼ੁਰੂ ਕਰਦੇ ਹਾਂ। ਲਾਈਵ ਲੈਸਨ ਕੰਪਲੀਟ ਬੈਂਡ 7 to 9 ਰਾਈਟਿੰਗ ਗਾਈਡ। ਮੇਰਾ ਇੱਥੇ ਫੋਕਸ 7 ਤੇ ਜ਼ਿਆਦਾ, 9 ਤੇ ਘੱਟ ਹੈ, ਠੀਕ ਹੈ ਜੀ, ਕਿਉਂਕਿ ਮੈਂ ਬਿਲਕੁਲ ਜਾਣਦਾ ਕਿ ਮੇਰੀ ਟਾਰਗੇਟ ਆਡੀਅੰਸ ਕੀ ਹੈ। ਤੁਹਾਡੇ 'ਚੋਂ ਬਹੁਤ ਸਾਰੇ ਇੱਦਾਂ ਦੇ ਜਨਰਲ ਸਟੂਡੈਂਟਸ ਹੋਣਗੇ ਜੋ 6:30 ਤੇ ਅੜੇ ਹੋਏ ਆ, 7 ਤੇ ਨਹੀਂ ਪਹੁੰਚ ਪਾਉਂਦੇ। ਤੁਹਾਡੇ 'ਚ ਬਹੁਤ ਸਾਰੇ ਇੱਦਾਂ ਦੇ ਸਟੂਡੈਂਟ ਹੋਣਗੇ ਜੋ 5, 5:30 ਤੇ ਸਟਕ ਨੇ, 6, 6:30 ਤੇ ਪਹੁੰਚਣਾ ਚਾਹੁੰਦੇ ਨੇ। ਆਪਾਂ ਜਿਹੜੀਆਂ ਗੱਲਾਂ ਇੱਥੇ ਕਰਨ ਵਾਲੇ ਆ ਨਾ, ਇਹ ਸਾਰੇ ਬੱਚਿਆਂ ਨੂੰ ਹੈਲਪ ਕਰਨੀਆਂ। ਤੁਸੀਂ ਇਹ ਨਹੀਂ ਸੋਚਣਾ ਕਿ ਜੇ ਮੈਂ ਬੈਂਡ 7 ਦੀ ਗੱਲ ਕਰ ਰਿਹਾ ਤਾਂ ਉਹ ਤੁਹਾਡੇ ਲਈ ਫਾਇਦੇਮੰਦ ਨਹੀਂ ਹੈ, ਇੱਦਾਂ ਨਹੀਂ ਹੈ। ਮੈਂ ਲੈਸਨ ਦੇ ਦੌਰਾਨ ਸਮਝਾਊਂਗਾ ਵੀ, ਤਾਂ ਇਹ ਲੈਸਨ ਰੈਲੇਵੈਂਟ ਹੈ ਤੁਹਾਡੇ ਲਈ ਰਿਗਾਰਡਲੈਸ ਆਫ ਵਾਟ ਲੈਵਲ ਯੂ ਆਰ ਐਟ। ਮੈਂ ਇਹ ਮੰਨ ਲੂੰਗਾ ਮਿਨੀਮਮ 5 ਤੇ ਤੁਸੀਂ ਹੋਣੇ ਚਾਹੀਦੇ ਹੋ, ਉਸ ਤੋਂ ਬਾਅਦ ਦਾ ਕੰਮ ਮੇਰੇ ਸਹਾਰੇ ਛੱਡ ਦਿਓ। ਅੱਛਾ, ਤਾਂ ਸਭ ਇਹ ਕੋਈ ਵੀ ਲੈਸਨ ਵਧੀਆ ਨਹੀਂ ਹੋ ਸਕਦਾ ਜੇ ਆਪਾਂ ਨੂੰ ਇਹ ਨਾ ਪਤਾ ਹੋਵੇ ਆਪਾਂ ਕੀ ਕਵਰ ਕਰਨ ਵਾਲੇ ਹਾਂ। ਤਾਂ ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਓਵਰਵਿਊ ਦੇ ਦਿੰਦਾ ਅੱਜ ਦਾ ਸਾਡਾ ਲੈਸਨ ਪਲਾਨ ਕੀ ਰਹੂਗਾ। ਇੰਟਰੋਡਕਸ਼ਨ ਜੋ ਮੈਂ ਦੇ ਚੁੱਕਿਆ, ਮੇਰਾ ਅੱਜ ਦਾ ਪਲਾਨ ਸੀਗਾ ਕਿ ਮੈਂ ਪਰਸਨਲ ਇੰਟਰੋਡਕਸ਼ਨ ਤੁਹਾਨੂੰ ਦੇਵਾਂਗਾ ਆਪਣੀ। ਲੈਸਨ ਪਲਾਨ ਜੋ ਆਪਾਂ ਇਸ ਸਮੇਂ ਕਰ ਰਹੇ ਹਾਂ, 2 ਚੀਜ਼ਾਂ ਮੰਨ ਲਓ ਹੋ ਚੁੱਕੀਆਂ। ਬਾਕੀ ਅਸੀਂ ਚੀਜ਼ਾਂ ਕੀ ਕਵਰ ਕਰਨੀ ਹੈ, ਸਭ ਤੋਂ ਪਹਿਲਾਂ ਟਾਸਕ 1 ਟਾਸਕ 2 ਦੀ ਵੇਟੇਜ ਸਮਝਾਂਗੇ। ਫਿਰ ਮੈਂ ਤੁਹਾਨੂੰ ਦੱਸੂਗਾ ਕਿ ਐਸੇ ਨੂੰ ਵਧੀਆ ਢੰਗ ਨਾਲ ਸਟਰਕਚਰ ਕਿੱਦਾਂ ਕੀਤਾ ਜਾਂਦਾ ਹੈ। ਫਿਰ ਅਸੀਂ ਸਭ ਤੋਂ ਜ਼ਰੂਰੀ ਚੀਜ਼ ਬੈਂਡ ਡਿਸਕ੍ਰਿਪਟਰਸ ਦੀ ਗੱਲ ਕਰਾਂਗੇ। ਫਿਰ ਅਸੀਂ ਇਹ ਸਮਝਾਂਗੇ 7 ਸਕੋਰ ਕਰਨ ਲਈ, ਜਾਂ ਇਨਫੈਕਟ ਕੋਈ ਵੀ ਸਕੋਰ ਹਾਸਿਲ ਕਰਨ ਲਈ ਐਗਜ਼ੈਕਟਲੀ ਕੀ ਕਰਨਾ ਪੈਂਦਾ ਸਕੋਰ ਵਾਈਜ਼। ਹਲੇ ਤੁਹਾਨੂੰ ਇਹ ਗੱਲ ਨਹੀਂ ਸਮਝ ਆਊਗੀ ਸ਼ਾਇਦ ਜੇ ਤੁਹਾਨੂੰ ਨਹੀਂ ਪਤਾ ਬੈਂਡ ਡਿਸਕ੍ਰਿਪਟਰਸ ਕੀ ਹੁੰਦੇ ਆ। ਡਿਕ੍ਰਿਪਟਿੰਗ ਦਾ ਬੈਂਡ ਡਿਸਕ੍ਰਿਪਟਰਸ ਸਭ ਤੋਂ ਜ਼ਰੂਰੀ ਚੀਜ਼। ਬੈਂਡ ਡਿਸਕ੍ਰਿਪਟਰ ਦੀ ਆਪਾਂ ਬਰੀਕ ਪੜਤਾਲ ਕਰਨੀ ਹੈ, ਸਭ ਤੋਂ ਇੰਪੋਰਟੈਂਟ ਪਾਰਟ ਹੋਊਗਾ ਅਤੇ ਸਭ ਤੋਂ ਲੰਬਾ ਪਾਰਟ ਹੋਊਗਾ ਆਪਣੇ ਲੈਸਨ ਦਾ। ਫਿਰ ਕੰਕਲੂਜਨ ਹੋਊਗਾ। ਕੰਕਲੂਜਨ ਦੇ ਅੰਦਰ ਓਬਵੀਅਸਲੀ ਮੈਂ ਤੁਹਾਨੂੰ ਕੁਝ ਆਫਰਸ ਦੇਵਾਂਗਾ। ਆਫਰਸ ਦਾ ਮਤਲਬ ਕਿ ਅਲੱਗ-ਅਲੱਗ ਚੀਜ਼ਾਂ 'ਤੇ ਡਿਸਕਾਊਂਟ। ਮੈਂ ਕੱਲ੍ਹ ਵੀ ਦੱਸਿਆ ਸੀਗਾ ਕਿ ਜੇ ਕੋਈ ਵੀ ਬੱਚਾ ਇਸ ਤਰ੍ਹਾਂ ਮੇਰੀ ਲਾਈਵ ਕਲਾਸ 'ਚ ਆਉਂਦਾ, ਮੈਂ ਤੁਹਾਨੂੰ ਕੁਛ ਨਾ ਕੁਛ ਸਪੈਸ਼ਲ ਡਿਸਕਾਊਂਟਸ ਦਿੰਦਾ ਹੁੰਦਾ ਕੁਛ ਨਾ ਕੁਛ ਚੀਜ਼ਾਂ 'ਚ। ਅਤੇ ਮੈਂ ਤੁਹਾਨੂੰ ਥੋੜ੍ਹੀ ਫਿਊਚਰ ਗਾਈਡੈਂਸ ਦੇਵਾਂਗਾ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਸਿੱਖੀਆਂ ਇਹਨੂੰ ਇੰਪਲੀਮੈਂਟ ਕਿੱਦਾਂ ਕਰਨਾ। ਅਤੇ ਡਾਊਟ ਕਲੀਅਰੈਂਸ ਸੈਸ਼ਨ ਕਰਾਂਗੇ ਟੁਵਰਡਸ ਦੀ ਐਂਡ। ਇਹ ਜਿਹੜੇ ਬੱਚੇ ਬਾਅਦ ਵਿੱਚ ਇਹ ਵੀਡੀਓ YouTube 'ਤੇ ਦੇਖ ਰਹੇ ਹੋਣੇ, ਇਹ ਵਾਲਾ ਪਾਰਟ ਤੁਹਾਨੂੰ ਨਹੀਂ ਦਿਖੂਗਾ। ਇਹ ਡਾਊਟ ਕਲੀਅਰੈਂਸ ਸੈਸ਼ਨ ਸਟੂਡੈਂਟਸ ਜਿਹੜੇ ਇਸ ਸਮੇਂ ਲਾਈਵ ਲਾ ਰਹੇ ਉਹਨਾਂ ਦੇ, ਠੀਕ ਹੈ ਜੀ। ਤਾਂ ਹੁਣ ਸ਼ੁਰੂ ਕਰੀਏ ਜੀ। ਇੱਕ ਆਦਤ ਪਾ ਲਓ, ਜਦੋਂ ਵੀ ਮੈਂ ਕੋਈ ਸਵਾਲ ਕਰਿਆ ਕਰੂੰਗਾ C ਲਿਖ ਦਿਓ ਜਾਂ Y ਲਿਖ ਦਿਓ, ਉਹਦੇ ਨਾਲ ਮੈਨੂੰ ਪਤਾ ਲੱਗ ਜਾਂਦਾ ਕਿ ਅੱਗੇ ਵਧਣ ਦਾ ਟਾਈਮ ਆ ਗਿਆ। ਤਾਂ ਕਰੀਏ ਸ਼ੁਰੂ। ਤੇ ਮੈਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਤੁਹਾਨੂੰ ਪਤਾ ਲੱਗ ਗਿਆ ਚੈਟ ਕਿੱਥੇ ਹੈ। ਮੈਂ ਆਡੀਓ ਕਿਉਂ ਨਹੀਂ ਔਨ ਕਰਦਾ ਸੈਸ਼ਨਸ ਦੇ ਅੰਦਰ? ਦੇਖੋ, ਓਪਨ ਆਡੀਓ ਔਨ ਕਰ ਦਾਂਗੇ ਤਾਂ ਕਦੇ ਇੱਧਰੋਂ ਆਵਾਜ਼ ਆ ਗਈ, ਉੱਧਰੋਂ ਆਵਾਜ਼ ਆ ਗਈ, ਉਹ ਠੀਕ ਨਹੀਂ ਰਹਿੰਦਾ। ਮੈਨੂੰ ਇਹ ਲੱਗਦਾ ਕਿ ਚੈਟ ਇੱਕ ਬੈਟਰ ਤਰੀਕਾ ਹੁੰਦਾ ਕਮਿਊਨੀਕੇਟ ਕਰਨ ਦਾ, ਖਾਸ ਕਰਕੇ ਜਦੋਂ ਦੇਖਿਆ ਜਾਂਦਾ ਕਿ ਮਾਈਕ ਆਫ ਕੀਤਾ ਜਾਂਦਾ ਹੈ ਜ਼ੂਮ ਦੇ ਅੰਦਰ, ਸ਼ਾਇਦ ਇਹਦਾ ਕੋਈ ਗਲਿਚ ਹੈ ਤਾਂ ਬਾਕੀ ਬੱਚਿਆਂ ਨੂੰ ਸਵਾਲ ਕਲੀਅਰਲੀ ਸੁਣ ਵੀ ਨਹੀਂ ਰਿਹਾ ਹੁੰਦਾ। ਚਲੋ ਜੀ, ਮੈਨੂੰ ਲੱਗਦਾ ਇਨਫ ਵਾਇਸ ਇੱਥੇ ਆ ਗਏ ਨੇ।
ਬਾਕੀ ਬੱਚੇ ਕਿਰਪਾ ਕਰਕੇ ਜੀ ਚੈਟ ਲੱਭ ਲਓ, ਅੱਗੇ ਤੁਹਾਨੂੰ ਜੇ ਸਵਾਲ ਪੁੱਛਣੇ ਪਏ ਤਾਂ ਉੱਥੋਂ ਹੀ ਤੁਸੀਂ ਪੁੱਛ ਪਾਓਗੇ। ਹੁਣ ਆਪਾਂ ਸ਼ੁਰੂ ਕਰਦੇ ਹਾਂ, ਠੀਕ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੇਟੇਜ ਆਫ ਟਾਸਕ 1 ਐਂਡ ਟਾਸਕ 2। ਦੇਖੋ, ਭਾਵੇਂ ਤੁਸੀਂ ਐਕੈਡੈਮਿਕ ਸਟੂਡੈਂਟ ਹੋ, ਭਾਵੇਂ ਤੁਸੀਂ ਜਨਰਲ ਸਟੂਡੈਂਟ ਹੋ, ਤੁਹਾਨੂੰ ਰਾਈਟਿੰਗ ਦੇ ਅੰਦਰ ਦੋ ਟਾਸਕ ਆਉਣਗੇ, ਟਾਸਕ 1 ਐਂਡ ਟਾਸਕ 2। ਮੈਂ ਬਿਲਕੁਲ ਬੇਸਿਕ ਮੁੱਦਿਆਂ ਤੇ ਬਿਲਕੁਲ ਗੱਲ ਨਹੀਂ ਕਰੂੰਗਾ ਕਿ ਆਇਲਸ ਰਾਈਟਿੰਗ ਕਿੰਨੇ ਘੰਟੇ ਦਾ ਹੁੰਦਾ ਹੈ, ਉਹ ਚੀਜ਼ ਉਹਦੇ ਲਈ ਇਹ ਕਲਾਸ ਨਹੀਂ ਹੈ। ਤਾਂ ਟਾਸਕ 1 ਜੇ ਤੁਸੀਂ ਐਕੈਡੈਮਿਕ ਸਟੂਡੈਂਟ ਹੋ ਤਾਂ ਇਹ ਗ੍ਰਾਫ ਹੈ, ਜੇ ਤੁਸੀਂ ਜਨਰਲ ਸਟੂਡੈਂਟ ਹੋ ਤਾਂ ਇਹ ਲੈਟਰ ਹੈ, ਠੀਕ। ਤੇ ਟਾਸਕ 2 ਜਿਹੜਾ ਹੁੰਦਾ ਆਪਣਾ ਸੇਮ ਹੁੰਦਾ, ਉਹ ਐਸੇ ਹੀ ਰਹਿੰਦਾ। ਜਦੋਂ ਤੱਕ ਸਾਨੂੰ ਇਹ ਨਹੀਂ ਪਤਾ ਲੱਗੂਗਾ ਨਾ ਕਿ ਟਾਸਕ 1 ਤੇ ਟਾਸਕ 2 ਦਾ ਇੱਕ ਦੂਜੇ ਨਾਲ ਕੀ ਨਾਤਾ ਹੈ ਸਕੋਰਿੰਗ ਦੇ ਅੰਦਰ, ਉਦੋਂ ਤੱਕ ਸਾਡੀ ਤਿਆਰੀ, ਮੈਂ ਥੋੜਾ ਪੈਨ ਚਲਾਉਣਾ ਸ਼ੁਰੂ ਕਰਦਾ, ਉਦੋਂ ਤੱਕ ਸਾਡੀ ਜਿਹੜੀ ਪ੍ਰੈਪਰੇਸ਼ਨ ਹੈ ਉਹ ਇਨਐਫੀਸ਼ੀਐਂਟ ਰਹੂਗੀ। ਮੈਂ ਇੱਕ ਗੱਲ ਤੁਹਾਨੂੰ ਦੱਸਣੀ ਭੁੱਲ ਗਿਆਗਾ, ਹੁਣ ਦੱਸ ਦੇਣਾ। ਜੋ ਕੁਝ ਵੀ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਜੀ, ਇਹ ਤੁਹਾਨੂੰ PDF ਦੇ ਤੌਰ ਤੇ ਮਿਲੂਗਾ। PDF ਜਿਹੜੀ ਹੈ ਮੇਰੇ ਕੋਲ ਤੁਹਾਨੂੰ ਡਿਲੀਵਰ ਕਰਨ ਦਾ ਕੋਈ ਤਰੀਕਾ ਨਹੀਂ ਹੋਊਗਾ, ਇਸ ਕਰਕੇ ਮੈਨੂੰ 8528723949 ਇਹ ਮੇਰਾ ਨੰਬਰ ਹੈ, ਨੋਟ ਕਰ ਸਕਦੇ ਹੋ। 8528723949 ਤੁਸੀਂ ਇਸ ਤੇ WhatsApp ਕਰ ਦੇਣਾ ਕਿ ਮੈਨੂੰ ਦੱਸ ਦੇਣਾ ਕਿ ਸਰ ਮੈਂ ਜ਼ੂਮ ਸੈਸ਼ਨ ਲਾਇਆ ਸੀਗਾ ਤੇ ਮੈਨੂੰ PDF ਭੇਜ ਦਿਓ। PDF ਦੇ ਅੰਦਰ ਸਭ ਕੁਝ ਹੋਊਗਾ ਜੋ ਆਪਾਂ ਇੱਥੇ ਕਵਰ ਕਰ ਰਹੇ ਹਾਂ, ਤਾਂ ਤੁਹਾਨੂੰ ਕੁਝ ਵੀ ਨੋਟ ਕਰਨ ਦੀ ਲੋੜ ਨਹੀਂ ਹੈ। ਹਾਂ, ਤਾਂ ਮੈਂ ਇਹ ਕਹਿ ਰਿਹਾ ਸੀ ਕਿ ਜੇ ਤੁਹਾਨੂੰ ਵੇਟੇਜ ਬਾਰੇ ਨਹੀਂ ਪਤਾ ਨਾ ਟਾਸਕ 1 ਤੇ ਟਾਸਕ 2 ਦੇ, ਤਾਂ ਤੁਹਾਡੀ ਪ੍ਰੈਪਰੇਸ਼ਨ ਇਨਐਫੀਸ਼ੀਐਂਟ ਰਹੂਗੀ। ਬਹੁਤ ਸਾਰੇ ਬੱਚਿਆਂ ਨੂੰ ਨਾ ਇਹ ਗਲਤਫਹਿਮੀ ਹੁੰਦੀ ਹੈ, ਤੇ ਮੰਦਭਾਗੀ ਗੱਲ ਇਹ ਹੈ ਕਿ ਗਲਤਫਹਿਮੀ ਆਇਲਸ ਇੰਸਟੀਟਿਊਟਸ, ਆਇਲਸ ਟੀਚਰਸ ਹੀ ਫੈਲਾਉਂਦੇ ਨੇ। ਉਹ ਗਲਤਫਹਿਮੀ ਇਹ ਹੁੰਦੀ ਹੈ ਜੀ ਵੀ ਇਹਦੇ ਅੰਦਰ 3 ਚੋਂ ਮਾਰਕਸ ਦਿੱਤੇ ਜਾਂਦੇ ਆ, ਟਾਸਕ 2 ਦੇ ਅੰਦਰ 6 ਚੋਂ ਮਾਰਕਸ ਦਿੱਤੇ ਜਾਂਦੇ ਆ। ਜਿਵੇਂ ਮੰਨ ਲਓ ਇੱਥੋਂ ਤੁਹਾਨੂੰ 1.5 ਮਿਲ ਗਿਆ ਤੇ ਇੱਥੋਂ ਤੁਹਾਨੂੰ 3.5 ਮਿਲ ਗਿਆ, ਤਾਂ ਉਹ ਕਹਿੰਦੇ ਜੀ ਇਹ ਜੁੜ ਕੇ ਬਣ ਗਏ 5, ਤੁਹਾਨੂੰ 5 ਮਿਲਣਗੇ। ਇਹ ਮਾਰਕਿੰਗ ਕ੍ਰਾਈਟੇਰੀਆ ਨਹੀਂ ਹੈ, ਇੱਦਾਂ ਵੇਟੇਜ ਨਹੀਂ ਅਸਾਈਨ ਕੀਤੀ ਜਾਂਦੀ। ਇਹ ਗੱਲ ਬਿਲਕੁਲ ਸੱਚ ਹੈ ਕਿ ਟਾਸਕ 1 33% ਭਾਰ ਰੱਖਦਾ ਹੈ, ਟਾਸਕ 2 66% ਵੇਟੇਜ ਰੱਖਦਾ ਹੈ ਓਵਰਆਲ ਸਕੋਰ 'ਚ, ਲੇਕਿਨ ਆਹ ਗਲਤ ਹੈ। ਮੈਂ ਤੁਹਾਨੂੰ ਦਿਖਾਉਣਾ ਅਸਲ 'ਚ ਹੁੰਦਾ ਕੀ ਹੈ। ਮੈਂ ਤੁਹਾਨੂੰ ਨਾ ਪੂਰਾ ਟੇਬਲ ਵੀ ਦਿਖਾ ਸਕਦਾ ਸੀ ਜਿਹਦੇ 'ਚ 0 to 9 ਬੈਂਡ ਦੇ ਸਾਰੇ ਕੰਬੀਨੇਸ਼ਨਸ ਦੇ ਰਿਜ਼ਲਟ ਦਿੱਤੇ ਹੋਏ, ਲੇਕਿਨ ਮੈਂ ਉਹ ਤੁਹਾਨੂੰ ਨਹੀਂ ਦਿਖਾ ਰਿਹਾ। ਇਸ ਟੇਬਲ ਦੇ ਅੰਦਰ ਮੈਂ ਤੁਹਾਨੂੰ ਦਿਖਾ ਰਿਹਾ ਕਿ ਬੱਚਾ ਟਾਸਕ 1 'ਚ ਜੋ ਸਕੋਰ ਕਰਦਾ ਹੈ ਤੇ ਟਾਸਕ 2 'ਚ ਜੋ ਸਕੋਰ ਕਰਦਾ ਹੈ, ਉਹ ਮਿਲ ਕੇ ਓਵਰਆਲ ਨੂੰ ਕਿੱਦਾਂ ਡਿਸਾਈਡ ਕਰਦਾ ਹੈ। ਜਿਹਨੂੰ ਬੜੇ ਗੌਰ ਨਾਲ ਮੇਰੇ ਨਾਲ ਦੇਖੋਗੇ ਤਾਂ ਮੇਰੇ ਸਮਝਾਏ ਬਿਨਾਂ ਵੀ ਤੁਹਾਨੂੰ ਗੱਲ ਸਮਝ ਆ ਸਕਦੀ ਹੈ। ਇੱਕ ਬੱਚਾ ਹੈ ਜਿਹਨੇ ਟਾਸਕ 1 ਬਹੁਤ ਵਧੀਆ ਲਿਖਿਆ, ਟਾਸਕ 2 ਉਨਾ ਵਧੀਆ ਨਹੀਂ ਲਿਖਿਆ, ਇਸ ਬੱਚੇ ਦੇ ਓਵਰਆਲ 6.5 ਲੱਗਣਗੇ। ਕਿਉਂ? ਕਿਉਂਕਿ ਟਾਸਕ 2 ਦਾ ਸਕੋਰ ਜ਼ਿਆਦਾ ਵਜ਼ਨਦਾਰ ਹੈ ਟਾਸਕ 1 ਦੇ ਮੁਕਾਬਲੇ। ਸਿਮਿਲਰਲੀ ਜਿਸ ਬੱਚੇ ਨੇ ਐਸੇ ਵਧੀਆ ਲਿਖਤਾ ਹੁੰਦਾ, ਟਾਸਕ 1 ਮਾੜਾ ਲਿਖਿਆ ਹੁੰਦਾ, ਭਾਵੇਂ ਉਹ 6.5 ਹੈ 6 ਹੈ, ਇਹਦੇ 7 ਲੱਗ ਜਾਣੇ ਸੀ। ਕਿਉਂ? ਕਿਉਂਕਿ ਟਾਸਕ 2 ਦੀ ਵੇਟੇਜ ਜ਼ਿਆਦਾ ਹੈ। ਹੁਣ ਜਿਹੜੇ ਪਹਿਲੇ ਦੋ ਸਿਨੈਰੀਓਜ਼ ਹੈ, ਇਹਨੂੰ ਦੇਖ ਕੇ ਬੜੀ ਇੱਕ ਅਜੀਬ ਜੀ ਫੀਲਿੰਗ ਆਉਂਦੀ ਹੈ। ਉਹ ਫੀਲਿੰਗ ਇਹ ਹੈ ਕਿ ਫਿਰ ਮਤਲਬ ਹੀ ਕੀ ਹੋਇਆ ਟਾਸਕ 1 ਦਾ? ਟਾਸਕ 1 ਦਾ ਲੌਜਿਕ ਹੀ ਕੀ ਹੈ? ਜੇਕਰ ਟਾਸਕ 1 ਦੀ ਵੇਟੇਜ ਮਾਇਨੇ ਰੱਖਦੀ ਨਹੀਂ ਹੈ, ਫਿਰ ਇਹਨੂੰ ਰੱਖਿਆ ਕਿਉਂ ਹੋਏਗਾ? ਨਹੀਂ, ਇੱਦਾਂ ਨਹੀਂ ਹੈ ਕਿ ਮਾਇਨੇ ਨਹੀਂ ਰੱਖਦੀ। ਟਾਸਕ 1 ਦੇ ਅੰਦਰ ਉਦੋਂ ਹੀ ਜ਼ੋਰ ਆਉਂਦਾ ਹੈ, ਥਿੰਕ ਆਫ ਸਨੀ ਦਿਓਲ, ਠੀਕ, ਜ਼ੋਰ ਆਉਂਦਾ ਹੈ, ਮਾਫੀ ਚਾਹੂੰਗਾ, ਬੁਰਾ ਮਜ਼ਾਕ ਸੀ, ਉਦੋਂ ਹੀ ਜ਼ੋਰ ਆਉਂਦਾ ਹੈ ਜਦੋਂ 1.5 ਬੈਂਡ ਘੱਟ ਜਾਂ ਵੱਧ ਹੋ ਜੇ ਟਾਸਕ 2 ਦੇ ਮੁਕਾਬਲੇ, ਉਦੋਂ ਤੱਕ ਇਹ ਓਵਰਆਲ ਸਕੋਰ ਨੂੰ ਪ੍ਰਭਾਵਿਤ ਨਹੀਂ ਕਰਦਾ। ਹਾਂ, ਹੁਣ ਆਹੀ ਬੱਚਾ 7 ਸਕੋਰ ਕਰਨ ਦੇ ਨਾਲ ਇੱਥੇ 5.5 ਕਰਦਾ ਤਾਂ ਕਿੰਨੇ ਦਾ ਫਰਕ ਰਹਿ ਗਿਆ? 1.5 ਬੈਂਡ ਦਾ। ਹੁਣ ਇਹਦੇ 'ਚ ਹਲਕੀ ਜਿਹੀ ਤਾਕਤ ਆ ਗਈ, ਇਹਨੇ ਓਵਰਆਲ ਸਕੋਰ ਨੂੰ ਖਿੱਚ ਕੇ ਥੱਲੇ ਲਿਆ 6.5। ਅੱਛਾ, ਜੇ ਬੱਚਾ ਇੱਥੇ 6.5 ਸਕੋਰ ਕਰਦਾ, ਉਹਨੂੰ ਇੱਥੇ ਮੈਂ ਗਲਤੀ ਨਾਲ 7.5 ਲਿਖਤਾ, ਇੱਥੇ 8 ਲਿਖਣਾ ਚਾਹੀਦਾ। ਉਹਨੂੰ 8 ਸਕੋਰ ਕਰਨੇ ਪੈਣਗੇ 7 ਲਈ। ਕਿਉਂ? ਕਿਉਂਕਿ 1.5 ਬੈਂਡ ਜ਼ਿਆਦਾ ਕਰਨਾ ਪਊਗਾ, ਤਾਂ ਹੀ ਤਾਕਤ ਆਊਗੀ ਇਹਦੇ ਅੰਦਰ ਕਿ ਉਹ 1 ਬੈਂਡ ਉੱਪਰ ਖਿੱਚ ਸਕੇ, ਇਹਦੀ ਕਮੀ ਦੀ ਪੂਰਤੀ ਕਰ ਸਕੇ। ਅੱਛਾ, ਇੱਥੋਂ ਸਾਨੂੰ ਕੀ ਪਤਾ ਲੱਗਦਾ? ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜਾ ਟਾਸਕ 2 ਹੈ, ਇਸੇ ਤੇ ਫੋਕਸ ਕਰਨਾ ਹੁੰਦਾ ਜ਼ਿਆਦਾ, ਟਾਸਕ 1 ਤੇ ਘੱਟ। ਜਦੋਂ ਮੈਂ ਕਹਿਣਾ ਵੀ ਫੋਕਸ ਕਰਨਾ ਹੁੰਦਾ ਤਾਂ ਉਹਦਾ ਮਤਲਬ ਇਹ ਹੈ ਕਿ ਪ੍ਰੈਪਰੇਸ਼ਨ ਟਾਈਮ ਵੀ ਟਾਸਕ 2 ਦਾ ਜ਼ਿਆਦਾ ਹੋਣਾ ਚਾਹੀਦਾ ਹੈ ਤੇ ਸਟ੍ਰੈਸ ਵੀ ਟਾਸਕ 2 ਦਾ ਜ਼ਿਆਦਾ ਹੋਣਾ ਚਾਹੀਦਾ, ਜਾਂ ਇਹ ਕਹਿ ਲਈਏ ਵੀ ਟਾਸਕ 1 ਦਾ ਸਟ੍ਰੈਸ ਨਹੀਂ ਲੈਣਾ ਹੁੰਦਾ। ਹੁਣ ਮੰਨ ਲਓ ਤੁਹਾਡੀ ਰਿਕੁਆਇਰਮੈਂਟ 7 ਦੀ ਹੈ, ਤੁਹਾਨੂੰ ਟਾਸਕ 1 'ਚ ਸਿਰਫ 6 ਚਾਹੀਦੇ ਹੈ। ਮੰਨ ਲਓ ਤੁਹਾਡੀ ਰਿਕੁਆਇਰਮੈਂਟ 6.5 ਦੀ ਹੈ, ਤੁਹਾਨੂੰ ਟਾਸਕ 2 'ਚ 6.5 ਲੈਣੇ, ਟਾਸਕ 1 'ਚ ਸਿਰਫ 5.5 ਲੈਣੇ। ਮੰਨ ਲਓ ਤੁਹਾਡੀ ਰਿਕੁਆਇਰਮੈਂਟ 6 ਦੀ ਹੈ, ਤੁਹਾਨੂੰ ਟਾਸਕ 2 'ਚ 6 ਸਕੋਰ ਕਰਨੇ ਆ, ਟਾਸਕ 1 ਦੇ ਅੰਦਰ ਸਿਰਫ 5 ਕਰਨੇ ਆ।
ਨਾ ਤਾਂ ਇਹਦੀ ਚਿੰਤਾ ਲੈਣੀ ਜਾਇਜ਼ ਹੈ, ਨਾ ਇਸ ਤੇ ਉਨੀ ਮਿਹਨਤ ਕਰਨੀ ਜਾਇਜ਼ ਹੈ ਜਿੰਨੀ ਆਪਾਂ ਟਾਸਕ 1 ਟਾਸਕ 2 ਤੇ ਕਰਦੇ ਹਾਂ। ਸਮਝ ਆਈ ਗੱਲ? ਅੱਛਾ, ਇੱਥੋਂ ਮੈਂ ਹੁਣ ਅੱਗੇ ਦਾ ਇੱਕ ਰਾਹ ਤੈਅ ਕਰਨ ਵਾਲਾ। ਉਹ ਰਾਹ ਇਹ ਹੈ ਵੀ ਜਿੰਨੀਆਂ ਵੀ ਗੱਲਾਂ ਅਸੀਂ ਸਮਝਣੀਆਂ ਉਹ ਟਾਸਕ 2 ਨੂੰ ਮੁੱਖ ਰੱਖ ਕੇ ਸਮਝਣੀਆਂ। ਇਸ ਤੋਂ ਬਾਅਦ ਅਸੀਂ ਟਾਸਕ 1 ਨੂੰ ਮੁੱਖ ਰੱਖ ਕੇ ਨਹੀਂ ਸਮਝਾਂਗੇ, ਕਿਉਂਕਿ ਟਾਸਕ 1 ਇਜ਼ ਯੂਜੂਅਲੀ ਨਾਟ ਦ ਪ੍ਰੋਬਲਮ। ਕਈ ਵਾਰ ਮੈਨੂੰ ਬੱਚੇ ਨਾ ਇਹ ਕਹਿ ਦਿੰਦੇ ਆ ਕਿ ਸਰ, ਕਿਉਂਕਿ ਮੇਰੇ ਬਹੁਤ ਸਾਰੇ ਸਟੂਡੈਂਟਸ ਜਿਹੜੇ ਹੁੰਦੇ ਉਹ ਬੈਂਡ 7 ਐਸਪੀਰੈਂਟਸ ਹੁੰਦੇ ਆ, ਤਾਂ ਮੇਰੇ ਕੋਲ ਜਦੋਂ ਪਹਿਲੀ ਵਾਰ ਉਹਨਾਂ ਦਾ ਫੋਨ ਆਉਂਦਾ ਉਹ ਕਹਿੰਦੇ ਜੀ ਮੇਰੇ 6.5 ਆਏ ਹੋਏ ਆ, ਪਹਿਲਾਂ ਮੈਨੂੰ ਲੱਗਦਾ ਮੈਂ ਲੈਟਰ ਮਾੜਾ ਲਿਖਿਆ ਹੈ, ਯਾਨੀ ਟਾਸਕ 1 ਮਾੜਾ ਲਿਖਿਆ ਹੈ। ਮੈਂ ਉਹਨਾਂ ਨੂੰ ਇਹੀ ਕਹਿਣਾ ਵੀ ਇਹ ਹੋ ਨਹੀਂ ਸਕਦਾ। ਤੁਸੀਂ ਬੇਸਿਕਲੀ ਇਹ ਕਹਿ ਰਹੇ ਹੋ ਕਿ ਮੇਰੇ 6.5 ਤਾਂ ਆਏ ਕਿਉਂਕਿ ਮੈਂ ਲੈਟਰ ਇੰਨਾ ਮਾੜਾ ਲਿਖਿਆ ਹੈ ਕਿ ਮੈਂ ਤਾਂ ਟਾਸਕ 2 ਤਾਂ 7 ਦਾ ਲਿਖਤਾ ਸੀ, ਬਟ ਲੈਟਰ 5.5 ਦਾ ਰਹਿ ਗਿਆ। ਮੈਂ ਇਹ ਗੱਲ ਨਹੀਂ ਮੰਨ ਸਕਦਾ ਵੀ ਕੋਈ ਬੱਚਾ ਜੋ ਟਾਸਕ 2 7 ਦੇ ਲਾਇਕ ਲਿਖ ਸਕਦਾ ਉਹ 5.5 ਤੇ ਇੱਥੇ ਰਹਿ ਜੇ। ਬੁਰੇ ਤੋਂ ਬੁਰੇ ਦਿਨ ਵੀ ਉਹ 6 ਸਕੋਰ ਕਰ ਲੂਗਾ। ਤੇ ਕੁੱਲ ਮਿਲਾ ਕੇ ਜਿਹੜਾ ਆਪਣਾ ਡਿਸਕਸ਼ਨ ਹੈ, ਇੱਥੋਂ ਆਪਾਂ ਨੂੰ ਇੱਕ ਗੱਲ ਕਲੀਅਰ ਹੋ ਜਾਂਦੀ ਹੈ, ਚਿੰਤਾ ਵੀ ਟਾਸਕ 2 ਦੀ ਜ਼ਿਆਦਾ, ਸਟ੍ਰੈਸ ਵੀ ਟਾਸਕ 2 ਦਾ ਜ਼ਿਆਦਾ, ਤੇ ਜਿਹੜੀਆਂ ਗੱਲਾਂ ਅਸੀਂ ਸਮਝਣੀਆਂ ਉਹਦੇ 'ਚ ਵੀ ਟਾਸਕ 2 ਨੂੰ ਅਸੀਂ ਮੁੱਖ ਰੱਖ ਕੇ ਚੱਲਾਂਗੇ। ਟਾਸਕ 1 ਨੂੰ ਹੁਣ ਅਸੀਂ ਕਰ ਦਿੰਦੇ ਹਾਂ ਪਾਸੇ। ਗੱਲ ਸਮਝ ਆ ਗਈ ਨਹੀਂ? ਅੱਛਾ, ਤਾਂ ਇਹ ਤਾਂ ਸੀ ਪਹਿਲੀ ਚੀਜ਼, ਵੇਟੇਜ ਆਫ ਟਾਸਕ 1 ਐਂਡ ਟਾਸਕ 2। ਹੁਣ ਜੇ ਅਸੀਂ ਇਹ ਤੈਅ ਕਰ ਹੀ ਲਿਆ ਕਿ ਸਾਨੂੰ ਟਾਸਕ 2 ਆਪਣੇ ਬੈਂਡ ਸਕੋਰ ਰਿਕੁਆਇਰਮੈਂਟ ਲੈਵਲ ਦਾ ਲਿਖਣਾ ਹੈ, ਟਾਸਕ 1 ਦੀ ਕੋਈ ਚਿੰਤਾ ਨਹੀਂ ਕਰਨੀ, ਜਿੱਦਾਂ ਦੀ ਤਿਆਰੀ ਹੋ ਰਹੀ ਹੈ, ਰੱਦੀ ਹੋ ਰਹੀ ਹੈ, ਚੰਗੀ ਹੋ ਰਹੀ ਹੈ, ਉਹਨੂੰ ਉੱਦਾਂ ਹੀ ਸਵੀਕਾਰ ਕਰ ਲੈਣਾ, ਕਿਉਂਕਿ ਉਹ ਸਾਡੇ ਸਕੋਰ 'ਤੇ ਅਸਰ ਨਹੀਂ ਪਾ ਸਕਦੀ। ਜਦੋਂ ਅਸੀਂ ਇਹ ਸਵੀਕਾਰ ਕਰ ਲਿਆ ਤੇ ਫਿਰ ਸਾਨੂੰ ਆਇਲਸ ਐਸੇ ਬਾਰੇ ਗੱਲ ਕਰਨੀ ਹੈ, ਤੇ ਐਸੇ ਬਾਰੇ ਸਭ ਤੋਂ ਜ਼ਰੂਰੀ ਗੱਲ ਕੀ ਹੁੰਦੀ ਹੈ ਜੋ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਹੈ? ਆਈਡੀਅਲ ਸਟਰਕਚਰ ਫॉर ਆਇਲਸ ਐਸੇਸ। ਮੈਨੂੰ ਇਹ ਬਹੁਤ ਹੀ ਜਾਣ ਕੇ ਕਈ ਵਾਰੀ ਮਨ ਨੂੰ ਉਦਾਸੀ ਹੁੰਦੀ ਹੈ ਕਿ ਅੱਜ ਜਦੋਂ 10 ਸਾਲ ਪਹਿਲਾਂ ਮੈਂ ਆਪਣਾ ਕਰੀਅਰ ਸਟਾਰਟ ਕੀਤਾ ਸੀ, ਜਿਹੜੇ ਮੰਦੇ ਹਾਲਾਤ ਆਇਲਸ ਟੀਚਰਸ ਤੇ ਆਇਲਸ ਇੰਸਟੀਟਿਊਟਸ ਦੇ ਸੀਗੇ, ਉਹੀ ਮੰਦੇ ਹਾਲਾਤ ਅੱਜ ਵੀ ਨੇ। ਅੱਜ ਵੀ ਬੱਚਿਆਂ ਨੂੰ ਕਿਹਾ ਜਾਂਦਾ ਜਨਰਲ ਸਟੇਟਮੈਂਟਸ ਲਿਖਣ ਲਈ, ਅੱਜ ਵੀ ਬੱਚਿਆਂ ਨੂੰ ਰਟੇ ਰਟਾਏ ਐਸੇ ਪਲਾਨ ਲਿਖਾਏ ਜਾਂਦੇ ਆ, ਅੱਜ ਵੀ ਬੱਚਿਆਂ ਨੂੰ ਜ਼ਿਆਦਾ ਪੁਆਇੰਟਸ ਲਿਖਣ ਲਈ ਕਿਹਾ ਜਾਂਦਾ ਹੈ, ਅੱਜ ਵੀ ਬੱਚਿਆਂ ਨੂੰ ਇਹ ਕਿਹਾ ਜਾਂਦਾ ਵੀ ਜ਼ਿਆਦਾ ਐਗਜ਼ਾਮਪਲ ਲਿਖੋ ਤੁਹਾਡੇ ਜ਼ਿਆਦਾ ਮਾਰਕਸ ਆਉਣਗੇ। ਅੱਜ ਵੀ ਬੱਚਿਆਂ ਨੂੰ ਕਿਹਾ ਜਾਂਦਾ ਵੀ ਇਨ ਕੰਕਲੂਜਨ ਤਾਂ ਬਹੁਤ ਸਾਦਾ ਹੈ, ਬਿਫੋਰ ਪੁਟਿੰਗ ਮਾਈ ਪੈਨਸਿਲ ਡਾਊਨ, ਬਿਫੋਰ ਪੁਟਿੰਗ ਮਾਈ ਪੈਨ ਡਾਊਨ। ਇਹ ਜੇ ਮੈਂ ਲਿਸਟ ਤੁਹਾਨੂੰ ਗਿਣਾਉਣ ਲੱਗ ਜਾਏ ਖਤਮ ਨਹੀਂ ਹੋਣ ਵਾਲੀ। ਬਟ ਆਪਾਂ ਜੋ ਚੀਜ਼ਾਂ ਨਹੀਂ ਕਰਨੀਆਂ ਉਸ ਤੋਂ ਜ਼ਿਆਦਾ ਬੈਟਰ ਹੋਊਗਾ ਜੇ ਆਪਾਂ ਡੂਜ਼ ਤੇ ਫੋਕਸ ਕਰੀਏ, ਸਾਡਾ ਫੋਕਸ ਡੂਜ਼ ਤੇ ਰਹੇ, ਤੇ ਜਿਹੜੇ ਡੋਂਟਸ ਹੈ ਉਹਨੂੰ ਓਨਾ ਕੁ ਕਵਰ ਕਰੀਏ ਜਿੰਨੀ ਕਿ ਜ਼ਰੂਰਤ ਹੈ, ਬਸ ਜਿੰਨੀ ਕਿ ਸਾਵਧਾਨੀ ਦੇ ਤੌਰ ਤੇ ਜ਼ਰੂਰਤ ਹੈ। ਠੀਕ ਹੈ ਨਾ? ਤਾਂ ਹੁਣ ਆਪਾਂ ਆਈਡੀਅਲ ਸਟਰਕਚਰ ਸਮਝਾਂਗੇ ਆਇਲਸ ਐਸੇਜ਼ ਦਾ। ਮੈਂ ਤੁਹਾਨੂੰ ਕਲਾਸ ਦੇ ਸ਼ੁਰੂ 'ਚ ਵਾਅਦਾ ਕੀਤਾ ਹੈ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਆਇਲਸ ਲੈਸਨ ਰਹੂਗਾ, ਇਹ ਮੈਂ ਲਿਖ ਕੇ ਦੇ ਸਕਦਾ ਸਟੈਂਪ ਪੇਪਰ 'ਤੇ। ਠੀਕ, ਜਿਹੜਾ ਅਗਲਾ ਪਾਰਟ ਆ ਰਿਹਾ ਇਸ ਸੈਸ਼ਨ ਦਾ ਸਭ ਤੋਂ ਇੰਪੋਰਟੈਂਟ ਪਾਰਟ ਵਿੱਚੋਂ ਇੱਕ ਹੈ, ਤਾਂ ਤੁਹਾਡਾ ਧਿਆਨ ਬਹੁਤ ਜ਼ਿਆਦਾ ਚਾਹੀਦਾ। ਇਹ ਕੈਸੇ ਹੁੰਦਾ ਕੀ ਹੈ, ਖੁਦ ਨੂੰ ਸਵਾਲ ਕਰੀਏ। ਮੈਂ ਕਹਿਣਾ ਵੀ ਜਿਹੜਾ ਇਹ ਸਵਾਲ ਹੈ ਨਾ ਕਿ ਐਸੇ ਹੁੰਦਾ ਕੀ ਹੈ, ਇਹ ਉਹੀ ਸਵਾਲ ਹੈ ਕਿ ਖਿਚੜੀ ਕੀ ਹੁੰਦੀ ਹੈ। ਜੇ ਮੈਨੂੰ ਕੋਈ ਪੁੱਛੇ ਅੰਗਰੇਜ਼ ਕਿ ਖਿਚੜੀ ਕੀ ਹੁੰਦੀ ਹੈ ਤਾਂ ਮੈਂ ਕੀ ਦੱਸੂਗਾ ਜੀ? ਖਿਚੜੀ ਇੱਕ ਚੀਜ਼, ਖਾਣ ਵਾਲੀ ਚੀਜ਼ ਹੈ ਜੋ ਇਹਨਾਂ 3-4 ਚੀਜ਼ਾਂ ਤੋਂ ਮਿਲ ਕੇ ਬਣਦੀ ਹੈ। ਤਾਂ ਇਹ ਤਾਂ ਉਹਦੇ ਇੰਗਰੀਡੀਐਂਟਸ ਹੋ ਗਏ ਵੀ ਕਿਹੜੀਆਂ ਚੀਜ਼ਾਂ ਤੋਂ ਮਿਲ ਕੇ ਬਣਦੀ ਹੈ, ਤੇ ਉਹਨੂੰ ਬਣਾਉਣ ਦਾ ਇੱਕ ਖਾਸ ਤਰੀਕਾ ਹੈ, ਇੱਕ ਪ੍ਰੋਸੈਸ ਹੈ। ਬਸ ਆਹ ਇੰਗਰੀਡੀਐਂਟ ਲੈ ਲਓ ਤੇ ਆਹ ਪ੍ਰੋਸੈਸ 'ਚੋਂ ਗੁਜ਼ਾਰ ਦਿਓ, ਬਣ ਗਈ ਖਿਚੜੀ। ਐਸੇ ਬਿਲਕੁਲ ਇਸੇ ਤਰ੍ਹਾਂ ਹੁੰਦਾ। ਐਸੇ ਲਈ ਜਿਹੜਾ ਮੈਂ ਐਗਜ਼ਾਮਪਲ ਦਿੰਦਾ ਹੁੰਦਾ, ਤੇ ਜਿਹੜੇ ਬੱਚੇ ਲੇਟ ਜੁਆਇਨ ਕਰ ਰਹੇ ਤੁਹਾਡਾ ਵੀ ਸਵਾਗਤ ਹੈ ਜੀ। ਪਲੀਜ਼ ਬੀ ਕੰਫਰਟੇਬਲ। ਕਲਾਸ ਦਾ ਕੋਈ ਵੀ ਹਿੱਸਾ ਜੇ ਲੰਘਿਆ ਤਾਂ ਉਹਦੀ ਫਿਕਰ ਨਾ ਕਰੋ, ਇਹ ਕਲਾਸ YouTube ਤੇ ਆਊਗੀ ਦੇਰ ਸਵੇਰ, ਤੁਸੀਂ ਉੱਥੋਂ ਕਵਰ ਕਰ ਪਾਓਗੇ। ਜਿਹੜਾ ਆਇਲਸ ਦੀ ਕੰਪੈਰੀਜ਼ਨ ਮੈਂ ਕਰਦਾ ਹੁੰਦਾ, ਆਇਲਸ ਐਸੇ ਦੀ, ਸੌਰੀ, ਮੈਂ ਕਹਿਣਾ ਹੁੰਦਾ ਕਿ ਐਨ ਐਸੇ ਇਜ਼ ਲਾਈਕ ਅ ਮਸ਼ੀਨ। ਇੱਕ ਐਸੇ ਜਿਹੜੀ ਹੈ ਉਹ ਇੱਕ ਮਸ਼ੀਨ ਦੀ ਤਰ੍ਹਾਂ ਹੈ। ਸਵਾਲ ਇਹ ਉੱਠਦਾ ਵੀ ਕਿਉਂ? ਦੇਖੋ, ਇੱਕ ਮਸ਼ੀਨ ਦੇ ਨਾ 3 ਗੁਣ ਹੁੰਦੇ ਆ, ਤੇ ਉਹੀ ਗੁਣ ਜਿਹੜੇ ਹੁੰਦੇ ਆ ਐਸੇ ਦੇ ਹੁੰਦੇ ਆ। ਇੱਕ ਮਸ਼ੀਨ ਕੁਝ ਹਿੱਸਿਆਂ ਤੋਂ ਮਿਲ ਕੇ ਬਣੀ ਹੁੰਦੀ ਹੈ, ਜਿਵੇਂ ਟਾਇਰ, ਫਰੇਮ, ਚੇਨ, ਪੈਡਲ। ਇਹ ਪਾਰਟਸ ਇੱਕ ਦੂਜੇ ਨਾਲ ਜੁੜੇ ਹੁੰਦੇ ਆ। ਹੈਂਡਲ ਨਾਲ ਟਾਇਰ ਜੁੜਿਆ ਹੋਇਆ, ਪੈਡਲ ਨਾਲ ਪਿਛਲਾ ਟਾਇਰ ਜੁੜਿਆ ਹੋਇਆ, ਇਹਨਾਂ ਨੂੰ ਜੋੜਦੀ ਚੇਨ ਹੈ, ਚੇਨ ਆਪਣੇ ਆਪ 'ਚ ਇੱਕ ਪਾਰਟ ਹੈ। ਗੱਲ ਸਮਝ ਆਈ? ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੀ ਰੱਖ ਰਹੀ ਹੈ ਫਰੇਮ। ਤਾਂ ਮਸ਼ੀਨ ਹੋਣ ਦੀ ਦੂਜੀ ਰਿਕੁਆਇਰਮੈਂਟ ਇਹ ਹੈ ਕਿ ਪਾਰਟਸ ਇੰਟਰਕਨੈਕਟਡ ਹੁੰਦੇ ਆ। ਦੇਖੋ, ਮਸ਼ੀਨ ਹੋਣ ਦੀ ਤੀਜੀ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਨਾ, ਉਹ ਇਹ ਹੁੰਦੀ ਹੈ ਵੀ ਕੋਈ ਵੀ ਰਿਡੰਡੈਂਸੀ ਨਾ ਹੋਵੇ। ਰਿਡੰਡੈਂਸੀ ਵਰਡ ਥੋੜਾ ਫੈਂਸੀ ਵਰਡ ਹੈ, ਲੇਕਿਨ ਇਹਦਾ ਮਤਲਬ ਹੁੰਦਾ ਹੈ
ਐਕਸਟਰਾ ਚੀਜ਼ ਨਾ ਹੋਵੇ। ਹੁਣ ਮੰਨ ਲਓ ਆ ਬੜਾ ਸੋਹਣਾ ਬਾਈਸਾਈਕਲ ਹੈ, ਆਈ ਗੈਸ ਤੁਸੀਂ ਐਗਰੀ ਕਰੋਗੇ, ਬਹੁਤ ਹੀ ਸੁੰਦਰ ਬਾਈਸਾਈਕਲ ਹੈ, ਜਿਹੜੀ ਵੀ ਕੰਪਨੀ ਨੇ ਬਣਾਇਆ ਬਹੁਤ ਵਧੀਆ ਬਣਾਇਆ, ਕਿਉਂਕਿ ਪਾਰਟਸ ਬਹੁਤ ਵਧੀਆ ਵਰਤੇ, ਉਹਨਾਂ ਨੂੰ ਜੋੜਿਆ ਬਹੁਤ ਢੰਗ ਨਾਲ ਗਿਆ, ਅਸੀਂ ਦੇਖ ਸਕਦੇ ਹਾਂ। ਲੇਕਿਨ ਮੰਨ ਲਓ ਕੰਪਨੀ ਇਹ ਡਿਸਾਈਡ ਕਰਦੀ ਹੈ ਵੀ ਆਹ ਸਾਈਕਲ ਦੇ ਨਾ ਇੱਥੇ ਆਪਾਂ ਵੈਲਡ ਕਰ ਦੇਣਾ 20 ਕਿਲੋ ਦਾ ਬੱਟਾ, ਕੀ ਇਹ ਚੰਗਾ ਸਾਈਕਲ ਰਹਿ ਜਾਊਗਾ? ਨਹੀਂ। ਤਾਂ ਆਪਾਂ ਇਹ ਜਿਹੜੀ ਮੈਂ ਕੰਪੈਰੀਜ਼ਨ ਕੀਤਾ ਇਹ ਤੋਂ ਇਹ ਐਸੇ ਬਾਰੇ ਕੀ ਸਮਝਦੇ ਹਾਂ ਕਿ ਐਸੇ ਦੇ ਕੁਝ ਖਾਸ ਹਿੱਸੇ ਹੁੰਦੇ ਆ, ਉਹਨਾਂ ਖਾਸ ਹਿੱਸਿਆਂ ਨੂੰ ਕੁਝ ਖਾਸ ਤਰੀਕਿਆਂ ਨਾਲ ਜੋੜਨਾ ਹੁੰਦਾ ਤੇ ਕੋਈ ਵੀ ਫालतू ਕੰਮ ਐਸੇ 'ਚ ਨਹੀਂ ਕਰਨੇ ਹੁੰਦੇ, ਯਾਨੀ ਉਹੀ ਡੋਂਟਸ ਨਹੀਂ ਕਰਨੇ ਹੁੰਦੇ। ਠੀਕ, ਆਪਾਂ ਇਹ ਵਾਲਾ ਲੌਜਿਕ ਲੈ ਕੇ ਚੱਲਦੇ ਹਾਂ ਤੇ ਇੱਕ ਆਇਲਸ ਦੇ ਐਸੇ ਦੇ ਸਟਰਕਚਰ ਨੂੰ ਸਮਝਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਸਟਰਕਚਰ ਸਮਝੀਏ, ਆਪਾਂ ਇੱਕ ਐਸੇ ਪੜ੍ਹ ਲੈਂਦੇ ਹਾਂ। Robots will replace teachers in the classroom in the future. Robots ਜਿਹੜੇ ਆ ਉਹ teachers ਦੀ ਜਗ੍ਹਾ ਲੈ ਲੈਣਗੇ classroom 'ਚ in the future. To what extent do you agree or disagree? ਇਹ ਐਸੇ ਟੌਪਿਕ ਮੈਂ ਇੱਥੇ ਇਸ ਕਰਕੇ ਰੱਖਿਆ ਹੋਇਆ ਤਾਂ ਕਿ ਜੋ ਵੀ ਗੱਲਾਂ ਅਸੀਂ ਕਰੀਏ ਬਾਰੇ ਸਟਰਕਚਰ ਦੇ, ਉਹਦੇ ਥੋੜ੍ਹੇ ਬਹੁਤ ਐਗਜ਼ਾਮਪਲ ਲੈ ਕੇ ਚੱਲ ਸਕੀਏ। ਮੈਂ ਥੋੜ੍ਹਾ ਬਹੁਤ ਤੁਹਾਨੂੰ ਇੱਕ ਟੌਪਿਕ ਦੇ ਥਰੂ ਦਿਖਾ ਸਕਾਂ ਵੀ ਕਿੱਥੇ ਕੀ ਹੋਣਾ ਹੈਗਾ। ਪਲੀਜ਼ ਇਹ ਨਾ ਸਮਝਿਓ ਕਿ ਮੈਂ ਤੁਹਾਨੂੰ ਐਗਰੀ ਡਿਸਐਗਰੀ ਐਸੇ ਕਰਾ ਰਿਹਾ। ਐਗਰੀ ਡਿਸਐਗਰੀ ਐਸੇ ਇਜ਼ ਨਾਟ ਸੋ ਈਜ਼ੀ, ਇਟਸ ਨਾਟ ਸੋ ਈਜ਼ੀ ਦੈਟ ਕਿ ਤੁਸੀਂ ਇੱਕ ਹੀ ਦਿਨ ਦੇ ਅੰਦਰ ਇਹਨੂੰ ਕਰ ਲਓ। ਮੈਂ ਆਨਲਾਈਨ ਕੋਰਸ ਜਿਹੜਾ ਲਾਉਣਾ ਹੁੰਦਾ ਉਹਦੇ ਅੰਦਰ ਵੀ ਅਸੀਂ ਪੂਰੇ 4 ਦਿਨ ਲਾਉਨੇ ਆ ਸਿਰਫ ਐਗਰੀ ਡਿਸਐਗਰੀ ਨੂੰ ਕਵਰ ਕਰਨ ਲਈ। ਇੱਕ ਇੱਦਾਂ ਦਾ ਐਸੇ ਹੈ ਜਿਹਦੇ ਬਹੁਤ ਸਾਰੇ ਐਸਪੈਕਟਸ ਹੈ ਤੇ ਕਾਫੀ ਮਿਹਨਤ ਬਾਅਦ ਸਮਝ ਆਉਂਦਾ। ਮੈਂ ਰੈਂਡਮਲੀ ਇੱਕ ਐਸੇ ਚੁਣਿਆ ਹੋਇਆ ਤਾਂ ਕਿ ਆਪਾਂ ਸਟਰਕਚਰ ਨੂੰ ਸਮਝ ਸਕੀਏ। ਆਪਣਾ ਜਿਹੜਾ ਮੁੱਖ ਮੁੱਦਾ ਇੱਥੇ ਉਹ ਸਟਰਕਚਰ। ਤਾਂ ਆਪਾਂ ਪੈਰਾਗ੍ਰਾਫ ਦਰ ਪੈਰਾਗ੍ਰਾਫ ਚੱਲਦੇ ਹਾਂ। ਅੱਛਾ, ਇਸ ਜੋ ਸਟਰਕਚਰ ਸਮਝਾਉਣ ਦਾ ਮੇਰਾ ਗੋਲ ਕੀ ਹੈ? ਦੇਖੋ, ਮੇਰਾ ਗੋਲ ਇਹ ਹੈ ਵੀ ਤੁਹਾਨੂੰ ਇਹ ਸਮਝਾ ਦੇਣਾ ਵੀ ਇੱਕ ਐਸੇ ਇਜ਼ ਲਾਈਕ ਅ ਮਸ਼ੀਨ। ਕਿੱਦਾਂ? ਤਾਂ ਸ਼ੁਰੂ ਕਰਦੇ ਹਾਂ ਜੀ। ਦੇਖੋ, ਸਭ ਤੋਂ ਪਹਿਲਾਂ ਜੇ ਐਸੇ ਨੂੰ ਲਿਖਣ ਲੱਗੇ ਜਿਹੜਾ ਪੈਰਾਗ੍ਰਾਫ ਅਸੀਂ ਲਿਖਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਇੰਟਰੋਡਕਸ਼ਨ। ਇੰਟਰੋਡਕਸ਼ਨ ਕਿਉਂ? ਕਿਉਂਕਿ ਅਸੀਂ ਕਿਸੇ ਚੀਜ਼ ਨੂੰ ਇੰਟਰੋਡਿਊਸ ਕਰਾ ਰਹੇ ਹੁੰਦੇ ਹਾਂ। ਤੁਹਾਡੇ ਨਾਲ ਤੁਹਾਡਾ ਇੱਕ ਦੋਸਤ ਹੈ ਜਿਹਨੂੰ ਤੁਸੀਂ ਕਿਤੇ ਲੈ ਕੇ ਗਏ, ਉੱਥੇ ਤੁਹਾਡਾ ਕੋਈ ਹੋਰ ਇਨਕੁਇੰਟੈਂਸ ਟੱਕਰਿਆ ਤਾਂ ਤੁਸੀਂ ਆਪਣੇ ਦੋਸਤ ਨੂੰ ਇੰਟਰੋਡਿਊਸ ਕਰਾਉਂਦੇ ਹੋ, ਪਹਿਲੀ ਵਾਰ ਪੇਸ਼ ਕਰਾਉਂਦੇ ਹੋ। ਇਹਦੇ ਅੰਦਰ ਦੋ ਚੀਜ਼ਾਂ ਪਹਿਲੀ ਵਾਰ ਪੇਸ਼ ਕਰਨੀਆਂ ਹੁੰਦੀਆਂ। ਟੌਪਿਕ, ਯਾਨੀ ਕਿ ਪੜ੍ਹਨ ਵਾਲੇ ਨੂੰ ਇਹ ਪਤਾ ਲੱਗ ਜੇ ਮੁੱਦਾ ਕੀ ਹੈ, ਤੇ ਦੂਸਰਾ ਪੋਜੀਸ਼ਨ, ਪੜ੍ਹਨ ਵਾਲੇ ਨੂੰ ਇਹ ਪਤਾ ਲੱਗ ਜੇ ਵੀ ਇਸ ਵਿਸ਼ੇ ਤੇ ਤੁਹਾਡੀ ਰਾਏ ਕੀ ਹੈ। ਟੌਪਿਕ ਜਦੋਂ ਲਿਖਣਾ ਹੈ ਤਾਂ ਕਾਪੀ ਪੇਸਟ ਨਹੀਂ ਮਾਰਨਾ ਉੱਪਰੋਂ, ਉਹਨੂੰ ਆਪਾਂ ਕਹਿ ਦਿੰਦੇ ਹਾਂ ਪੈਰਾਫਰੇਜ਼ ਕਰਨਾ, ਬਦਲ ਕੇ ਲਿਖਣਾ ਹੈ। 2-4 ਸ਼ਬਦ ਬਦਲ ਦਿਓ ਇੱਥੇ, ਠੀਕ ਹੈ, ਆਪਣੀ ਭਾਸ਼ਾ 'ਚ ਉਹਨੂੰ ਲਿਖੋ। ਪੋਜੀਸ਼ਨ ਜਦੋਂ ਲਿਖਣੀ ਹੈ ਤਾਂ ਕਲੀਅਰ ਹੋਣੀ ਚਾਹੀਦੀ ਹੈ, ਯਾਨੀ ਕਿ ਜੇ ਉਹਨਾਂ ਨੇ ਪੁੱਛਿਆ ਡੂ ਯੂ ਐਗਰੀ ਔਰ ਡਿਸਐਗਰੀ ਤਾਂ ਸਪਸ਼ਟ ਸ਼ਬਦਾਂ 'ਚ ਇਹ ਕਿਹਾ ਜਾਵੇ ਆਈ ਕੰਪਲੀਟਲੀ ਐਗਰੀ ਵਿਦ ਦਿਸ, ਆਈ ਕੰਪਲੀਟਲੀ ਡਿਸਐਗਰੀ ਵਿਦ ਦਿਸ। ਇਹ ਨਾ ਕਿਹਾ ਜਾਵੇ ਜੀ ਮੈਂ ਆਈ ਪਾਰਸ਼ਲੀ ਐਗਰੀ ਵਿਦ ਦਿਸ, ਆਈ ਪਾਰਸ਼ਲੀ ਡਿਸਐਗਰੀ। ਇਹ ਤਾਂ ਮਾਰਕਸ ਘਟਾਉਣ ਦੇ ਤਰੀਕੇ ਹੈ। ਕਿਉਂ? ਪਾਰਸ਼ਲ ਦਾ ਤਾਂ ਮਤਲਬ 10% ਐਗਰੀ ਵੀ ਹੋ ਸਕਦਾ, 90% ਐਗਰੀ ਵੀ ਹੋ ਸਕਦਾ, ਦੋਨੇ ਸੇਮ ਚੀਜ਼ਾਂ ਨਹੀਂ ਹੈ। ਤਾਂ ਪੋਜੀਸ਼ਨ ਨੂੰ ਕਲੀਅਰ ਲਿਖਣਾ। ਅਨਫੋਰਚੂਨੇਟਲੀ ਅੱਜ ਦਾ ਸਾਡਾ ਇਹ ਵਿਸ਼ਾ ਨਹੀਂ ਹੈ, ਲੇਕਿਨ ਆਈ ਹੋਪ ਤੁਹਾਨੂੰ ਥੋੜਾ ਸਮਝ ਆ ਗਿਆ ਹੋਣਾ ਕਲੀਅਰ ਪੋਜੀਸ਼ਨ ਦਾ ਕੀ ਮਤਲਬ ਹੁੰਦਾ। ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਇੰਟਰਸਟਿੰਗ ਪਾਰਟ। MVP 1 ਐਂਡ MVP 2, ਇਹਨਾਂ ਦੀ ਗਿਣਤੀ 3 ਵੀ ਹੋ ਸਕਦੀ ਹੈ, ਯਾਦ ਰਹੇ। ਮੇਨ ਬੋਡੀ ਪੈਰਾਗ੍ਰਾਫ 1, ਮੇਨ ਬੋਡੀ ਪੈਰਾਗ੍ਰਾਫ 2, ਲਾਸਟ ਪੈਰਾਗ੍ਰਾਫ ਕੰਕਲੂਜਨ ਹੁੰਦਾ। ਮੈਂ ਟੋਟਲ ਲਿਖ ਵੀ ਦੇਣਾ, ਥੋੜਾ ਜਿਹਾ ਤੁਹਾਨੂੰ ਸਾਈਜ਼ ਦਾ ਅੰਦਾਜ਼ਾ ਵੀ ਦੇ ਦੇਣਾ। ਲਗਭਗ 30 ਵਰਡਸ ਦੇ ਅਰਾਊਂਡ, ਲਗਭਗ 30 ਵਰਡਸ ਦੇ ਅਰਾਊਂਡ, 100 ਵਰਡਸ ਦੇ ਅਰਾਊਂਡ। ਅੱਛਾ, ਹੁਣ ਇੰਟਰਸਟਿੰਗ ਪਾਰਟ ਇਹ ਹੈ ਕਿ ਮੇਨ ਬੋਡੀ ਪੈਰਾਗ੍ਰਾਫਸ ਜਿਹੜੇ ਹੈ ਉਹ ਇੱਕ ਚੱਕੇ ਦੀ ਤਰ੍ਹਾਂ ਹੁੰਦੇ ਆ, ਜਿਵੇਂ ਇੱਕ ਸਾਈਕਲ ਦਾ ਪਹਿਲਾ ਚੱਕਾ, ਵੀਲ 1 ਤੇ ਵੀਲ 2। ਤੇ ਮੈਂ ਕਹਿਣਾ ਹੁੰਦਾ ਕਿ ਜਿਹੜੀ ਪੋਜੀਸ਼ਨ ਹੈ ਨਾ ਇਹ ਪੈਡਲ ਦੀ ਤਰ੍ਹਾਂ ਹੁੰਦੀ ਹੈ। ਮੈਨੂੰ ਇਹ ਦੱਸੋ ਵੀ ਜੇ ਆਹ ਸਾਈਕਲ ਹੈ, ਇਹਦਾ ਪੈਡਲ ਅੱਗੇ ਨੂੰ ਮਾਰਿਆ ਜਾਵੇ, ਪਿਛਲਾ ਚੱਕਾ ਅੱਗੇ ਨੂੰ ਘੁੰਮੇ ਲੇਕਿਨ ਅਗਲਾ ਚੱਕਾ ਪਿੱਛੇ ਨੂੰ ਘੁੰਮੇ ਤਾਂ ਇਹ ਸਾਈਕਲ ਚੱਲੂਗਾ? ਨਹੀਂ। ਜੇਕਰ ਇਹਦਾ ਪੈਡਲ ਅੱਗੇ ਨੂੰ ਮਾਰਿਆ ਜਾ ਰਿਹਾ, ਦੋਨੋਂ ਚੱਕੇ ਪਿੱਛੇ ਨੂੰ ਘੁੰਮ ਰਹੇ ਆ, ਕੀ ਇਹ ਸਾਈਕਲ ਚੱਲੂਗਾ? ਨਹੀਂ। ਇਹ ਸਾਈਕਲ ਸਿਰਫ ਤਾਂ ਹੀ ਚੱਲੂਗਾ ਜਦੋਂ ਪੈਡਲ ਅੱਗੇ ਨੂੰ ਮਾਰਿਆ ਜਾਵੇ ਤੇ ਅੱਗੇ ਨੂੰ ਚੱਲੇ। ਤੇ ਜੇ ਕੋਈ ਐਕਸਪਰਟ ਬੰਦਾ ਹੈ ਤਾਂ ਸ਼ਾਇਦ ਪੈਡਲ ਪਿੱਛੇ ਨੂੰ ਮਾਰਿਆ ਜਾਵੇ ਤੇ ਪਿੱਛੇ ਨੂੰ ਚੱਲੇ, ਲੇਕਿਨ ਜਿੱਧਰ ਨੂੰ ਪੈਡਲ ਚੱਲ ਰਿਹਾ ਉਧਰ ਨੂੰ ਚੱਕਾ ਚੱਲਣਾ ਚਾਹੀਦਾ। ਇਹ ਕਨਸੈਪਟ ਨੂੰ ਆਪਾਂ ਕਹਿੰਦੇ ਆ ਪੋਜੀਸ਼ਨ, MVP, ਕੰਸਿਸਟੈਂਸੀ। ਇਹ ਬਹੁਤ ਹੀ ਜ਼ਰੂਰੀ ਚੀਜ਼ ਹੁੰਦੀ ਹੈ ਕੈਸੇ ਦੇ ਅੰਦਰ। ਇਹਨੂੰ ਜੇ ਤੁਸੀਂ ਫੋਲੋ ਨਹੀਂ ਕਰ ਪਾਉਂਦੇ ਤਾਂ ਤੁਸੀਂ ਇੱਕ ਵਧੀਆ ਸਕੋਰ ਦੀ ਉਮੀਦ ਨਹੀਂ ਕਰ ਸਕਦੇ। ਆਈ ਵੁੱਡ ਈਵਨ ਸੇ ਤੁਹਾਡੇ 6 ਸਕੋਰ ਕਰਨ ਦੇ ਚਾਂਸਸ ਵੀ ਘੱਟ ਜਾਂਦੇ, 7 ਦੂਰ ਦੀ ਗੱਲ ਹੈ।
ਤਾਂ ਕੀ ਮਤਲਬ ਹੈ ਇਹਦਾ? ਮੰਨ ਲਓ ਕਿਸੇ ਬੱਚੇ ਨੇ ਇਹ ਕਿਹਾ ਕਿ ਮੈਂ ਇਹਦੇ ਨਾਲ ਡਿਸਐਗਰੀ ਕਰਦਾ, ਖੁਦ ਨੂੰ ਸਵਾਲ ਕਰੋ। ਆ ਜਿਹੜਾ ਉੱਪਰ ਵਾਲਾ ਐਸੇ ਹੈ, ਡਿਸਐਗਰੀ ਦਾ ਮਤਲਬ ਕੀ ਹੈ ਕਿ ਰੋਬੋਟਸ ਨਹੀਂ ਰਿਪਲੇਸ ਕਰਨਗੇ, ਰੋਬੋਟ ਜਗ੍ਹਾ ਨਹੀਂ ਲੈ ਸਕਦੇ। ਜੇਕਰ ਮੈਂ ਇਹ ਦੱਸਣਾ ਚਾਹੁੰਦਾ ਵੀ ਰੋਬੋਟ ਟੀਚਰ ਦੀ ਜਗ੍ਹਾ ਨਹੀਂ ਲੈ ਪਾਉਣਗੇ, ਤਾਂ ਆਬਵੀਅਸਲੀ ਮੈਂ ਰੋਬੋਟਸ ਦੀਆਂ ਕਮੀਆਂ ਦੱਸੂਗਾ, ਕਮੀਆਂ ਹੀ ਦੱਸੂਗਾ। ਤਾਂ ਇੱਥੇ ਮੈਂ ਰੋਬੋਟਸ ਦੀਆਂ ਕਮੀਆਂ ਦੱਸਣੀਆਂ, ਡਰਾਬੈਕਸ ਆਫ ਰੋਬੋਟਸ, ਯਾਨੀ ਮੇਰੇ ਪੁਆਇੰਟਸ ਵੀ ਡਿਸਐਗਰੀ ਵਾਲੇ ਹੋਣੇ ਚਾਹੀਦੇ ਹੈ। ਸਾਨੂੰ ਇਹ ਗਲਤ ਸਲਾਹ ਦੇ ਦਿੱਤੀ ਜਾਂਦੀ ਹੈ, ਕਿੱਡੀ ਮੰਦਭਾਗੀ ਗੱਲ ਹੈ ਕਿ ਆਇਲਸ ਦੀ ਫੀਲਡ ਇੰਨੀ ਜ਼ਿਆਦਾ ਪ੍ਰੋਫੈਸ਼ਨਲ ਹੋ ਚੁੱਕੀ ਹੈ, ਲੇਕਿਨ ਸਾਡੇ ਟੀਚਰ ਸਾਨੂੰ ਕਹਿੰਦੇ ਐਗਰੀ ਕਰੋ, ਫਿਰ 2 ਪੈਰਾਗ੍ਰਾਫ, ਇੱਕ ਡਿਸਐਗਰੀ ਦਾ ਬਣਾ ਦਿਓ, ਇੱਕ ਐਗਰੀ ਦਾ ਬਣਾ ਦਿਓ। ਕਈ ਟੀਚਰ ਕਹਿੰਦੇ 3 ਪੈਰਾਗ੍ਰਾਫ ਬਣਾਓ, ਉਹਦੇ 'ਚ ਕੁਝ ਗਲਤ ਨਹੀਂ ਹੈ, ਲੇਕਿਨ 2 ਡਿਸਐਗਰੀ ਦੇ, 1 ਐਗਰੀ ਦਾ, ਇਹ ਕੰਮ ਨਹੀਂ ਕਰਨਾ। ਆਪਦੇ ਪੈਰ ਤੇ ਆਪ ਕਹਾੜੀ ਮਾਰਨੀ ਹੈ ਤਾਂ ਕਰ ਲਓ, ਅਦਰਵਾਈਜ਼ ਨਾ ਕਰੇ, ਠੀਕ। ਅੱਛਾ, ਵੀਲ 1 ਵੀਲ 2, ਇਹਨੂੰ ਮੈਂ ਇੱਕ ਹੋਰ ਚੀਜ਼ ਵੀ ਕਹਿ ਦਿੰਦਾ ਹੁੰਦਾ, ਜੇ ਇੱਦਾਂ ਨਹੀਂ ਸਮਝ ਆ ਰਿਹਾ ਤਾਂ ਪ੍ਰੋਮਿਸ। ਜਦੋਂ ਤੁਸੀਂ ਆਪਣੀ ਪੋਜੀਸ਼ਨ ਲਿਖਦੇ ਹੋ ਤਾਂ ਐਗਜ਼ਾਮੀਨਰ ਨੂੰ ਇੱਕ ਵਾਅਦਾ ਕਰਦੇ ਹੋ, ਠੀਕ ਹੈ, ਉਹ ਵਾਅਦੇ ਨੂੰ ਨਿਭਾਉਣਾ ਵੀ ਹੁੰਦਾ ਹੈ। ਅਦਰਵਾਈਜ਼ ਐਗਜ਼ਾਮੀਨਰ ਕਹੂਗਾ ਵੀ ਤੁਸੀਂ ਤਾਂ ਬੜੇ ਦੋਗਲੇ ਨਿਕਲੇ, ਤੁਸੀਂ ਗੱਲ ਕੁਛ ਕੀਤੀ ਤੇ ਕਰਕੇ ਕੁਛ ਦਿਖਾਤਾ। ਤਾਂ ਇਹ ਗੱਲ ਨੂੰ ਦਿਮਾਗ 'ਚ ਚੰਗੀ ਤਰ੍ਹਾਂ ਬਿਠਾ ਲੈਣਾ ਕਿ ਪੋਜੀਸ਼ਨ ਲਿਖਣੀ ਜ਼ਰੂਰੀ ਹੈ ਤੇ ਪੋਜੀਸ਼ਨ ਦੇ ਅਨੁਸਾਰ ਹੀ ਮੇਨ ਬੋਡੀ ਪੈਰਾਗ੍ਰਾਫ ਹੋਣੇ ਚਾਹੀਦੇ ਹੈ। ਇੱਕ ਲਾਸਟ ਜੇ ਮੈਂ ਤੁਹਾਨੂੰ ਤੁਹਾਡੇ ਦਿਮਾਗ 'ਚ ਐਗਜ਼ਾਮਪਲ ਦੇਵਾਂ ਤਾਂ ਮੈਂ ਇਹ ਵੀ ਕਹਿਣਾ ਹੁੰਦਾ ਕਿ ਪੋਜੀਸ਼ਨ ਜਿਹੜੀ ਹੈ, ਇੱਕ ਜਿਵੇਂ ਕਹਿੰਦੇ ਹੁੰਦੇ ਨਾ ਕਿ ਵੀ ਉਹ ਕਰਨ ਅਰਜੁਨ ਮੂਵੀ ਸੀਗੀ, ਉਹਦੇ ਅੰਦਰ ਉਹਨਾਂ ਦੀ ਡੈਥ ਹੋ ਜਾਂਦੀ ਹੈ, ਸ਼ਾਇਦ ਉਹਦੇ ਫਾਦਰ ਨੂੰ ਮਾਰ ਦਿੰਦੇ, ਸ਼ਾਇਦ ਉਹਨਾਂ ਨੂੰ ਹੀ ਮਾਰ ਦਿੰਦੇ, ਤੇ ਉਹਦੇ ਮਾਂ ਨੂੰ ਬੜਾ ਅਪਮਾਨਿਤ ਕਰਦੇ ਆ, ਤੇ ਫਿਰ ਕਰਨ ਅਰਜੁਨ ਦੁਬਾਰਾ ਜਨਮ ਲੈਂਦੇ ਆ ਬਦਲਾ ਲੈਣ ਲਈ। ਮੈਂ ਇਹਨਾਂ ਨੂੰ ਕਰਨ ਅਰਜੁਨ ਵੀ ਕਹਿਣਾ ਹੁੰਦਾ ਕਿਉਂਕਿ ਇਹ ਖਾਸ ਮਕਸਦ ਨਾਲ ਹੀ ਪੈਦਾ ਹੋਏ ਹੁੰਦੇ ਆ। ਜਿਵੇਂ ਕਰਨ ਅਰਜੁਨ ਇੱਕ ਖਾਸ ਮਕਸਦ ਲੈ ਕੇ ਪੈਦਾ ਹੋਏ ਸੀਗੇ, ਮੇਨ ਬੋਡੀ ਪੈਰਾਗ੍ਰਾਫ ਵੀ ਇੱਕੋ ਹੀ ਮਕਸਦ, ਇੱਕੋ ਹੀ ਸੌਗੰਧ ਲੈ ਕੇ ਪੈਦਾ ਹੋਏ ਹੁੰਦੇ ਆ ਕਿ ਪੋਜੀਸ਼ਨ ਸਿੱਧ ਕਰਨੀ ਹੈ। ਕਲੀਅਰ ਹੋ ਗਈ ਗੱਲ? ਇਦੋਂ ਬਾਅਦ ਜੇ ਦਿਮਾਗ 'ਚ ਨਹੀਂ ਬੜੀ ਤੇ ਫਿਰ ਨਹੀਂ ਬਣਨੀ, ਠੀਕ। ਅੱਛਾ, ਮੈਂ ਨਾ ਚੈਟ ਨਹੀਂ ਦੇਖ ਰਿਹਾ, ਠੀਕ, ਮੈਂ ਨਹੀਂ ਦੇਖੂੰਗਾ ਚੈਟ। ਉਹਦਾ ਕਾਰਨ ਇਹ ਹੈ ਕਿ ਮੈਂ ਫਲੋ 'ਚ ਚੱਲਣਾ ਚਾਹੁੰਦਾ। ਤੁਹਾਡੇ ਜੋ ਵੀ ਸਵਾਲ ਹੈ ਨਾ, ਨੋਟਬੁੱਕ ਆਪਦੇ ਕੋਲੇ ਰੱਖੋ, ਨੋਟ ਕਰਦੇ ਰਹੋ। ਐਂਡ 'ਚ ਆਪਾਂ ਡਾਊਟ ਕਲੀਅਰੈਂਸ ਕਰਾਂਗੇ, ਫਿਰ ਉਹਦੇ 'ਚ ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਊਂਗਾ, ਠੀਕ। ਅੱਛਾ, ਤਾਂ ਹਾਲੇ ਆਪਾਂ ਮੇਨ ਬੋਡੀ ਪੈਰਾਗ੍ਰਾਫ ਦਾ ਸਟਰਕਚਰ ਨਹੀਂ ਦੇਖਿਆ, ਉਹ ਬਾਅਦ 'ਚ ਦੇਖਦੇ ਹਾਂ। ਆਹ ਚੀਜ਼ ਨੂੰ ਬਹੁਤ ਧਿਆਨ ਨਾਲ ਸਮਝੋ, ਕੰਸਿਸਟੈਂਸੀ ਦੀ ਕੰਸੈਪਟ, ਕਿਉਂਕਿ ਇਸ ਤੇ ਐਸੇ ਦਾ ਇੱਕ ਬਹੁਤ ਵੱਡਾ ਇੰਪੋਰਟੈਂਟ ਹਿੱਸਾ ਹੋਰ ਵੀ ਜੁੜਿਆ ਹੋਇਆ, ਬਾਅਦ 'ਚ ਉਹਦੀ ਗੱਲ ਕਰਦੇ ਹਾਂ। ਅੱਛਾ, ਪਰ ਪੈਰਾਗ੍ਰਾਫ ਕਿੰਨੇ ਪੁਆਇੰਟ ਲਿਖਣੇ ਚਾਹੀਦੇ ਹੈ, ਡਿਪੈਂਡ ਕਰਦਾ। 1 ਪੁਆਇੰਟ ਵੀ ਲਿਖਿਆ ਜਾ ਸਕਦਾ, 2 ਵੀ ਲਿਖੇ ਜਾ ਸਕਦੇ, 2 ਤੋਂ ਜ਼ਿਆਦਾ ਨਹੀਂ ਲਿਖਣੇ ਹੁੰਦੇ। ਕਿਉਂ ਨਹੀਂ ਲਿਖਣੇ ਹੁੰਦੇ ਉਹ ਮੈਂ ਤੁਹਾਨੂੰ ਥੋੜੀ ਦੇਰ ਤੱਕ ਸਮਝਾਊਂਗਾ। ਕੰਕਲੂਜਨ, ਪਹਿਲੀ ਗੱਲ ਤਾਂ ਜਦੋਂ ਕੰਕਲੂਜਨ ਸਟਾਰਟ ਕਰਦੇ ਹੋ, ਕਿਰਪਾ ਕਰਕੇ ਇਨ ਕੰਕਲੂਜਨ ਨਾਲ ਕਰਿਆ ਕਰੋ, ਪੁੱਠੇ ਪੰਗੇ ਨਾ ਲਿਆ ਕਰੋ। ਇਹ ਨਾ ਲਿਖੋ ਬਿਫੋਰ ਪੁਟਿੰਗ ਮਾਈ ਪੈਨ ਡਾਊਨ, ਬਿਫੋਰ ਪੁਟਿੰਗ ਮਾਈ ਪੈਨਸਲ ਡਾਊਨ। ਕਿਰਪਾ ਕਰਕੇ ਐਗਜ਼ਾਮੀਨਰ ਨੂੰ ਮੌਕਾ ਨਾ ਦਿਓ ਤੁਹਾਡੇ ਮਾਰਕਸ ਕੱਟਣ ਦਾ। ਮਾਰਕਸ ਕਿਉਂ ਕੱਟਦੇ ਆ? ਇਨ ਕੰਕਲੂਜਨ ਇੱਕ ਲਿੰਕਿੰਗ ਵਰਡ ਹੈ, ਇਨ ਕੰਪੈਂਡੀਅਮ ਇੱਕ ਲਿੰਕਿੰਗ ਵਰਡ ਨਹੀਂ ਹੈ, ਬਿਫੋਰ ਪੁਟਿੰਗ ਮਾਈ ਪੈਨ ਡਾਊਨ ਇੱਕ ਲਿੰਕਿੰਗ ਐਕਸਪ੍ਰੈਸ਼ਨ ਨਹੀਂ ਹੈ। ਇੰਗਲਿਸ਼ ਦੇ ਅੰਦਰ ਇਹਨਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ, ਨਹੀਂ ਮੰਨਿਆ ਜਾਂਦਾ ਚੰਗੇ ਐਕਸਪ੍ਰੈਸ਼ਨ। ਤੇ ਹੈਰਾਨੀ ਦੀ ਗੱਲ ਪਤਾ ਕੀ ਹੈ, ਤੁਹਾਨੂੰ ਕੋਈ ਵੀ ਨਹੀਂ ਦੱਸੂਗਾ। ਜਿੰਨਾ ਟੀਚਰ ਨੇ ਆਪਣੇ, ਮੈਂ ਕਹਿੰਦਾ ਉਹਨਾਂ ਵੀ ਪੜ੍ਹਾਕੇ ਵੇਚਣੇ ਹੁੰਦੇ ਆ, ਕਿਉਂਕਿ ਅਸਲ 'ਚ ਪੜ੍ਹਾਕੇ ਹੀ ਹੁੰਦੇ ਆ ਸ਼ੁਰਲੀਆਂ ਵੀ ਆਹ ਇਨ ਕੰਕਲੂਜਨ ਨਾ ਲਾਓ ਜੀ, ਤੁਸੀਂ ਆਹ ਰੰਗ ਬਿਰੰਗਾ ਅਨਾਰ ਲੈ ਕੇ ਜਾਓ, ਇਹਨੂੰ ਚਲਾਓ, ਐਗਜ਼ਾਮੀਨਰ ਖੁਸ਼ ਹੋ ਜਾਊਗਾ। ਉਹ ਤੁਹਾਨੂੰ ਇਹ ਨਹੀਂ ਦੱਸਣਗੇ ਟੀਚਰਸ ਵੀ ਲਿੰਕਿੰਗ ਵਰਡ ਦੇ ਮਾਰਕਸ ਵੋਕੈਬਲਰੀ 'ਚ ਜੁੜਦੇ ਹੀ ਨਹੀਂ ਹੈਗੇ। ਤਾਂ ਜੇ ਤੁਸੀਂ ਇੱਥੇ ਵਧੀਆ ਵਰਡ ਲਿਖ ਵੀ ਬੈਠੇ, ਉਹਦੇ ਵੀ ਕੋਈ ਮਾਰਕਸ ਨਹੀਂ ਮਿਲ ਰਹੇ, ਤਾਂ ਕਿਉਂ ਰਿਸਕ ਲੈਣਾ? ਇਨ ਕੰਕਲੂਜਨ ਇੱਕ ਇੱਦਾਂ ਦਾ ਲਿੰਕਿੰਗ ਵਰਡ ਹੁੰਦਾ ਹੈ ਜੋ ਸਾਰੇ ਐਸੇ ਟੌਪਿਕਸ 'ਚ ਯੂਜ਼ ਹੋ ਸਕਦਾ ਹੈ, ਆਲ ਐਸੇ ਟਾਈਪਸ ਦੇ ਅੰਦਰ। ਮੈਂ ਉਮੀਦ ਕਰਦਾ ਟਾਈਪਸ ਤੁਹਾਨੂੰ ਆਲਰੇਡੀ ਪਤਾ ਹੋਣਗੀਆਂ, ਐਗਰੀ, ਡਿਸਐਗਰੀ, ਡਿਸਕਸ਼ਨ ਐਸੇ, ਪ੍ਰੋਬਲਮ ਸੋਲਿਊਸ਼ਨ ਐਸੇ, ਐਡਵਾਂਟੇਜ, ਡਿਸਐਡਵਾਂਟੇਜ। ਇਸ ਤੋਂ ਇਲਾਵਾ ਕੁਝ ਹਾਈਬ੍ਰਿਡ ਐਸੇਜ਼ ਹੁੰਦੇ। ਅੱਛਾ, ਤਾਂ ਇਨ ਕੰਕਲੂਜਨ ਹਮੇਸ਼ਾ ਆਪਣੀ ਪੋਜੀਸ਼ਨ ਨੂੰ ਰੀਸਟੇਟ ਕਰੋ, ਦੁਬਾਰਾ ਲਿਖੋ। ਉਸ ਤੋਂ ਬਾਅਦ ਬਿਕੋਜ਼ ਲਾਓ, ਤੇ ਬਿਕੋਜ਼ ਤੋਂ ਬਾਅਦ ਪੁਆਇੰਟਸ ਦੀ ਸਮਰੀ ਕਰ ਦਿਓ। ਇਹ ਮੈਂ ਤੁਹਾਨੂੰ ਪੂਰੀ ਕੰਕਲੂਜਨ ਬੋਲ ਕੇ ਦਿਖਾਉਣਾ, ਫਿਰ ਦੇਖਿਓ ਤੁਹਾਨੂੰ ਸਮਝ ਆਉਂਦੀ। ਅੱਛਾ, ਮੰਨ ਲਓ ਆਪਾਂ ਡਿਸਐਗਰੀ ਕੀਤਾ, ਕਿਉਂ ਡਿਸਐਗਰੀ ਕੀਤਾ? ਇੱਕ ਤਾਂ ਮੰਨ ਲਓ ਰੋਬੋਟ ਡਿਸਿਪਲਿਨ ਨਹੀਂ ਬਣਾ ਪਾਉਣਗੇ, ਇੱਕ ਰੋਬੋਟਸ ਦੇ ਅੰਦਰ ਇਮੋਸ਼ਨਸ ਨਹੀਂ ਹੈ। मेरा कंक्लूजन की होगा, in conclusion, I do not think robots will be able to replace teachers in the classroom because they would not be able to discipline children and they lack ability to emotionally connect, full stop। ਤੇ ਇੱਥੇ ਹੋ ਗਿਆ ਪਰਫੈਕਟ ਕੰਮ। ਇਸ ਸਮੇਂ ਜੋ ਤੁਸੀਂ ਆਪਣੇ ਅੱਖਾਂ ਦੇ ਸਾਹਮਣੇ ਦੇਖ ਰਹੇ ਹੋ, ਇੱਕ ਪਰਫੈਕਟ ਢਾਂਚਾ ਹੈ। ਇਹਦੇ ਅੰਦਰ ਹਜੇ ਮੇਨ ਬੋਡੀ ਪੈਰਾਗ੍ਰਾਫ ਤੇ ਅਸੀਂ ਅਗਲੇ ਪੇਜ ਤੇ ਜਾ ਕੇ ਹੋਰ ਵੀ ਵਿਸਤਾਰ ਕਰਾਂਗੇ। ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਆਪਣਾ ਸਟਰਕਚਰ ਦਾ ਡਿਸਕਸ਼ਨ ਕੰਪਲੀਟ ਹੋ ਗਿਆ।
ठीक। ਲੇਕਿਨ ਉਸ ਤੋਂ ਪਹਿਲਾਂ ਮੈਂ ਜ਼ਰੂਰੀ ਗੱਲ ਕਰਨਾ ਚਾਹੁੰਦਾ, ਮੈਂ ਕਿਹਾ ਸੀ ਵੀ ਆਪਾਂ 1 ਮਿੰਟ ਥੋੜਾ ਜਿਹਾ ਟਾਈਮ ਡੋਂਟਸ ਤੇ ਵੀ ਲਾਵਾਂਗੇ। ਡੋਂਟਸ ਕਿਹੜੇ ਨੇ ਇਹਨਾਂ ਨੂੰ ਮੈਂ ਲਾਲ ਚ ਲਿਖ ਰਿਹਾ, ਬਾਅਦ ਚ ਜਦੋਂ ਪੀਡੀਐਫ ਦੇਖੋਗੇ ਕਿਰਪਾ ਕਰਕੇ ਇਹ ਨਾ ਸਮਝਿਓ ਵੀ ਹਰਦੇਵ ਸਰ ਨੇ ਕਿਹਾ ਇਹ ਕਰਨਾ, ਇਹ ਨਹੀਂ ਕਰਨਾ ਜੋ ਕੁਝ ਲਾਲ ਚ ਹੈ। ਸਾਨੂੰ ਟੀਚਰ ਕਹਿ ਦਿੰਦੇ ਜੀ ਜਨਰਲ ਸਟੇਟਮੈਂਟ ਲਿਖੋ, ਗਲਤ। ਸਾਨੂੰ ਟੀਚਰ ਕਹਿ ਦਿੰਦੇ ਆ ਇੱਥੇ ਐਸੇ ਪਲਾਨ ਲਿਖੋ, ਉਹ ਕੀ ਹੁੰਦਾ ਉਹ ਵੀ ਮੈਂ ਤੁਹਾਨੂੰ ਦੱਸੂਗਾ ਤੇ ਗਲਤ ਕਿਉਂ ਆ ਵੀ ਦੱਸੂਗਾ। ਤੀਸਰੀ ਗਲਤੀ ਸਾਨੂੰ ਟੀਚਰ ਕਹਿ ਦਿੰਦੇ ਆ ਕਿ ਜਾਂਦੇ ਜਾਂਦੇ ਫਿਊਚਰ ਬਾਰੇ ਕੋਈ ਗੱਲ ਕਰ ਜੋ, ਫਿਊਚਰ ਆਊਟਲੁੱਕ। ਦੇਖੋ ਜਨਰਲ ਸਟੇਟਮੈਂਟ ਕਿਉਂ ਗਲਤ ਹੁੰਦੀ ਹੈ, ਤੁਹਾਡੇ ਕੋਲ ਸਿਰਫ 250 ਵਰਡ ਹੈ, ਤੁਸੀਂ ਟੌਪਿਕ ਤੇ ਵੀ ਨਹੀਂ ਆਏ ਉਦੋਂ ਪਹਿਲਾਂ ਹੀ ਕੁਝ ਨਾ ਕੁਝ ਲਿਖੀ ਜਾ ਰਹੇ ਹੋ, ਫालतू ਦੇ ਸ਼ਬਦ ਨੇ, ਐਗਜ਼ਾਮੀਨਰ ਉਹਨਾਂ ਨੂੰ ਨਹੀਂ ਮੰਨਦੇ। ਐਗਜ਼ਾਮੀਨਰ ਇਹ ਮੰਨਦੇ ਆ ਵੀ ਤੁਸੀਂ ਵਰਡ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਕਿਸੇ ਵੀ ਐਗਜ਼ਾਮੀਨਰ ਨੂੰ ਇਦਾਂ ਫੀਲ ਕਰਾਉਣਾ ਵੀ ਤੁਸੀਂ ਬਸ ਵਰਡ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਬਹੁਤ ਵਧੀਆ ਚੀਜ਼ ਨਹੀਂ। ਇੱਕ ਹੋਰ ਤਰੀਕੇ ਨਾਲ ਸਮਝਾਵਾਂ ਤਾਂ ਸਾਨੂੰ ਹਮੇਸ਼ਾ ਗੱਲ ਸਿੱਧੀ ਮੁੱਦੇ ਤੇ ਆ ਕੇ ਕਰਨੀ ਚਾਹੀਦੀ ਹੈ। ਕਿਉਂ? ਤੁਸੀਂ ਮੈਨੂੰ ਪੁੱਛਿਆ ਵੀ ਸਰ ਤੁਹਾਡਾ ਨਾਮ ਕੀ ਹੈ, ਇਹ ਕਹਿਣ ਦੀ ਬਜਾਏ ਕਿ ਮੇਰਾ ਨਾਮ ਹਰਦੇਵ ਹੈ, ਮੈਂ ਇਹ ਕਹਿਣਾ ਸ਼ੁਰੂ ਕਰਦਾ ਕਿ ਭਾਰਤ ਵਿੱਚ ਨਾਮ ਰੱਖਣ ਦੀ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ। ਇੱਕ ਵੇਲਾ ਹੁੰਦਾ ਸੀ ਜਦੋਂ ਦਾਦਾ ਤੇ ਦਾਦੀ ਨਾਮ ਰੱਖਿਆ ਕਰਦੇ ਸੀਗੇ, ਤੇ ਮੇਰਾ ਨਾਂ ਤਾਂ ਨਹੀਂ ਮੈਨੂੰ ਪਤਾ ਕਿਹਨੇ ਰੱਖਿਆ, ਬਟ ਮੇਰਾ ਨਾਮ ਹਰਦੇਵ ਹੈ। ਕੀ ਮਤਲਬ ਬਣਿਆ? ਕੋਈ ਮਤਲਬ ਨਹੀਂ ਬਣਿਆ। ਤਾਂ ਫਿਰ ਅਸੀਂ ਇਹ ਕਿਉਂ ਕਰਾਂਗੇ ਕਿ ਰੋਬੋਟਸ ਦਾ ਟੌਪਿਕ ਆ ਗਿਆ ਤੇ ਅਸੀਂ ਇੱਥੇ ਲਿਖੀਏ ਟੈਕਨੋਲੋਜੀ ਇਜ਼ ਇਨਕਰੀਜ਼ਿੰਗ ਬਾਈ ਲੀਪਸ ਐਂਡ ਬਾਉਂਡਸ। ਵਾਈ ਵੇਸਟ ਐਗਜ਼ਾਮੀਨਰਸ ਟਾਈਮ ਐਂਡ ਆਰ ਟਾਈਮ? ਜੇ ਮੈਂ ਤੁਹਾਨੂੰ ਪੁੱਛਾਂ ਤੁਸੀਂ ਕਿਹੜੇ ਸਕੂਲ 'ਚ ਪੜ੍ਹੇ ਹੋ ਤਾਂ ਤੁਸੀਂ ਮੈਨੂੰ ਸਕੂਲ ਦਾ ਨਾਮ ਦੱਸੋਗੇ, ਤੁਸੀਂ ਇਹ ਨਹੀਂ ਕਹੋਗੇ ਵੀ ਭਾਰਤ ਵਿੱਚ ਐਜੂਕੇਸ਼ਨ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦੀ ਜਾ ਰਹੀ ਹੈ, ਦਿਨ ਬ ਦਿਨ ਨਵੇਂ ਕਾਲਜ ਖੁੱਲ੍ਹਦੇ ਜਾ ਰਹੇ ਹੈ, ਵੈਸੇ ਮੈਂ ਆਹ ਸਕੂਲ 'ਚ ਪੜ੍ਹਿਆ। ਸਮਝ ਆ ਗਈ ਜੀ ਗੱਲ? ਆਈ ਹੋਪ ਸਮਝ ਆ ਗਈ ਹੋਣੀ। ਠੀਕ। ਐਸੇ ਪਲਾਨ ਕੀ ਹੁੰਦਾ? ਕੋਈ ਨਾ ਕੋਈ ਰਟਿਆ ਸੈਂਟੈਂਸ। ਇਨ ਦ ਫੋਲੋਇੰਗ ਪੈਰਾਗ੍ਰਾਫਸ ਆਈ ਵਿਲ ਐਲੂਸੀਡੇਟ ਮਾਈ ਵਿਊ ਪੁਆਇੰਟ ਗਿਵਿੰਗ ਐਗਜ਼ਾਮਪਲਸ ਐਂਡ ਆਰਗੂਮੈਂਟਸ। ਇੱਦਾਂ ਦਾ ਕੋਈ ਵੀ ਸੈਂਟੈਂਸ ਜੋ ਪੂਰੀ ਤਰ੍ਹਾਂ ਰਟਿਆ ਹੈ, ਮੈਮੋਰਾਈਜ਼ਡ ਹੈ, ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਉਹਨੂੰ ਆਪਣੇ ਐਸੇ 'ਚੋਂ ਬਾਹਰ ਰੱਖੋ। ਦੇਖੋ ਇੱਕ ਤਾਂ ਪਹਿਲਾਂ ਹੀ ਬੜਾ ਮੁਸ਼ਕਿਲ ਹੁੰਦਾ ਆਪਦਾ ਟਾਰਗੇਟ ਸਕੋਰ ਹਾਸਿਲ ਕਰਨਾ, ਇੱਕ ਆਪਾਂ ਹੀ ਆਪਣੇ ਰਾਹ 'ਚ ਬੱਟੇ ਸਿੱਟੀ ਜਾਈਏ, ਇਹ ਤਾਂ ਕੋਈ ਸਿਆਣਪ ਵਾਲੀ ਗੱਲ ਨਹੀਂ। ਠੀਕ। ਤੀਸਰਾ ਮੈਨੂੰ ਸਭ ਤੋਂ ਫਨੀ ਲੱਗਦਾ ਹੁੰਦਾ ਫਿਊਚਰ ਆਊਟਲੁੱਕ। ਫਨੀ ਕਿਉਂ ਲੱਗਦਾ ਉਹ ਮੈਂ ਤੁਹਾਨੂੰ ਵੀ ਸਮਝਾਊਂਗਾ। ਬੇਸਿਕਲੀ ਕੰਕਲੂਜਨ ਦਾ ਮਤਲਬ ਹੁੰਦਾ ਸਮਾਪਤੀ, ਲੇਕਿਨ ਕੁਝ ਟੀਚਰਸ ਕਹਿ ਦਿੰਦੇ ਜੀ ਜਾਂਦੇ ਜਾਂਦੇ ਫਿਊਚਰ ਬਾਰੇ ਕੋਈ ਗੱਲ ਕਰ ਜੋ। ਐਕੈਡੈਮਿਕ ਐਸੇਜ਼ 'ਚ ਇਹ ਚੀਜ਼ ਕੀਤੀ ਜਾਂਦੀ ਹੈ, ਜਿਹੜੇ ਯੂਨੀਵਰਸਿਟੀ ਲੈਵਲ 2500 ਵਰਡ 5000 ਵਰਡ ਦੇ ਐਸੇਜ਼ ਹੁੰਦੇ ਆ ਉਹਨਾਂ ਦੇ ਅੰਦਰ, ਇੱਥੇ ਨਹੀਂ। ਫਿਊਚਰ ਆਊਟਲੁੱਕ ਇੱਕ ਬੁਰੀ ਚੀਜ਼ ਕਿਉਂ ਹੈ, ਮੈਂ ਤੁਹਾਨੂੰ ਜੇ ਸਮਝਾਉਣ ਦੀ ਕੋਸ਼ਿਸ਼ ਕਰਾਂ। ਜੇ ਤੁਸੀਂ ਤੁਹਾਡਾ ਮੇਰੇ ਵਰਗਾ ਹੀ ਬਚਪਨ ਰਿਹਾ ਤਾਂ ਤੁਸੀਂ ਬੜੀਆਂ ਫਿਲਮਾਂ ਦੇਖੀਆਂ ਹੋਣਗੀਆਂ, ਮਿਥੁਨ ਚੱਕਰਵਰਤੀ, ਸੰਨੀ ਦਿਓਲ। ਠੀਕ। ਇਹ ਜਿਹੜੀਆਂ 90s ਦੀਆਂ ਐਕਸ਼ਨ ਫਿਲਮਾਂ ਹੁੰਦੀਆਂ ਸੀ, ਇਹਨਾਂ ਦਾ ਐਂਡ ਹਮੇਸ਼ਾ ਸੇਮ ਹੁੰਦਾ ਸੀਗਾ। ਕੀ ਹੁੰਦਾ ਸੀਗਾ ਵੀ ਹੀਰੋ ਹੀਰੋਇਨ ਨੂੰ ਲੈ ਕੇ ਵਿਲਨ ਭੱਜ ਗਿਆ ਹੈਗਾ, ਹੀਰੋ ਉੱਥੇ ਪਹੁੰਚ ਗਿਆ, ਉਹਨੇ ਵਿਲਨ ਦੇ ਸਾਰੇ ਬੰਦੇ ਮਾਰਤੇ, ਇਨ ਦੀ ਐਂਡ ਜਿਹੜਾ ਹੀਰੋ ਤੇ ਵਿਲਨ ਆ ਉਹਦੇ 'ਚ ਲੜਾਈ ਸ਼ੁਰੂ ਹੋ ਗਈ। ਹੁਣ ਤੁਸੀਂ ਥੀਏਟਰ 'ਚ ਬੈਠੇ ਹੋ, ਦੇਖ ਰਹੇ ਹੋ, ਤੁਸੀਂ ਕੁਰਸੀ 'ਚ ਸਿੱਧੇ ਹੋ ਕੇ ਬਹਿ ਗਏ ਵੀ ਹਾਂ ਹੁਣ ਤਾਂ ਮੇਨ ਸੀਨ ਆ ਗਿਆ, ਤੇ ਹੋਣਾ ਉਹੀ ਸੀ ਜੋ ਹੋਇਆ। ਠੀਕ। ਹੀਰੋ ਨੇ ਜਿਹੜਾ ਮੁੱਕਾ ਸੀ ਉਹ ਵਿਲਨ ਦੇ ਮਾਰਿਆ, ਉੱਚੀ ਪਹਾੜੀ ਤੇ ਲੜ ਰਹੇ ਸੀਗੇ, ਵਿਲਨ ਜਿਹੜਾ ਉਹ ਖਾਈ 'ਚ ਡਿੱਗ ਪਿਆ ਤੇ ਉਹਦੀ ਲੰਬੀ ਚੀਖ ਸੁਣਾਈ ਦਿੱਤੀ। ਜਿਹੜਾ ਸੀਰੀਅਸ ਮਿਊਜ਼ਿਕ ਸੀਗਾ ਉਹ ਰੋਮਾਂਟਿਕ ਮਿਊਜ਼ਿਕ 'ਚ ਬਦਲ ਗਿਆ, ਪਤਾ ਨਹੀਂ ਕਿਹੜੀਆਂ ਝਾੜੀਆਂ 'ਚੋਂ ਹੀਰੋਇਨ ਨਿਕਲ ਕੇ ਆ ਗਈ, ਉੱਥੇ ਲੰਡੀ ਜੀਪ ਵੀ ਆ ਗਈ ਪਤਾ ਨਹੀਂ ਕਿੱਥੋਂ, ਤੇ ਦੋਨੇ ਚੜ ਕੇ ਚਲੇ ਗਏ। ਥੀਏਟਰ 'ਚੋਂ ਲੋਕ ਉੱਠਣੇ ਸ਼ੁਰੂ ਹੋ ਗਏ, ਤੁਸੀਂ ਬੈਠੇ ਰਹੇ ਵੀ ਚਲੋ ਦੇਖਦੇ ਹਾਂ, ਵਿਹਲੇ ਹੀ ਆ, ਕ੍ਰੈਡਿਟਸ ਹੀ ਪੜ੍ਹ ਲੈਂਦੇ ਹਾਂ। ਲੇਕਿਨ ਉਦੋਂ ਹੀ ਜਿਹੜਾ ਮਿਊਜ਼ਿਕ ਸੀਗਾ ਉਹ ਸੀਰੀਅਸ 'ਚ ਫੇਰ ਤਬਦੀਲ ਹੋ ਗਿਆ। ਤੁਸੀਂ ਆਖਿਆ ਵੀ ਆਹ ਕੀ, ਤੇ ਆਹ ਕੀ ਦਾ ਜਵਾਬ ਤੁਹਾਨੂੰ ਮਿਲਿਆ ਸਕਰੀਨ ਤੋਂ। ਜੋ ਕੈਮਰਾ ਸੀਗਾ ਉਹ ਖਾਈ 'ਚ ਗਿਆ ਤਾਂ ਕੀ ਦੇਖਿਆ ਜਾਂਦਾ ਹੈ ਵੀ ਵਿਲਨ ਖਾਈ 'ਚ ਡਿੱਗਿਆ ਹੀ ਨਹੀਂ, ਉਹ ਤਾਂ ਦਰਖਤ ਤੇ ਟੰਗਿਆ ਰਹਿ ਗਿਆ, ਲਹੂ ਲਹਾਨ ਹੈ ਪਰ ਜਿਉਂਦਾ। ਉਦੋਂ ਬਾਅਦ ਦੀ ਐਂਡ ਆ ਜਾਂਦਾ। ਤਾਂ ਤੁਸੀਂ ਕੀ ਕਹਿੰਦੇ ਹੋ ਵੀ ਯਾਰ ਇਸ ਮੂਵੀ ਦਾ ਸੈਕਿੰਡ ਪਾਰਟ ਵੀ ਆਊਗਾ। ਇਸੇ ਤਰ੍ਹਾਂ ਜਦੋਂ ਤੁਸੀਂ ਆਪਣਾ ਐਸੇ ਸਮਾਪਤ ਨਹੀਂ ਕਰ ਰਹੇ ਹੁੰਦੇ, ਆਹ ਗੱਲਾਂ ਕਰਨ ਲੱਗ ਜਾਂਦੇ ਹੋ, ਤਾਂ ਫਿਰ ਤੁਸੀਂ ਐਗਜ਼ਾਮੀਨਰ ਨੂੰ ਕੀ ਦੱਸ ਰਹੇ ਹੋ ਵੀ ਹਜੇ ਮੈਨੂੰ ਬੈਂਡ ਨਾ ਦਿਓ ਜੀ, ਮੈਂ ਦੁਬਾਰਾ ਆਊਂਗਾ, ਮੇਰੀ ਮੂਵੀ ਦਾ ਸੈਕਿੰਡ ਪਾਰਟ ਵੀ ਪਿਆ। ਆਪਾਂ ਐਗਜ਼ਾਮੀਨਰ ਨੂੰ ਇਹ ਨਹੀਂ ਦੱਸਣਾ। ਠੀਕ। ਆਪਾਂ ਇਹ ਐਗਜ਼ਾਮੀਨਰ ਤੱਕ ਮੈਸੇਜ ਨਹੀਂ ਪਹੁੰਚਾਉਣਾ। ਇੱਕ ਮਜ਼ਾਕ ਸੀਗਾ, ਤੁਹਾਨੂੰ ਹਾਸੀ ਆਈ ਤਾਂ ਚੰਗੀ ਗੱਲ ਹੈ, ਨਹੀਂ ਹਾਸੀ ਆਈ ਤਾਂ ਵੀ ਕੋਈ ਗੱਲ ਨਹੀਂ, ਲੇਕਿਨ ਗੱਲ ਸਮਝ ਆ ਜਾਣੀ ਚਾਹੀਦੀ ਹੈ। ਕਲੀਅਰ ਹੈ ਜੀ ਗੱਲ? ਬੜੇ ਚੁੱਪਚਾਪ ਹੋ ਜੀ ਤੁਸੀਂ। ਮੈਂ ਤੁਹਾਡੇ ਨਾ ਸਾਰੇ ਸਵਾਲਾਂ ਦੇ ਜਵਾਬ ਬਾਅਦ 'ਚ ਦੇਵਾਂਗਾ। ਠੀਕ ਹੈ, ਮੈਂ ਸਕਰੋਲ ਬੈਕ ਕਰ ਲੂੰਗਾ ਜੋ ਵੀ ਤੁਹਾਡੇ ਜਵਾਬ ਹੈ। ਕਹਾਣੀ ਫਨੀ ਲੱਗੀ ਵੀ ਕਿ ਨਹੀਂ ਲੱਗੀ? ਬੇਇੱਜ਼ਤੀ ਕਰੀ ਜਾਂਦੇ ਹੋ ਮੇਰੀ। ਜਦੋਂ ਵੀ ਕੋਈ ਇਨਸਾਨ ਚੁਟਕਲਾ ਸੁਣਾਉਂਦਾ ਹੁੰਦਾ ਨਾ, ਉਹਨੂੰ ਉਮੀਦ ਹੁੰਦੀ ਹੈ ਵੀ ਥੋੜੇ ਠਾਕ ਕੇ ਸੁਣਨਗੇ। ਚਲੋ ਚੰਗੀ ਗੱਲ ਹੈ।
ਮੈਨੂੰ ਲੱਗਦਾ ਤੁਸੀਂ ਜ਼ਮਾਨੇ ਤੋਂ ਸੁਣਿਆ ਹੋਣਾ ਵੀ ਹਰਦੇਵ ਸਰ ਤਾਂ ਜੀ ਬੜੇ ਸੀਰੀਅਸ ਹੈ। ਇਹ ਭੁਲੇਖਾ ਦਿਮਾਗ ਚੋਂ ਕੱਢ ਦਿਓ ਜੀ। ਠੀਕ ਹੈ, ਹਰਦੇਵ ਸਰ ਬਿਲਕੁਲ ਤੁਹਾਡੇ ਵਰਗੀ ਹੈ। ਤੁਸੀਂ ਜ਼ਿਆਦਾਤਰ ਪਿੰਡਾਂ ਵਾਲੇ ਬੱਚੇ ਹੋ, ਠੀਕ ਹੈ, ਉੱਦਾਂ ਦੇ ਮਾਹੌਲਾਂ 'ਚ ਹੀ ਮੈਂ ਪਲਿਆ। ਬਸ ਆਈ ਹੈਵ ਪੋਕਰ ਫੇਸ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਨਾ ਪੋਕਰ ਫੇਸ। ਪੋਕਰ ਫੇਸ ਪਤਾ ਕੀ ਹੁੰਦਾ ਹੈ? ਜਿਹਦੇ ਚਿਹਰੇ ਤੇ ਹਾਵ ਭਾਵ ਬਹੁਤ ਘੱਟ ਆਉਂਦੇ ਆ। ਡੈਡ ਚਿਹਰਾ, ਜਿਹਨੂੰ ਆਪਾਂ ਖੜੂਸ ਚਿਹਰਾ ਵੀ ਕਹਿ ਦਿੰਦੇ ਆ। ਮੇਰਾ ਚਿਹਰਾ ਇਦਾਂ ਦਾ। ਬਾਕੀ ਜਿਹੜੇ ਬੱਚੇ ਪੜ੍ਹੇ ਆ ਮੇਰੇ ਤੋਂ, ਉਹਨਾਂ ਨੂੰ ਤਾਂ ਚੰਗੀ ਤਰ੍ਹਾਂ ਹੀ ਪਤਾ ਹੈ ਵੀ ਮੇਰਾ ਕੀ ਸੁਭਾਅ ਹੈ। ਤਾਂ ਥੋੜਾ ਚਲੋ ਹਲਕਾ ਫੁਲਕਾ ਮਜ਼ਾਕ ਵੀ ਹੋ ਗਿਆ। ਹੁਣ ਮੈਂ ਕਿਹਾ ਸੀ ਹਜੇ ਗੱਲ ਪੂਰੀ ਨਹੀਂ ਹੋਈ, ਬਸ ਥੋੜਾ ਜਿਹਾ ਬੋਰ ਹੋਰ ਕਰੂੰਗਾ ਤੁਹਾਨੂੰ, ਠੀਕ ਹੈ, ਲੇਕਿਨ ਸਾਰੀਆਂ ਗੱਲਾਂ ਜ਼ਰੂਰੀ ਹੈ। MVP 1 ਤੇ MVP 2 ਬਾਰੇ ਇੱਕ ਜ਼ਰੂਰੀ ਗੱਲ ਸਮਝਦੇ ਹਾਂ, ਤੇ ਉਹਦੇ ਰਾਹੀਂ ਸਾਨੂੰ ਇੱਕ ਹੋਰ ਜ਼ਰੂਰੀ ਗੱਲ ਸਮਝਣ ਦਾ ਰਸਤਾ ਖੁੱਲੂਗਾ। ਦੇਖੋ, ਇੱਕ ਵਧੀਆ ਪੈਰਾਗ੍ਰਾਫ ਨਾ ਦੇਖਣ 'ਚ ਹਮੇਸ਼ਾ ਇਦਾਂ ਹੁੰਦਾ ਹੈ। ਮਨ 'ਚ ਜਵਾਬ ਦੇਣ ਦੀ ਕੋਸ਼ਿਸ਼ ਕਰੋ ਮੈਂ ਕੀ ਕਹਿ ਰਿਹਾ। ਚੈਟ 'ਚ ਨਾ ਲਿਖੋ, ਕਿਉਂਕਿ ਮੈਂ ਤੁਹਾਨੂੰ ਦੱਸਿਆ ਹੋਇਆ ਚੈਟ ਫਿਲਹਾਲ ਮੈਂ ਨਹੀਂ ਦੇਖ ਰਿਹਾ। ਤਾਂ ਪਰਫੈਕਟ ਪੈਰਾਗ੍ਰਾਫ ਹੈ। ਇਹ ਪਰਫੈਕਟ ਪੈਰਾਗ੍ਰਾਫ ਕਿਉਂ ਹੈ? ਜੇ ਤੁਹਾਡੇ ਮਨ 'ਚ ਕੋਈ ਜਵਾਬ ਆਇਆ ਬਹੁਤ ਵਧੀਆ ਗੱਲ, ਨਹੀਂ ਜਵਾਬ ਆਇਆ ਤਾਂ ਮੈਂ ਦੱਸਦਾ। ਇੱਕ ਜਿਹੜਾ ਵਧੀਆ ਪੈਰਾਗ੍ਰਾਫ ਹੁੰਦਾ ਨਾ, ਉਹਦੇ ਸ਼ੁਰੂ 'ਚ ਹਮੇਸ਼ਾ ਇੱਕ ਮੇਨ ਆਈਡੀਆ ਲਿਖਿਆ ਜਾਂਦਾ ਹੈ, ਜਿਹਨੂੰ ਛੋਟੇ ਤੋਂ ਛੋਟੇ ਸੈਂਟੈਂਸ ਦੇ ਅੰਦਰ ਲਿਖਣ ਦੀ ਕੋਸ਼ਿਸ਼ ਹੁੰਦੀ ਹੈ। ਫਿਰ ਉਸ ਤੋਂ ਬਾਅਦ ਉਸੇ ਮੇਨ ਆਈਡੀਆ ਤੇ ਹੀ ਗੱਲ ਕੀਤੀ ਜਾਂਦੀ ਹੈ, ਉਸ ਤੋਂ ਭਟਕਿਆ ਨਹੀਂ ਜਾਂਦਾ, ਉਸੇ ਨੂੰ ਐਕਸਪਲੇਨ ਕੀਤਾ ਜਾਂਦਾ ਹੈ। ਇਹਨੂੰ ਅਸੀਂ ਮੇਨ ਆਈਡੀਆ ਜਾਂ ਟੌਪਿਕ ਸੈਂਟੈਂਸ ਕਹਿ ਦਿੰਦੇ ਹਾਂ। ਜਿਹੜਾ ਥੱਲੇ ਆਉਂਦੇ ਆ ਇਹਨਾਂ ਨੂੰ ਆਪਾਂ ਕਹਿੰਦੇ ਹਾਂ ਸਪੋਰਟਿੰਗ ਡੀਟੇਲਸ। ਤਾਂ ਜਿਹੜਾ ਕੋਈ ਵੀ ਪੈਰਾਗ੍ਰਾਫ ਤੁਸੀਂ ਲਿਖ ਰਹੇ ਹੋ, ਉਸਦੇ ਟੌਪ 'ਚ ਮੇਨ ਆਈਡੀਆ ਆਉਣਾ ਹੁੰਦਾ ਤੇ ਉਹਦੇ ਥੱਲੇ ਉਸੇ ਨੂੰ ਐਕਸਪਲੇਨ ਕਰਨ ਲਈ ਰੀਜ਼ਨ, ਰਿਜ਼ਲਟ, ਐਗਜ਼ਾਮਪਲ ਜੋ ਕੁਝ ਵੀ ਅਸੀਂ ਸਮਨ ਕਰ ਸਕਦੇ ਹਾਂ, ਅਸੀਂ ਕਰਕੇ ਲਿਆਉਂਦੇ ਹਾਂ। ਪਰ ਇਹ ਗੱਲ ਮੈਂ ਤੁਹਾਨੂੰ ਦੱਸ ਤਾਂ ਦਿੱਤੀ, ਮੈਨੂੰ ਨਹੀਂ ਪਤਾ ਸਮਝ ਆਈ ਕਿ ਨਹੀਂ, ਤਾਂ ਲੈਟ ਮੀ ਐਕਸਪਲੇਨ। ਗਲਤੀ, ਇੱਕ ਬੱਚੇ ਨੇ ਮੇਨ ਆਈਡੀਆ 'ਚ ਇਹ ਲਿਖਿਆ, ਕੋਈ ਵੀ ਫਲਾਂ ਚੀਜ਼ ਦੀ ਗੱਲ ਹੋ ਰਹੀ ਹੈ, ਮੰਨ ਲਓ ਐਕਸ, ਉਹਨੇ ਇਹ ਲਿਖਿਆ ਵੀ ਐਕਸ ਜਿਹੜਾ ਹੁੰਦਾ ਇਹ ਐਨਵਾਇਰਮੈਂਟਲੀ ਹਾਰਮਫੁਲ ਹੈ, ਇਹ ਵਾਤਾਵਰਣ ਲਈ ਨੁਕਸਾਨਦਾਇਕ ਹੈ। ਉਸ ਤੋਂ ਬਾਅਦ ਉਸ ਬੱਚੇ ਨੇ ਇਸ ਨੂੰ ਐਕਸਪਲੇਨ ਕਰਨਾ ਸ਼ੁਰੂ ਕਰਤਾ ਵੀ ਕਿਉਂ ਫਲਾਨੀ ਚੀਜ਼ ਵਾਤਾਵਰਣ ਲਈ ਨੁਕਸਾਨਦਾਇਕ ਹੈ। ਮੰਨ ਲਓ ਉਹਨੇ ਇਹ ਕਿਹਾ ਵੀ ਕਾਰਸ ਜਿਹੜੀਆਂ ਉਹ ਐਨਵਾਇਰਮੈਂਟਲੀ ਡੈਟਰੀਮੈਂਟਲ ਹੈ। ਉਹਨੇ ਇਹ ਦੱਸਿਆ ਕਿ ਕਿੱਦਾਂ ਕਾਰਸ ਜਿਹੜੀਆਂ ਹੁੰਦੀਆਂ ਹਜੇ ਇੰਨੀਆਂ ਰਿਫਾਈਨਡ ਨਹੀਂ ਹੋਈਆਂ ਵੀ ਉਹ ਧੂੰਆਂ ਨਾ ਛੱਡਣ, ਤੇ ਕਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਬਹੁਤ ਜ਼ਿਆਦਾ ਧੂੰਆਂ ਛੱਡਦੀਆਂ ਵਗੈਰਾ ਵਗੈਰਾ। ਇਦਾਂ ਹੀ ਗੱਲ ਨੂੰ ਅੱਗੇ ਅੱਗੇ ਵਧਾਉਂਦੇ ਵਧਾਉਂਦੇ ਉਹ ਇੱਥੇ ਪਹੁੰਚ ਗਿਆ ਸਟੂਡੈਂਟ, ਯਾਨੀ ਸਪੋਰਟਿੰਗ ਡਿਟੇਲ 'ਚ ਉਹਨੇ ਆਹ ਗੱਲ ਕਹਿਤੀ ਵੀ ਸਾਡੇ ਆਇਲ ਦੇ ਰਿਜ਼ਰਵ ਵੀ ਸੁੱਕਦੇ ਜਾ ਰਹੇ ਆ, ਡਿਪਲੀਟ ਹੁੰਦੇ ਜਾ ਰਹੇ ਆ ਆਇਲ ਦੇ ਭੰਡਾਰ। ਇਹਦੇ 'ਚ ਬਿਲਕੁਲ ਕੋਈ ਸ਼ੱਕ ਨਹੀਂ ਹੈ ਕਿ ਕਾਰਾਂ ਜ਼ਿਆਦਾ ਚੱਲਣਗੀਆਂ ਤਾਂ ਤੇਲ ਦੀ ਖਪਤ ਜ਼ਿਆਦਾ ਹੋਊਗੀ, 100% ਸੱਚੀ ਗੱਲ ਹੈ। ਪਰ ਹੋਗੀ ਆਫ ਟੌਪਿਕ ਕਿਉਂ? ਮੇਨ ਆਈਡੀਆ ਕੀ ਹੈ? ਐਨਵਾਇਰਮੈਂਟਲੀ ਡੈਟਰੀਮੈਂਟਲ। ਆਇਲ ਰਿਜ਼ਰਵਸ ਦਾ ਖਤਮ ਹੋਣਾ ਇੱਕ ਐਨਵਾਇਰਮੈਂਟਲ ਪ੍ਰੋਬਲਮ ਨਹੀਂ ਹੈ। ਸਮਝ ਆ ਰਹੀ ਹੈ ਗੱਲ? ਇਹ ਤਾਂ ਇੱਕ ਪ੍ਰੈਕਟੀਕਲ ਸਮੱਸਿਆ ਹੈ, ਸਾਡੀ ਜ਼ਰੂਰਤ ਹੈ। ਆਇਲ ਦੇ ਰਿਜ਼ਰਵ ਐਨਵਾਇਰਮੈਂਟ ਦਾ ਪਾਰਟ ਨਹੀਂ। ਐਨਵਾਇਰਮੈਂਟਲੀ ਡੈਟਰੀਮੈਂਟਲ ਜੇ ਸਾਡਾ ਪੀਣ ਵਾਲਾ ਪਾਣੀ ਖਰਾਬ ਹੋ ਜੇ, ਜੇ ਸਾਡੇ ਸਾਹ ਲੈਣ ਵਾਲੀ ਹਵਾ ਖਰਾਬ ਹੋ ਜੇ, ਅਸੀਂ ਜੰਗਲ ਵੱਢਣ ਲੱਗ ਜਾਈਏ, ਗਲੋਬਲ ਵਾਰਮਿੰਗ ਹੋ ਰਹੀ ਹੈ, ਇਹ ਐਨਵਾਇਰਮੈਂਟਲ ਪ੍ਰੋਬਲਮਸ ਹੈ। ਦਿਸ ਇਜ਼ ਨਾਟ ਐਨ ਐਨਵਾਇਰਮੈਂਟਲ ਪ੍ਰੋਬਲਮ। ਤਾਂ ਇੱਥੇ ਇਸ ਬੱਚੇ ਦੇ ਮਾਰਕਸ ਕੱਟਣਗੇ। ਹੁਣ ਸਵਾਲ ਉੱਠਦਾ ਵੀ ਕਿੰਨੇ ਕੱਟਣਗੇ? ਦੇਖੋ ਜੀ, ਕਿੰਨੇ ਮਾਰਕਸ ਕੱਟਣਗੇ, ਹੁਣ ਆਪਾਂ ਬੜੀ ਇੰਪੋਰਟੈਂਟ ਗੱਲ ਵੱਲ ਆ ਰਹੇ ਹਾਂ। ਜੇ ਕੋਈ ਬੱਚਾ ਟੌਪਿਕ ਗਲਤ ਲਿਖ ਦਿੰਦਾ ਹੈ, ਪੋਜੀਸ਼ਨ ਗਲਤ ਲਿਖ ਦਿੰਦਾ ਹੈ, ਮੇਨ ਆਈਡੀਆ ਗਲਤ ਲਿਖ ਦਿੰਦਾ ਹੈ, ਮੇਨ ਆਈਡੀਆ ਦੇ ਅਨੁਸਾਰ ਸਪੋਰਟਿੰਗ ਡਿਟੇਲਸ ਨਹੀਂ ਹੁੰਦੀਆਂ, ਇਹ ਸਾਰੀਆਂ ਅਲੱਗ-ਅਲੱਗ ਗਲਤੀਆਂ ਜੋ ਹੋ ਸਕਦੀਆਂ ਹੁੰਦੀਆਂ, ਇਹਦੇ ਕਿੰਨੇ ਮਾਰਕਸ ਕੱਟਦੇ ਆ ਉਹਨੂੰ ਸਮਝਣ ਲਈ ਪਹਿਲੀ ਗੱਲ ਤੁਹਾਨੂੰ ਇਹ ਸਮਝਣੀ ਪਊਗੀ ਕਿ ਆਫ ਟੌਪਿਕ ਜਾਂ ਔਨ ਟੌਪਿਕ ਹੋਣਾ ਕਿਸੇ ਔਨ ਆਫ ਦੀ ਸੁੱਚ ਦੀ ਤਰ੍ਹਾਂ ਨਹੀਂ ਹੁੰਦਾ ਵੀ ਜਾਂ ਤਾਂ ਚਾਨਣ ਹੈ ਤੇ ਜਾਂ ਹਨੇਰਾ, ਕਿ ਜਾਂ ਤਾਂ ਉੱਥੇ ਐਸੇ 'ਚ ਤੁਸੀਂ ਕਾਂਡ ਕਰਿਆ ਹੈ, ਠੀਕ ਹੈ, ਸਾਰਾ ਕੁਝ ਆਫ ਟੌਪਿਕ ਲਿਖਿਆ ਹੈ, ਜਾਂ ਤੁਸੀਂ ਉੱਥੇ ਜਾ ਕੇ ਵਧੀਆ ਪਰਫਾਰਮੈਂਸ ਦਿਆ ਹੈ। ਐਸੇ 'ਚ ਔਨ ਆਫ ਟੌਪਿਕ ਹੋਣਾ ਜਾਂ ਔਨ ਟੌਪਿਕ ਹੋਣਾ ਇੱਕ ਸਪੈਕਟਰਮ ਹੈ, ਜਿਹਦੇ ਇੱਧਰਲੇ ਪਾਸੇ ਕੰਪਲੀਟ ਆਫ ਟੌਪਿਕ ਪਿਆ ਤੇ ਦੂਜੇ ਪਾਸੇ ਦੂਜੇ ਸਿਰੇ, ਸਪੈਕਟਰਮ ਦਾ ਮਤਲਬ ਹੁੰਦਾ ਦੋ ਛੋਰ, ਤੇ ਦੂਜੇ ਸਿਰੇ ਤੇ ਆਬਵੀਅਸਲੀ ਕੰਪਲੀਟ ਔਨ ਟੌਪਿਕ ਪਿਆ, ਤੇ ਤੁਸੀਂ ਇਹਦੇ ਵਿੱਚ ਵਿਚਾਲੇ ਵੀ ਹੋ ਸਕਦੇ ਹੋ। ਠੀਕ ਹੈ, ਜਿਵੇਂ ਇਹਦੇ ਨੌਬ ਦੇ ਲੱਗੇ ਹੋਏ ਆ ਨਾ 1 2 3 4 ਪੱਖੇ ਵਾਲੀ ਹੁੰਦੀ ਹੈ, ਤੁਸੀਂ ਕਿਤੇ ਵੀ ਹੋ ਸਕਦੇ ਹੋ। ਤੁਸੀਂ ਪੂਰੀ ਤਰ੍ਹਾਂ ਆਫ ਟੌਪਿਕ ਹੋ ਸਕਦੇ ਹੋ, ਪੂਰੀ ਤਰ੍ਹਾਂ ਔਨ ਟੌਪਿਕ, ਜਾਂ ਕਿਤੇ ਵਿਚਾਲੇ। ਹੁਣ ਇਹਨੂੰ ਕਿੱਦਾਂ ਸਮਝੀਏ? ਇਹਨੂੰ ਇਸ ਤਰੀਕੇ ਨਾਲ ਸਮਝਿਆ ਜਾਵੇ, ਸਭ ਤੋਂ ਜ਼ਿਆਦਾ ਸੀਰੀਅਸ ਗਲਤੀ ਕੀ ਹੋ ਸਕਦੀ ਹੈ ਕਿ ਉਹਨਾਂ ਨੇ ਜੋ ਤੁਹਾਨੂੰ ਟੌਪਿਕ ਦਿੱਤਾ ਸੀਗਾ, ਟੌਪਿਕ ਗਿਵਨ, ਤੁਸੀਂ ਉਸ ਟੌਪਿਕ ਨੂੰ ਸਮਝਿਆ ਨਹੀਂ ਤੇ ਤੁਸੀਂ ਜੋ ਟੌਪਿਕ ਲਿਖਤਾ ਉਹਦੇ ਨਾਲੋਂ ਵੱਖਰਾ ਸੀਗਾ, ਤੁਹਾਨੂੰ 4 ਬੈਂਡ ਤੋਂ ਜ਼ਿਆਦਾ ਨਹੀਂ ਮਿਲਣੇ। ਲੇਕਿਨ ਮੰਨ ਲਓ ਤੁਸੀਂ ਟੌਪਿਕ ਤਾਂ ਠੀਕ ਲਿਖਤਾ,
ਜਦੋਂ ਪੋਜੀਸ਼ਨ ਲਿਖਣੀ ਸੀਗੀ ਉਹ ਪੁੱਛੇ ਗਏ ਸਵਾਲ ਦੇ ਅਨੁਸਾਰ ਨਹੀਂ ਲਿਖੀ। ਪੁੱਛਿਆ ਗਿਆ ਸਵਾਲ ਇਹ ਹੈ ਵੀ ਤੁਸੀਂ ਐਗਰੀ ਕਰਦੇ ਹੋ ਕਿ ਡਿਸਐਗਰੀ, ਪੋਜੀਸ਼ਨ 'ਚ ਲਿਖਤਾ ਮੈਨੂੰ ਲੱਗਦਾ ਹੈ ਬੜਾ ਫਾਇਦੇਮੰਦ ਰਹੂਗਾ, ਫਾਇਦੇ ਨੁਕਸਾਨ ਦੀ ਤਾਂ ਗੱਲ ਹੀ ਨਹੀਂ ਸੀ ਪੁੱਛੀ। ਇਹ ਪੁੱਛਿਆ ਸੀ ਵੀ ਹੋਊਗਾ ਕਿ ਨਹੀਂ। ਤਾਂ ਜੇ ਪੋਜੀਸ਼ਨ ਆਪਣੀ ਮੈਚ ਹੀ ਨਹੀਂ ਕਰਦੀ, ਆਪਾਂ ਪੋਜੀਸ਼ਨ ਇਰਰੈਲੇਵੈਂਟ ਲਿਖਤੀ, ਤਾਂ ਉਹਦੇ ਨਾਲ ਕੀ ਹੁੰਦਾ ਹੈਗਾ, ਆਪਾਂ ਨੂੰ 5 ਤੋਂ ਜ਼ਿਆਦਾ ਨਹੀਂ ਮਿਲਣਗੇ। ਅੱਛਾ, ਤਾਂ 6 ਕਦੋਂ ਮਿਲਦੇ ਹੁੰਦੇ ਆ? ਜਦੋਂ ਬੱਚਾ ਪੋਜੀਸ਼ਨ ਕਲੀਅਰ ਕਰ ਦਿੰਦਾ ਹੈ। ਸਵਾਲ ਅਗਲਾ 7 ਕਦੋਂ ਮਿਲਦੇ ਆ? ਜਦੋਂ ਥਰੂ ਆਊਟ ਦੀ ਐਸੇ ਪੋਜੀਸ਼ਨ ਕਲੀਅਰ ਹੁੰਦੀ ਹੈ। ਐਸੇ ਸਟਰਕਚਰ ਦੇ ਅੰਦਰ ਅਸੀਂ ਇੰਟਰੋਡਕਸ਼ਨ ਦੇ ਇੱਥੇ ਪੋਜੀਸ਼ਨ ਲਿਖਦੇ ਹਾਂ, ਸਾਡੇ ਦੋਨੋਂ ਬੋਡੀ ਪੈਰਾਗ੍ਰਾਫ ਨੂੰ ਸਟਾਰਟ ਕਰਨ ਦਾ ਤਰੀਕਾ ਇਦਾਂ ਦਾ ਰਹਿੰਦਾ ਜਿਸ ਤੋਂ ਸਾਡੀ ਪੋਜੀਸ਼ਨ ਕਲੀਅਰ ਹੁੰਦੀ ਹੈ, ਤੇ ਕੰਕਲੂਜਨ 'ਚ ਪੋਜੀਸ਼ਨ ਨੂੰ ਰੀਸਟੇਟ ਕੀਤਾ ਜਾਂਦਾ। ਜਦੋਂ ਤੁਸੀਂ ਸਾਰੇ ਕਿਤੇ ਪੋਜੀਸ਼ਨ ਨੂੰ ਸਹੀ ਲਿਖ ਦਿੰਦੇ ਹੋ ਤਾਂ 7 ਦੇ ਲਾਇਕ ਹੋ ਜਾਂਦੇ ਹੋ। 7 ਤੋਂ ਉੱਪਰ ਕਿੱਦਾਂ ਜਾਈਏ, 8 ਜਾਂ 9 ਦੀ ਟੈਰੀਟਰੀ 'ਚ ਕਿੱਦਾਂ ਜਾਈਏ? ਉਹਦਾ ਜਵਾਬ ਇਹ ਹੈ ਕਿ ਜਦੋਂ ਤੁਸੀਂ ਪੋਜੀਸ਼ਨ ਕਲੀਅਰ ਕਰਤੀ, ਜਿਹਦਾ ਮਤਲਬ ਇਹ ਹੈ ਵੀ ਤੁਸੀਂ ਮੇਨ ਆਈਡੀਆ ਵੀ ਸਹੀ ਚੂਜ਼ ਕਰ ਲਿਆ ਉਹਦੇ ਅਨੁਸਾਰ। ਦੇਖੋ ਮੈਂ ਰਿਪੀਟ ਕਰ ਦਿੰਦਾ ਜੇ ਤੁਸੀਂ ਮਿਸ ਕੀਤਾ। ਪੋਜੀਸ਼ਨ ਦੇ ਅਨੁਸਾਰ ਮੇਨ ਬੋਡੀ ਪੈਰਾਗ੍ਰਾਫ 1 ਤੇ 2 ਦੇ ਸਹੀ ਆਈਡੀਆਜ਼। ਕਿਉਂ? ਕਿਉਂਕਿ ਪਹਿਲਾ ਆਈਡੀਆ ਮੇਨ ਆਈਡੀਆ ਹੁੰਦਾ ਜੋ ਸਾਡੀ ਪੋਜੀਸ਼ਨ ਨੂੰ ਸਿੱਧ ਕਰਦਾ ਹੈ। ਉਸ ਤੋਂ ਬਾਅਦ ਜੇ ਤੁਸੀਂ 8 ਜਾਂ 9 ਤੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੀ ਕਰਨਾ ਹੋਊਗਾ? ਸਪੋਰਟਿੰਗ ਡਿਟੇਲ ਔਨ ਟੌਪਿਕ ਰੱਖਣੀਆਂ ਹੋਣਗੀਆਂ। ਇਸ ਤੋਂ ਬਾਅਦ ਜੇ ਤੁਸੀਂ ਆ ਲਾਸਟ ਸਟੈਪ ਨਿਭਾ ਦਿੰਦੇ ਹੋ ਕਿ ਤੁਹਾਡੇ ਮੇਨ ਆਈਡੀਆ ਦੇ ਅਨੁਸਾਰ ਹੀ ਸਾਰੀਆਂ ਸਪੋਰਟਿੰਗ ਡਿਟੇਲਸ ਹੁੰਦੀਆਂ, ਤਾਂ ਤੁਹਾਡੇ 8 ਜਾਂ 9 ਲੱਗ ਸਕਦੇ ਆ। ਤੇ ਜੇ ਤੁਸੀਂ ਇੱਥੇ ਫਾਲਟਰ ਕਰ ਜਾਂਦੇ ਹੋ, ਮੇਨ ਆਈਡੀਆ ਸਹੀ ਚੁਣ ਲਿਆ ਲੈਨੂੰ, ਉਹਨੂੰ ਲਿਖਦੇ ਲਿਖਦੇ ਆਫ ਟੌਪਿਕ ਚਲੇ ਗਏ, ਤਾਂ ਤੁਸੀਂ 7 ਦੇ ਲਾਇਕ ਫਿਰ ਵੀ ਹੋ। ਤਾਂ ਇੱਥੇ ਜਿਹੜੀ ਆਪਾਂ ਜ਼ਰੂਰੀ ਗੱਲ ਸਮਝੀ ਆ ਉਹ ਇਹ ਹੈ ਕਿ ਔਨ ਟੌਪਿਕ ਆਫ ਟੌਪਿਕ ਬਹੁਤ ਜ਼ਿਆਦਾ ਯੂਜ਼ਫੁਲ ਵਰਡਸ ਨਹੀਂ ਹੈ। ਇੱਕ ਸਪੈਕਟਰਮ ਹੈ, ਜਿਵੇਂ ਇੱਥੇ ਵਾਈਟ ਹੈ ਤੇ ਇੱਥੇ ਬਲੈਕ ਹੈ, ਲੇਕਿਨ ਵਿੱਚ ਗ੍ਰੇ ਵੀ ਹੈ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਸਮਝਣਾ। ਅੱਛਾ, ਹੁਣ ਇਹ ਹੋ ਸਕਦਾ ਹੈ ਕਿ ਮੈਂ ਤੁਹਾਨੂੰ ਓਵਰਲੋਡ ਕਰ ਰਿਹਾ ਹਾਂ, ਇਹ ਮੇਰੀ ਬਿਲਕੁਲ ਵੀ ਮਨਸ਼ਾ ਨਹੀਂ ਹੈ। ਇਸ ਕਰਕੇ ਆਪਾਂ ਇੱਕ ਹਲਕੀ ਜਿਹੀ ਸਮਰੀ ਕਰਦੇ ਹਾਂ ਜੋ ਚੀਜ਼ਾਂ ਆਪਾਂ ਸਿੱਖੀਆਂ ਉਹਨਾਂ ਦੀ। ਟੌਪਿਕ ਨੂੰ ਦੇਖੋ, ਧਿਆਨ ਨਾਲ ਪੜ੍ਹੋ, ਆਪਣੇ ਸ਼ਬਦਾਂ 'ਚ ਬਦਲ ਕੇ ਲਿਖੋ। ਪੋਜੀਸ਼ਨ ਲਿਖੋ ਬਿਲਕੁਲ ਸਵਾਲ ਦੇ ਅਨੁਸਾਰ, ਸਵਾਲ ਦੇ ਦਾਇਰੇ 'ਚੋਂ ਬਾਹਰ ਨਾ ਜਾਓ। ਪੋਜੀਸ਼ਨ ਦੇ ਅਨੁਸਾਰ ਆਈਡੀਆ ਸੋਚਣ ਦੀ ਕੋਸ਼ਿਸ਼ ਕਰੋ ਜੋ ਤੁਹਾਡੇ ਮੇਨ ਆਈਡੀਆਜ਼ ਬਣਨਗੇ ਉਸ ਪਾਰਟਿਕੂਲਰ ਪੈਰਾਗ੍ਰਾਫਸ ਦੇ। ਠੀਕ, ਐਂਡ ਉਸ ਤੋਂ ਬਾਅਦ ਤੁਸੀਂ ਜੇਕਰ ਉਹਨਾਂ ਮੇਨ ਆਈਡੀਆਜ਼ ਨੂੰ ਸਹੀ ਚੁਣਦੇ ਹੋਏ ਉਹਦੀ ਫੁਲਫਿਲਮੈਂਟ ਕਰ ਦਿੰਦੇ ਹੋ, ਫੁਲਫਿਲਮੈਂਟ ਫਰਦਰ ਕਰ ਦਿੰਦੇ ਹੋ, ਯਾਨੀ ਸਪੋਰਟਿੰਗ ਡਿਟੇਲ ਵੀ ਸਹੀ ਲਿਖ ਲੈਂਦੇ ਹੋ ਸਕਦਾ ਤੁਸੀਂ 9 ਦੇ ਹੱਕਦਾਰ ਹੋ ਜਾਓ। ਮੈਂ ਕਹਿਣਾ ਹੁੰਦਾ ਵੀ ਟਾਸਕ ਅਚੀਵਮੈਂਟ ਕ੍ਰਾਈਟੇਰੀਆ ਜਿਹਦੇ ਨਾਲ ਇਹਦਾ ਵਾਸਤਾ ਹੈ, ਅਸੀਂ ਅੱਗੇ ਗੱਲ ਵੀ ਕਰਾਂਗੇ, ਉਹਦੇ 'ਚ 8 ਸਕੋਰ ਕਰਨੇ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ। ਮੈਂ ਇਹ ਕਹਿਣਾ ਵੀ ਜਿੰਨਾ ਬੱਚਿਆਂ ਦੀ ਗ੍ਰਾਮਰ ਵੀਕ ਹੈ ਕਈ ਵਾਰੀ ਉਹ ਵੀ ਕਰ ਜਾਂਦੇ ਆ ਜੇ ਉਹਨਾਂ ਨੂੰ ਸਹੀ ਦਿਸ਼ਾ ਨਿਰਦੇਸ਼ਨ ਮਿਲੇ, ਜਿਵੇਂ ਕਿ ਤੁਹਾਨੂੰ ਮਿਲ ਰਿਹਾ। ਅੱਛਾ, ਜਿਹੜੇ ਬੱਚੇ ਤੁਹਾਡੇ 'ਚ ਇੱਦਾਂ ਦੇ ਨੇ, ਮੈਂ ਦੇਖ ਰਿਹਾ ਕਈ ਡਿਸਕਨੈਕਟ ਹੋ ਕੇ ਬਾਰ-ਬਾਰ ਕਨੈਕਟ ਹੋ ਰਿਹਾ, ਹੋ ਸਕਦਾ ਤੁਹਾਡਾ ਨੈਟ ਨਾ ਸਹੀ ਚੱਲ ਰਿਹਾ ਹੋਵੇ। ਇਹ ਸਾਰੇ ਦਾ ਸਾਰਾ ਸੈਸ਼ਨ ਮੈਂ YouTube ਤੇ ਵੀ ਪੋਸਟ ਕਰੂੰਗਾ, ਐਂਡ ਘਬਰਾਉਣਾ ਨਹੀਂ, ਉੱਥੇ ਤੁਸੀਂ ਬਾਕੀ ਚੀਜ਼ਾਂ ਦੇਖ ਪਾਓਗੇ। ਇੱਕ ਸਟੂਡੈਂਟ ਕਹਿ ਰਿਹਾ ਸੈਂਪਲ ਆਨਸਰ ਦੇ ਦਿਓ ਬਾਅਦ 'ਚ। ਚਲੋ ਮੈਂ ਬਾਅਦ 'ਚ ਇੱਧਰ ਆਉਣਾ ਤੁਹਾਡੇ ਸਵਾਲਾਂ ਵੱਲ। ਅੱਛਾ, ਭੁੱਲੀਏ ਨਾ ਅਸੀਂ ਕਿੱਥੋਂ ਚੱਲੇ ਹਾਂ, ਕਿੱਥੇ ਪਹੁੰਚੇ ਹਾਂ, ਗਵਾਚ ਨਾ ਜਾਈਏ। ਅਸੀਂ ਸਮਝ ਲਿਆ ਵੇਟੇਜ ਆਫ ਟਾਸਕ 1 ਐਂਡ ਟਾਸਕ 2। ਆਈਡੀਅਲ ਸਟਰਕਚਰ ਅਸੀਂ ਹੁਣ ਸਮਝ ਲਿਆ ਇੱਕ ਐਸੇ ਲਈ ਕਿਹੜਾ ਹੁੰਦਾ ਹੈਗਾ। ਕੀ ਅਸੀਂ ਇਹ ਸਮਝ ਪਾਏ ਕਿ ਐਸੇ ਮਸ਼ੀਨ ਦੀ ਤਰ੍ਹਾਂ ਕਿਉਂ ਹੈ? ਬਿਲਕੁਲ ਸਮਝ ਪਾਏ ਜੀ। ਜੇ ਨਹੀਂ ਵੀ ਸਮਝੇ ਤਾਂ ਮੈਂ ਤੁਹਾਨੂੰ ਦਿਖਾਉਣਾ। ਟੌਪਿਕ ਇੱਧਰ ਜੁੜਿਆ ਰਹਿੰਦਾ, ਜਿੰਨੇ ਐਰੋਜ਼ ਬਣਾ ਲਏ ਇੱਕ ਸਾਈਕਲ ਦੀ ਚੇਨ ਦੀ ਤਰ੍ਹਾਂ ਜੋ ਜੋੜ ਰਿਹਾ ਚੀਜ਼ਾਂ ਨੂੰ। ਪੋਜੀਸ਼ਨ ਹਮੇਸ਼ਾ ਇਹਦੇ ਅਨੁਸਾਰ ਹੁੰਦੀ ਹੈ। ਮੇਨ ਆਈਡੀਆ ਕਿਸੇ ਪੈਰਾਗ੍ਰਾਫ ਦਾ ਹਮੇਸ਼ਾ ਪੋਜੀਸ਼ਨ ਦੇ ਅਨੁਸਾਰ ਹੁੰਦਾ ਹੈ। ਜੋ ਸਪੋਰਟਿੰਗ ਡਿਟੇਲਸ ਹੁੰਦੀਆਂ ਇਹ ਹਮੇਸ਼ਾ ਮੇਨ ਆਈਡੀਆ ਤੋਂ ਨਿਕਲ ਕੇ ਆਉਂਦੀਆਂ। ਇਹ ਤਾਰਾਂ ਜੁੜੀਆਂ ਹੋਈਆਂ, ਇੱਥੇ ਜਿਹੜੇ ਪੁਆਇੰਟਸ ਲਿਖਦੇ ਹਾਂ ਅਸੀਂ ਉਹਨਾਂ ਦੀ ਸਮਰੀ ਇੱਥੇ ਹੁੰਦੀ ਹੈ, ਇਹ ਤਾਰਾਂ ਇੱਥੇ ਜੁੜਦੀਆਂ ਜਾ ਕੇ ਪੋਜੀਸ਼ਨ ਨੂੰ ਦੁਬਾਰਾ ਵੀ ਰੀਸਟੇਟ ਕਰਦੇ ਆ, ਤਾਰ ਇੱਥੇ ਜੁੜਦੀ ਆ। ਜਿਹੜਾ ਹਰਾ ਪਾਰਟ ਤੁਹਾਨੂੰ ਦਿਖ ਰਿਹਾ ਤਾਰਾਂ ਦਾ ਜੰਜਾਲ ਹੈ ਜੋ ਇਹਨੂੰ ਜੋੜ ਕੇ ਰੱਖਦਾ ਹੈ। ਤਾਂ ਪਾਰਟਸ ਨੇ ਜੋੜੇ ਗਏ ਨੇ, ਰਿਡੰਡੈਂਸੀ ਨਹੀਂ ਹੈ, ਕੋਈ ਵੀ ਫालतू ਚੀਜ਼ ਨਹੀਂ ਹੈ, ਜਿਵੇਂ ਕਿ ਇਹ ਲਾਲ ਚੀਜ਼ਾਂ। ਹੁਣ ਸ਼ਾਇਦ ਅਸੀਂ ਸਭ ਤੋਂ ਇੰਪੋਰਟੈਂਟ ਪਾਰਟ ਵੱਲ ਆ ਰਹੇ ਹਾਂ ਅੱਜ ਦੇ ਲੈਸਨ ਦੇ। ਮਾਫੀ ਚਾਹੂੰਗਾ, ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਡਰਾਈ ਕਫ ਜੀ ਹੋਈ ਪਈ ਹੈ, ਐਂਡ ਸਭ ਤੋਂ ਬੁਰੀ ਇਹੀ ਹੁੰਦੀ ਹੈ। ਕਰਦੇ ਹਾਂ ਜੀ ਸ਼ੁਰੂ।
ठीक है जी। तो बैंड डिस्क्रिप्टर्स की ने a secret document to achieving your potential IELTS in IELTS writing। थोड़ी जी मंदभागी गल है कि मैंने इत्थे सीक्रेट वर्ड वरतना पै रहा क्योंकि ये जिहड़ा दस्तावेज है माफी चाहूँगा पब्लिकली अवेलेबल है। इन्हों पब्लिक बैंड डिस्क्रिप्टर्स भी कह दिता जाता है। बैंड डिस्क्रिप्टर वो डॉक्यूमेंट है जो दसदी है कि कैसे दे अंदर तुहानू की करना है, एक कैंडीडेट तो की एक्सपैक्टेड है। जेकर तो वो चीज़ जो तुहानू दसी गई है तुसी कर दोगे तो एग्जामिनर तुहानू मार्क्स दे दूगा, नहीं तो वो नहीं देगा। तो जिहड़े बैंड डिस्क्रिप्टर्स है ये सानू भी अवेलेबल कराए गए ने टीचर्स नू, लेकिन अगेन फिर मंदभागी गल ये है ज़्यादातर इंस्टीट्यूट टीचर्स ने देखा तक नहीं होंदा इस डॉक्यूमेंट नू, वो तुहानू समझा पाउण वो तो फिर बाद दीयां गल्लां ने। बैंड डिस्क्रिप्टर्स नू समझण ते ही साल लग जांदा जी, साल 2 साल बैंड डिस्क्रिप्टर नू समझण ते लग जांदा, फिर शायद साल 2 साल उन्हां नू प्रॉपर ढंग नाल बच्चों नू समझाउण ते लग जांदा। ते बड़ी मेहनत वाला काम है, लेकिन मेहनत वाला काम क्यों आउंदा है ਉਹਨੂੰ समझ लेना है। क्योंकि जेकर तुसी एग्जामिनर नू वो नहीं दे रहे जो एग्जामिनर नू चाहिदा तो एग्जामिनर तुहानू क्यों देऊगा वो चीज़ जो तुहानू चाहिदी है। मैं एक गल बड़ी आम कहना हुन्ना, मैनू कई बारी बच्चे कह देंगे है कि कई बारी क्लास च कि सर तुसी इन्ना वधिया पढ़ाउने हो बट तुसी उन्ने पॉपुलर नहीं हो जिन्ने होर बहुते टीचर्स ने। देखो मैं किसी की बुराई करके राजी नहीं हुंदा, लेकिन मैं एक जवाब जरूर देना हुन्ना। मैं कहना हुन्ना ਜਿਹੜੇ टीचर्स पॉपुलर है वो इस करके पॉपुलर है वो बच्चों ਨੂੰ ਉਹ ਦੇ ਰਿਹਾ जो बच्चों ਨੂੰ ਚਾਹੀਦਾ ਤੇ मैं जो काम करा रहा ਉਹ ਇਹ ਹੈ ਵੀ ਮੈਂ ਬੱਚਿਆਂ ਨੂੰ ਉਹ ਨਹੀਂ ਦਿੰਦਾ ਜੋ ਬੱਚਿਆਂ ਨੂੰ ਚਾਹੀਦਾ, ਮੈਂ ਬੱਚਿਆਂ ਨੂੰ ਉਹ ਦਿੰਨਾ ਜੋ ਐਗਜ਼ਾਮੀਨਰ ਨੂੰ ਚਾਹੀਦਾ। ਸਮਝ ਆ ਰਿਹਾ ਫਰਕ? ਮੈਂ ਤੁਹਾਨੂੰ ਖੁਸ਼ ਕਰਨ ਲਈ ਚਾਰ ਇੱਥੇ ਗੱਪ ਮਾਰ ਸਕਦਾ, ਬਹੁਤੀਆਂ ਇਦਾਂ ਦੀਆਂ ਗੱਲਾਂ ਕਰ ਸਕਦਾ, ਮੈਂ ਇਹ ਕਹਿ ਸਕਦਾ ਜੀ ਆਹ ਤਰੀਕਾ ਤਾਂ ਮੈਂ ਇਜਾਦ ਕੀਤਾ ਤੇ ਤੁਸੀਂ ਵੀ ਖੁਸ਼ ਹੋ ਜਾਓਗੇ ਵੀ ਹਾਂ ਹਰਦੀਪ ਸਰ ਨੇ ਸਾਡੇ ਬੜਾ ਪ੍ਰਾਊਡ ਫੀਲ ਕਰੋਗੇ ਇਨਵੈਂਟ ਕੀਤਾ। बट मैं ਤੁਹਾਨੂੰ ਦੱਸ ਦਿੰਦਾ ਜੋ ਕੁਝ ਵੀ ਮੈਂ ਕਰਾਉਣਾ ਉਹ ਬੈਂਡ ਡਿਸਕ੍ਰਿਪਟਰਸ ਤੋਂ ਕਰਾਉਣਾ, ਇਹ ਮੇਰਾ ਓਪੀਨੀਅਨ ਨਹੀਂ ਹੈ। ਤਾਂ ਇਹ ਤੋਂ ਬਾਅਦ ਜੋ ਵੀ ਗੱਲਾਂ ਆਪਾਂ ਕਰਾਂਗੇ ਇਟਸ ਨਾਟ ਮਾਈ ਓਪੀਨੀਅਨ, ਇੱਕ ਡਾਕੂਮੈਂਟ ਹੈ ਜੋ ਪਬਲਿਕਲੀ ਅਵੇਲੇਬਲ ਹੈ ਜਿਹਦੇ ਅਨੁਸਾਰ ਐਗਜ਼ਾਮੀਨਰ ਨੂੰ ਟ੍ਰੇਨ ਕੀਤਾ ਜਾਂਦਾ ਹੈ ਤੇ ਉਸੇ ਡਾਕੂਮੈਂਟ ਦੇ ਅਨੁਸਾਰ ਮੈਂ ਸਾਰੇ ਬੱਚਿਆਂ ਨੂੰ ਪੜਾਉਣਾ। ਇਹੀ ਕਾਰਨ ਹੈ ਸਾਡੇ ਰਾਈਟਿੰਗ ਦੇ ਰਿਜ਼ਲਟ ਇੰਨੇ ਵਧੀਆ ਆਉਂਦੇ। ਇਹਦੇ ਵਿੱਚ ਕੋਈ ਹੋਰ ਹਰਦੇਵ ਸਰ ਕੋਲੇ ਆਪਦੇ ਸੀਕ੍ਰੇਟਸ ਨਹੀਂ ਹੈ ਅਦਰ ਦੈਨ ਆਬਵੀਅਸਲੀ ਮਾਈ ਟੀਚਿੰਗ ਸਕਿੱਲ। अच्छा ਜਿਹੜੇ ਬੱਚੇ ਬੈਂਡ ਡਿਸਕ੍ਰਿਪਟਰਸ ਦੇ ਅਨੁਸਾਰ ਨਹੀਂ ਲਿਖਦੇ ਉਹਨਾਂ ਲਈ ਐਗਜ਼ਾਮੀਨਰ ਦਾ ਇਹ ਰਿਐਕਸ਼ਨ ਹੁੰਦਾ। ਪੜ੍ਹ ਲਓ ਇਹਨੂੰ ਧਿਆਨ ਨਾਲ, ਇਹ ਐਕਚੁਅਲੀ ਐਗਜ਼ਾਮੀਨਰ ਹੀ ਹੈ। ਠੀਕ ਹੈ ਜੀ, ਤੁਸੀਂ ਆਇਲਟ ਸਾਈਮਨ ਬਾਰੇ ਸੁਣਿਆ ਹੋਣਾ। ਮੈਨੂੰ ਬਾਈ ਚਾਂਸ ਫੋਟੋ ਲੱਭ ਗਈ ਤੇ ਮੈਨੂੰ ਫੋਟੋ 'ਚ ਲੱਗ ਵੀ ਇਹ ਰਿਹਾ ਸੀ ਵੀ ਉਹ ਕੋਈ ਐ ਕਮੀ ਜੀ ਕੱਢ ਰਿਹਾ ਤੇ ਮੈਂ ਕਿਹਾ ਚਲੋ ਵੀ ਕਾਰਟੂਨ ਬਣਾ ਦਈਏ, ਉਹ ਆ ਕੀ ਲਿਖੀ ਜਾਂਦਾ। ਤਾਂ ਇਹ ਰਿਐਕਸ਼ਨ ਹੁੰਦਾ ਬਹੁਤ ਸਾਰੇ ਐਗਜ਼ਾਮੀਨਰਸ ਦਾ, ਕਿਉਂਕਿ ਅਗੇਨ ਮੰਦਭਾਗੀ ਗੱਲ ਇਹ ਵੀ ਸਾਨੂੰ ਸਿਖਾਇਆ ਹੀ ਨਹੀਂ ਜਾਂਦਾ ਵੀ ਐਗਜ਼ਾਮੀਨਰ ਦੀ ਡਿਮਾਂਡਾਂ ਕੀ ਨੇ ਵੀ ਅਸੀਂ ਉਹਨੂੰ ਪੂਰੀਆਂ ਕਰੀਏ। ਸਮਝ ਆ ਗਈ ਜੀ ਗੱਲ? ਤਾਂ ਆਹ ਵਾਲਾ ਰਿਐਕਸ਼ਨ ਸਾਨੂੰ ਨਹੀਂ ਚਾਹੀਦਾ ਵੀ ਐਗਜ਼ਾਮੀਨਰ ਨਾਲ ਵਾਲੇ ਨੂੰ ਕਹੇ ਵੀ ਉਹ ਆਹ ਕੀ ਲਿਖੀ ਜਾਂਦਾ, ਜਾਂ ਜੇ ਤੁਸੀਂ ਪੰਜਾਬ ਦੇ ਕਿਸੇ ਹੋਰ ਹਿੱਸੇ ਤੋਂ ਤਾਂ ਆਹ ਕੀ ਲਿਖੀ ਜਾਣ ਡਿਆ ਹੈ। ਇਹ ਮੌਕਾ ਅਸੀਂ ਐਗਜ਼ਾਮੀਨਰ ਨੂੰ ਨਹੀਂ ਦੇਣਾ। ਅੱਛਾ ਤੁਹਾਡੀ ਚੈਟ ਮੈਨੂੰ ਥੋੜਾ ਡਿਸਟਰੈਕਟ ਕਰ ਰਹੀ ਹੈ ਬਟ ਚਲੋ ਕੋਈ ਗੱਲ ਨਹੀਂ, ਜਾਰੀ ਰੱਖਦੇ ਹਾਂ। ਬੈਂਡ ਡਿਸਕ੍ਰਿਪਟਰਸ ਕੀ ਹੈ ਜੀ? ਆ ਜਿਹੜੀ ਡਾਕੂਮੈਂਟ ਤੁਹਾਨੂੰ ਅੱਖਾਂ ਸਾਹਮਣੇ ਦਿਖ ਰਹੀ ਹੈ ਤੇ ਜੇ ਤੁਸੀਂ ਮੋਬਾਈਲ ਸਕਰੀਨ ਤੇ ਹੋ ਤੁਸੀਂ ਸ਼ਾਇਦ ਕੁਝ ਪੜ੍ਹ ਵੀ ਨਾ ਪਾ ਰਹੇ ਹੋ ਇੱਥੋਂ, ਤਾਂ ਮੈਂ ਤੁਹਾਨੂੰ ਦੱਸ ਦਿੰਦਾ ਇਹ ਕੀ ਹੈ। ਉੱਪਰ ਨਿਗਾਹ ਮਾਰੋ, ਟਾਸਕ ਰਿਸਪੌਂਸ, ਕੋਹੈਰੈਂਸ, ਕੋਹੀਜਨ, ਲੈਕਸੀਕਲ ਰਿਸੋਰਸ, ਗ੍ਰਾਮੈਟੀਕਲ ਰੇਂਜ ਐਂਡ ਐਕਿਊਰੇਸੀ। 9 ਬੈਂਡ ਉਸ ਬੱਚੇ ਨੂੰ ਮਿਲਣਗੇ ਜੋ ਆ ਦੋ ਸ਼ਰਤਾਂ ਪੂਰੀਆਂ ਕਰੂਗਾ। ਆ ਦੋ ਸ਼ਰਤਾਂ, ਆ ਇੱਕ ਸ਼ਰਤ, ਆ ਇੱਕ ਸ਼ਰਤ। ਇੱਥੇ ਲਿਖੀਆਂ ਉਹ ਸਾਰੀਆਂ ਸ਼ਰਤਾਂ ਜੋ ਤੁਹਾਨੂੰ ਪੂਰੀਆਂ ਕਰਨੀਆਂ ਕੋਈ ਖਾਸ ਸਕੋਰ ਹਾਸਿਲ ਕਰਨ ਲਈ। ਤਾਂ ਉਹ ਜਿਹੜਾ ਖਾਸ ਸਕੋਰ ਹੈ ਉਹ ਤੁਸੀਂ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਸ਼ਰਤਾਂ ਨੂੰ ਸਮਝਣਾ ਜ਼ਰੂਰੀ ਹੈ, ਹੈ ਨਾ। ਐਂਡ ਸਮਝ ਕੇ ਹੀ ਫਿਰ ਤੁਸੀਂ ਆਬਵੀਅਸਲੀ, ਮੈਂ ਇੱਕ ਚੀਜ਼ ਕਹਿਣਾ ਹੁੰਦਾ ਵੀ ਤੁਸੀਂ ਇਹਨਾਂ ਸ਼ਰਤਾਂ ਨੂੰ ਸਮਝਦੇ ਨਹੀਂ, ਜਦੋਂ ਸਮਝਦੇ ਨਹੀਂ ਤਾਂ ਐਗਜ਼ਾਮੀਨਰ ਦੇ ਸਾਹਮਣੇ ਪੂਰਾ ਨਹੀਂ ਕਰ ਪਾਉਂਦੇ ਤੇ ਐਗਜ਼ਾਮੀਨਰ ਜਿਹੜਾ ਫਿਰ ਤੁਹਾਨੂੰ ਮਾਰਕਸ ਨਹੀਂ ਦੇ ਪਾਉਂਦਾ। ਇਹ ਸਰਕਲ ਪ੍ਰੋਸੈਸ ਸਮਝਣਾ ਬਹੁਤ ਆਸਾਨ ਹੈ। ਮੇਰਾ ਕੰਮ ਅੱਜ ਇਹ ਰਹੂਗਾ ਵੀ ਆ ਜਿਹੜੇ ਬੈਂਡ ਡਿਸਕ੍ਰਿਪਟਰਸ ਹੈ ਇਹਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਚੀਜ਼ਾਂ ਕੱਢ ਕੇ ਲਿਆਉਣਾ ਤੇ ਤੁਹਾਨੂੰ ਉਹ ਚੀਜ਼ਾਂ ਸਿਖਾਉਣਾ ਐਕਸ਼ਨੇਬਲ ਵੇ 'ਚ, ਵਰਕੇਬਲ ਵੇ 'ਚ, ਜਿਸ ਤਰੀਕੇ ਨਾਲ ਤੁਹਾਡੇ ਕੰਮ ਹੋਣ। ਅੱਛਾ ਇੱਕ ਚੀਜ਼ ਮੈਂ ਪਹਿਲਾਂ ਹੀ ਕਲੀਅਰ ਕਰਦਾ, ਤੁਹਾਡਾ ਮੰਨ ਲਓ ਇਹ ਐਸੇ ਦੇ ਬੈਂਡ ਡਿਸਕ੍ਰਿਪਟਰਸ ਹੈ, ਜੋ ਓਵਰਆਲ ਸਕੋਰ ਹੈ ਉਹ ਕਿੱਦਾਂ ਲੱਗਦਾ ਹੈ ਥੋੜਾ ਜਿਹਾ ਸਮਝ ਲਿਆ ਜਾਵੇ ਤਾਂ ਬੈਟਰ ਰਹੂਗਾ।
ਤੁਹਾਨੂੰ ਇਹਦੇ ਚੋਂ ਵੀ 9 ਚੋਂ ਸਕੋਰ ਦੇਣਗੇ, ਇਹਦੇ ਚੋਂ ਵੀ 9 ਚੋਂ ਦੇਣਗੇ, ਇਹਦੇ ਚੋਂ ਵੀ 9, ਇਹਦੇ ਚੋਂ ਵੀ 9। ਮੰਨ ਲਓ ਇੱਥੇ 7, ਇੱਥੇ 7, ਇੱਥੇ 6, ਇੱਥੇ 6, ਇਹਨੂੰ ਜੋੜ ਕੇ 4 ਨਾਲ ਭਾਗ ਕਰ ਦੇਣਗੇ, ਡਿਵਾਈਡ ਕਰ ਦੇਣਗੇ ਤੇ 6.5 ਆ ਜਾਣਗੇ। ਸਮਝ ਆ ਗਈ ਗੱਲ? ਸਿੰਪਲ ਤਰੀਕਾ ਹੈ। ਹੁਣ ਸਾਡਾ ਕੰਮ ਹੋਊਗਾ 1 ਬਾਏ 1 ਇਹਨਾਂ ਦੀਆਂ ਸ਼ਰਤਾਂ ਨੂੰ ਸਮਝਣਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿਹੜੀ ਚੀਜ਼ ਮੈਂ ਤੁਹਾਨੂੰ ਅੱਜ 1.5 ਘੰਟੇ 'ਚ ਕਰਾਉਣ ਵਾਲਾ, ਇਹ ਮੈਂ ਆਪਣੇ ਆਨਲਾਈਨ ਜਿਹੜਾ ਮੇਰਾ ਕੋਰਸ ਹੈ ਉਹਦੇ ਅੰਦਰ 4 ਹਫ਼ਤਿਆਂ ਦੇ ਅੰਦਰ ਕਰਾਉਣਾ। ਤਾਂ ਜਦੋਂ ਮੈਂ ਸੋਚ ਰਿਹਾ ਸੀ ਇਸ ਕਲਾਸ ਬਾਰੇ, ਤਾਂ ਮੇਰੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਇਹ ਸੀਗਾ ਵੀ 1 ਘੰਟੇ ਦੇ ਅੰਦਰ, 1.5 ਘੰਟੇ ਦੇ ਅੰਦਰ ਕਿੱਦਾਂ ਉਹ ਚੀਜ਼ਾਂ ਕਰਾਈਆਂ ਜਾਣ ਜੋ ਮੈਂ 4 ਹਫ਼ਤਿਆਂ 'ਚ ਕਰਾਉਣਾ। ਤਾਂ ਫਿਰ ਜਵਾਬ ਇਹੀ ਆਇਆ ਵੀ ਛਾਂਟਿਆ ਜਾਵੇ, ਜਿਹੜੀਆਂ ਚੀਜ਼ਾਂ ਜ਼ਰੂਰੀ ਆ ਉਹ ਕੱਢ ਲਿਆਵਾਂ, ਜਿਹੜੀਆਂ ਨਹੀਂ ਜ਼ਰੂਰੀ ਉਹਨਾਂ ਨੂੰ ਪਾਸੇ ਰੱਖ ਦਈਏ, ਉਹਨਾਂ ਦੀ ਗੱਲ ਕਰਕੇ ਛੱਡ ਦਈਏ। ਤਾਂ ਮੈਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕੀਤੀ ਹੈ ਤੁਹਾਡੇ ਤੱਕ ਇਨਫੋਰਮੇਸ਼ਨ ਆਵੇ। ਇਸ ਤੋਂ ਪਹਿਲਾਂ ਕਿ ਅਸੀਂ ਇੱਕ ਚੀਜ਼ ਤੇ ਨਿਗਾਹ ਮਾਰੀਏ, ਲੇਕਿਨ ਪਹਿਲਾਂ ਆਪਾਂ ਨੂੰ ਇਹ ਸਮਝ ਲੈਣਾ ਕਿ ਜੇ ਮੇਰੀ ਰਿਕੁਆਇਰਮੈਂਟ 7 ਦੀ ਹੈ ਤਾਂ ਮੈਨੂੰ ਸਕੋਰ ਕੀ ਚਾਹੀਦਾ ਇੰਡੀਵਿਜੂਅਲ ਕ੍ਰਾਈਟੇਰੀਆ 'ਚ। ਟਾਸਕ ਅਚੀਵਮੈਂਟ, ਕੋਹੈਰੈਂਸ, ਕੋਹੀਜ਼ਨ, ਲੈਕਸੀਕਲ ਰਿਸੋਰਸ, ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ। ਬੱਚੇ ਨੇ 4 ਦੇ ਅੰਦਰ 7 ਸਕੋਰ ਕੀਤੇ, ਓਬਵੀਅਸਲੀ 7 ਹੀ ਲੱਗਣੇ ਆ। ਬੱਚੇ ਨੇ 3 ਦੇ ਅੰਦਰ 7 ਕੀਤੇ ਲੇਕਿਨ 1 'ਚ 6, ਜੇ ਇਹਨੂੰ ਜੋੜ ਕੇ ਡਿਵਾਈਡ ਕਰੀਏ ਤਾਂ 6.75 ਬਣਦਾ ਹੈ। ਇੱਕ ਗਲਤ ਫਹਿਮੀ ਹੈ ਕਿ ਇਹ ਉੱਪਰ ਜਾਂਦਾ ਹੈ, 0.25 ਉੱਪਰ ਜਾਊਗੇ 7 ਲੱਗਣਗੇ, ਨਹੀਂ ਜੀ। ਰਾਉਂਡ ਡਾਊਨ ਹੁੰਦੇ ਆ ਨੰਬਰਸ ਇੱਥੇ, ਇਹ ਰਾਉਂਡ ਅਪ ਨਹੀਂ ਹੁੰਦੇ। ਅੱਛਾ, ਫਿਰ ਇਹਦਾ ਮਤਲਬ ਕੀ ਹੈ? ਜੇ ਗ੍ਰਾਮਰ 'ਚ 6 ਆਉਣੇ ਹੀ ਆਉਣੇ ਆ ਤੇ ਇਹਦੀ ਗੱਲ ਮੈਂ ਕਰੂੰਗਾ ਵੀ ਕਿਉਂ 95% ਸਟੂਡੈਂਟ ਕਿੰਨੀ ਵੀ ਮਿਹਨਤ ਕਰ ਲੈਣ ਉਹ ਗ੍ਰਾਮਰ 'ਚ 6 ਹੀ ਲੈਣਗੇ। ਤਾਂ ਜੇ 6 ਆਉਣੇ ਹੀ ਆਉਣੇ ਆ ਤਾਂ 7 ਆ ਨਹੀਂ ਸਕਦੇ, ਨਹੀਂ ਆ ਸਕਦੇ ਜੇ ਤੁਸੀਂ ਕੰਪਨਸੇਟ ਕਰ ਦਿਓ। ਮੰਨ ਲਓ ਟਾਸਕ ਅਚੀਵਮੈਂਟ 'ਚ 8 ਲੈ ਗਏ, ਇਹਦੀ ਭਰਪਾਈ ਕਰਤੀ। ਜੇ 2 ਕ੍ਰਾਈਟੀਰੀਆਜ਼ 'ਚ 6 ਲੈ ਗਏ ਤਾਂ ਫਿਰ 2 'ਚ 8 ਲੈਣੇ ਪੈਣੇ, ਤਾਂ ਹੀ 7 ਬਣਨਗੇ। ਸਭ ਤੋਂ ਜ਼ਿਆਦਾ ਜਿਹੜਾ ਕਾਮਨ ਸਿਨੈਰੀਓ ਮੇਰੇ ਹਿਸਾਬ ਨਾਲ ਹੁੰਦਾ ਉਹ ਇਹ ਹੁੰਦਾ, ਮੇਰੇ ਜਿਹੜੇ ਸਟੂਡੈਂਟਸ ਬੈਂਡ 7 ਸਕੋਰ ਕਰਦੇ ਆ, ਹਰ ਮਹੀਨੇ ਲਗਭਗ 4.5 ਰਿਜ਼ਲਟ ਇਦਾਂ ਦੇ ਹੁੰਦੇ ਆ ਜੋ ਸਾਰੇ 7 ਸਕੋਰ ਕਰਦੇ ਆ। ਹਮੇਸ਼ਾ ਮੈਨੂੰ ਇਹ ਲੱਗ ਰਿਹਾ ਹੁੰਦਾ ਵੀ ਉਹਨਾਂ ਨੇ ਇੱਥੇ ਤਾਂ 6 ਕੀਤੇ, ਉਹਨੇ ਕਿ ਇੱਥੇ ਕੰਪਨਸੇਟ ਕਰ ਲਿਆ ਹੋਣਾ, ਜਾਂ ਕਈ ਵਾਰੀ ਇੱਥੇ। ਅੱਛਾ, ਮੈਂ ਤੁਹਾਨੂੰ ਇਹ ਗੱਲ ਕਿਉਂ ਸਮਝਾ ਰਿਹਾ? ਕਿਉਂਕਿ ਓਬਵੀਅਸਲੀ ਤੁਹਾਡੀ ਕੋਈ ਨਾ ਕੋਈ ਰਿਕੁਆਇਰਮੈਂਟ ਹੈ। ਰਿਕੁਆਇਰਮੈਂਟ ਜਿਹੜੀ ਆ ਉਹਦੇ ਅਨੁਸਾਰ ਤੁਸੀਂ ਫਿਰ ਅੰਦਾਜ਼ਾ ਲਾ ਸਕਦੇ ਹੋ ਤੁਹਾਨੂੰ ਕਿੰਨਾ ਸਕੋਰ ਕਰਨਾ ਹੈ। ਮਾਫੀ ਚਾਹੂੰਗਾ ਜੇ ਤੁਹਾਡੀ ਰਿਕੁਆਇਰਮੈਂਟ ਘੱਟ ਹੈ, ਲੇਕਿਨ ਤੁਸੀਂ ਅੰਦਾਜ਼ਾ ਲਾ ਕੇ ਸਮਝ ਸਕਦੇ ਹੋ। 6 6 6 5 ਓਬਵੀਅਸਲੀ ਬਣਿਆ 5.75। ਜੇ ਮੇਰਾ ਅੰਦਾਜ਼ਾ ਗਲਤ ਨਹੀਂ ਹੈ ਤਾਂ 6 ਨਹੀਂ ਲੱਗਣਗੇ, 5.5 ਲੱਗਣਗੇ, ਰਾਉਂਡ ਡਾਊਨ ਹੋਊਗਾ। ਸਾਰਿਆਂ 'ਚ 6 ਕਰ ਲਓ, ਜਾਂ ਜੇ 3 'ਚ 6 ਕਰ, 2 'ਚ 6 ਕੀਤੇ, 1 'ਚ 5 ਕੀਤੇ ਤਾਂ ਫਿਰ 1 'ਚ ਕੰਪਨਸੇਟ ਕਰਨ ਲਈ 7 ਕਰ ਲਓ। ਸਿੰਪਲ ਗਣਿਤ ਹੈ। ਅਜੇ ਬਾਅਦ ਵਿੱਚ ਜੇ ਤੁਸੀਂ ਮੈਨੂੰ ਮੈਸੇਜ ਕਰੋਗੇ ਤਾਂ ਮੈਂ ਤੁਹਾਨੂੰ ਜਿਹੜਾ ਮੈਂ ਪਹਿਲਾਂ ਕਿਹਾ ਸੀਗਾ ਆਹ ਵਾਲਾ ਟੇਬਲ, ਇਹ ਡਿਟੇਲ ਟੇਬਲ ਵੀ ਭੇਜ ਦੂੰਗਾ। ਮੈਂ ਇੱਥੇ ਰੱਖਣਾ ਵੀ ਸੀ, ਅਨਫੋਰਚੂਨੇਟਲੀ ਮੈਂ ਭੁੱਲ ਗਿਆ। ਹੁਣ ਅਸੀਂ ਆਉਂਦੇ ਹਾਂ ਆਪਣੀ ਕਲਾਸ ਦੀ ਸਭ ਤੋਂ ਜ਼ਰੂਰੀ ਪਾਰਟ ਵੱਲ। ਤਾਂ ਬੋਰ ਤਾਂ ਨਹੀਂ ਹੋ ਰਹੇ ਜੀ? ਕਰੀਏ ਸ਼ੁਰੂ। ਐਕਸਾਈਟਡ? ਹਾਂਜੀ ਸੰਗਮ ਜੀ, ਤੁਸੀਂ ਲਿਖਿਆ ਕਰਤਾ ਹੋਈ ਕੰਮ, ਉਹ ਵੀ ਲਿਖ ਸਕਦੇ ਸੀ। ਚਲੋ, ਤਾਂ ਇਹ ਜਿਹੜੀ ਅਟੈਂਸ਼ਨ ਹੈ ਬਣਾ ਕੇ ਰੱਖਣੀ ਹੈ। ਧਿਆਨ ਰੱਖੋ, ਕੋਈ ਸਟ੍ਰੈਸ ਨਹੀਂ ਲੈਣਾ ਇਹਨਾਂ ਗੱਲਾਂ ਨੂੰ ਸਮਝਦੇ ਹੋਏ। ਇਹ ਵੀਡੀਓ ਤੁਹਾਡੇ ਕੋਲ ਹਮੇਸ਼ਾ ਹੀ ਰਹਿਣੀ ਹੈ, ਤੁਸੀਂ ਦੁਬਾਰਾ ਵੀ ਦੇਖ ਸਕਦੇ ਹੋ। ਤਾਂ ਬਿਨਾਂ ਕੋਈ ਚਿੰਤਾ ਲਏ, ਆਰਾਮ ਨਾਲ, ਰਿਲੈਕਸ ਤਰੀਕੇ ਨਾਲ ਆਪਾਂ ਸਾਰੀਆਂ ਚੀਜ਼ਾਂ ਨੂੰ ਸਮਝਣਾ ਹੈ। ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਟਾਈਮ ਦੀ ਪਰਵਾਹ ਨਹੀਂ ਕਰਨੀ, ਆਪਾਂ ਨੂੰ ਜਿਹੜੀ ਚੀਜ਼ ਤੇ ਜਿੰਨਾ ਟਾਈਮ ਲੱਗੂਗਾ ਆਪਾਂ ਕਰਾਂਗੇ। ਮੇਰਾ ਮਕਸਦ ਇਹ ਹੈ ਵੀ ਬਾਏ ਦੀ ਐਂਡ ਆਫ ਦਿਸ ਕਲਾਸ ਤੁਹਾਨੂੰ ਵਾਕਿਆ 'ਚ ਹੀ ਫਾਇਦਾ ਮਿਲੇ। ਤਾਂ ਸ਼ੁਰੂ ਕਰਦੇ ਹਾਂ। ਅੰਡਰਸਟੈਂਡਿੰਗ ਈਚ ਕ੍ਰਾਈਟੇਰੀਆ। ਅਸੀਂ ਆਲਰੇਡੀ ਦੇਖ ਚੁੱਕੇ ਹਾਂ 4 ਕ੍ਰਾਈਟੇਰੀਆ ਹੁੰਦੇ ਆ: ਟਾਸਕ ਅਚੀਵਮੈਂਟ, ਕੋਹੈਰੈਂਸ, ਕੋਹੀਜ਼ਨ, ਲੈਕਸੀਕਲ ਰਿਸੋਰਸ, ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ। ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਕਵਰ ਕਰਨ ਵਾਲੇ ਹਾਂ, ਕੁਝ ਚੀਜ਼ਾਂ ਮੈਂ ਤੁਹਾਨੂੰ ਹੁਣੇ ਹੀ ਸਮਝਾਊਂਗਾ, ਕੁਝ ਲਈ ਮੈਂ ਤੁਹਾਨੂੰ ਕਹਿ ਦੂੰਗਾ ਕਿ YouTube ਤੇ ਮੇਰੀ ਵੀਡੀਓ ਪਈ ਹੈ, ਤੇ ਕੁਝ ਚੀਜ਼ਾਂ ਸਾਨੂੰ ਛੱਡਣੀਆਂ ਪੈਣਗੀਆਂ ਕਿਉਂਕਿ ਨਾ ਤਾਂ ਉਹਨਾਂ ਦੀ ਕੋਈ ਵੀਡੀਓ ਪਈ ਹੈ ਕਿਤੇ, ਤੇ ਲੇਕਿਨ ਉਹਦੇ ਬਾਰੇ ਕੋਈ ਨਾ ਕੋਈ ਟਿਪਸ ਮੈਂ ਤੁਹਾਨੂੰ ਦਊਂਗਾ। ਪਹਿਲਾਂ ਸ਼ੁਰੂ ਕਰਦੇ ਹਾਂ ਟਾਸਕ ਅਚੀਵਮੈਂਟ ਤੋਂ। ਟਾਸਕ ਅਚੀਵਮੈਂਟ ਕ੍ਰਾਈਟੇਰੀਆ ਦੇ ਅੰਦਰ ਹੁਣ ਦੇਖੋ, ਬੈਂਡ ਡਿਸਕ੍ਰਿਪਟਰ ਪੜ੍ਹਨ ਬਹਿ ਜਾਓਗੇ ਦਿਮਾਗ ਘੁੰਮ ਜਾਊਗਾ। ਮੈਂ ਸਿੰਪਲੀਫਾਈ ਕੀਤਾ ਹੋਇਆ। 5 ਚੀਜ਼ਾਂ ਦੇਖੀਆਂ ਜਾਂਦੀਆਂ। ਪਹਿਲੀ ਗੱਲ, ਤੁਹਾਡੇ ਆਈਡੀਆਜ਼ ਦੀ ਰੈਲੇਵੈਂਸ। ਇਸ ਮੁੱਦੇ ਤੇ ਅਸੀਂ ਆਲਰੇਡੀ ਗੱਲ ਕਰ ਚੁੱਕੇ ਹਾਂ, ਹਲਕੀ ਫੁਲਕੀ ਗੱਲ ਹੋਰ ਕਰਾਂਗੇ ਬਾਅਦ 'ਚ। ਰੈਲੇਵੈਂਸ ਦਾ ਮਤਲਬ ਔਨ ਟੌਪਿਕ ਆਈਡੀਆਜ਼ ਲਿਖਣੇ। ਜਦੋਂ ਅਸੀਂ ਕਹਿੰਦੇ ਔਨ ਟੌਪਿਕ ਆਈਡੀਆ ਤਾਂ ਮਤਲਬ ਪਹਿਲਾਂ ਤਾਂ ਟੌਪਿਕ ਸਹੀ ਲਿਖਣਾ, ਫਿਰ ਪੋਜੀਸ਼ਨ ਸਹੀ ਲਿਖਣੀ, ਫਿਰ ਪੋਜੀਸ਼ਨ ਦੇ ਅਨੁਸਾਰ ਮੇਨ ਆਈਡੀਆ ਲਿਖਣਾ, ਤੇ ਫਿਰ ਜੇ ਰੱਬ ਨੂੰ ਮਨਜ਼ੂਰ ਹੋਇਆ ਤੇ ਫਿਰ ਡਿਟੇਲ ਪੈਰਾਗ੍ਰਾਫਸ, ਡਿਟੇਲ ਸਪੋਰਟਿੰਗ ਡਿਟੇਲਸ ਆਈਡੀਆ ਦੇ ਅਨੁਸਾਰ ਲਿਖਣੀ। ਇਹ ਹੁੰਦਾ ਰੈਲੇਵੈਂਸ। ਇਹ ਕਨਸੈਪਟ ਅਸੀਂ ਦੇਖ ਚੁੱਕੇ ਹਾਂ।
ਪੋਜੀਸ਼ਨ ਦੀ ਕੰਸੈਪਟ ਵੀ ਤੁਸੀਂ ਸਮਝ ਚੁੱਕੇ ਹੋ ਕਿ ਸਪਸ਼ਟ ਪੋਜੀਸ਼ਨ ਲਿਖਣੀ ਹੈ, ਉਹਦੇ ਅਨੁਸਾਰ ਹੀ ਪੈਰਾਗ੍ਰਾਫਿੰਗ ਕਰਨੀ ਹੈ। ਇਹ ਦੋ ਮੁੱਦਿਆਂ ਤੇ ਅਸੀਂ ਗੱਲ ਨਹੀਂ ਕਰਾਂਗੇ। ਆਪਾਂ ਬਾਕੀ ਤਿੰਨ ਮੁੱਦਿਆਂ ਤੇ ਥੋੜੀ ਬਹੁਤ, ਖਾਸ ਕਰਕੇ ਪਾਰਟਸ ਤੇ ਹੈਜਿੰਗ ਤੇ ਗੱਲ ਕਰਾਂਗੇ। ਡਿਵੈਲਪਿੰਗ ਆਈਡੀਆਜ਼ ਤੇ ਹਲਕਾ ਜਿਹਾ ਡਿਸਕਸ਼ਨ ਮੈਂ ਰੱਖੂੰਗਾ। ਪਹਿਲਾਂ ਗੱਲ ਕਰਦੇ ਹਾਂ ਪਾਰਟਸ ਦੀ। ਬੈਂਡ ਡਿਸਕ੍ਰਿਪਟਰਸ ਤੇ ਜੇ ਅਸੀਂ ਨਿਗਾਹ ਮਾਰੀਏ ਤਾਂ ਪਾਰਟਸ ਦਾ ਜ਼ਿਕਰ ਕੁਝ ਇਸ ਤਰੀਕੇ ਨਾਲ ਆਉਂਦਾ ਹੈ। ਐਡਰੈਸਿਸ ਦਾ ਟਾਸਕ ਓਨਲੀ ਪਾਰਸ਼ਲੀ, ਟਾਸਕ ਦੇ ਕੁਝ ਹੀ ਪਾਰਟਸ ਐਡਰੈਸ ਕੀਤੇ। ਐਡਰੈਸ ਆਲ ਪਾਰਟਸ ਆਫ ਦ ਟਾਸਕ, ਲੇਕਿਨ ਕੁਝ ਪਾਰਟਸ ਮੇ ਬੀ ਮੋਰ ਫੁਲੀ ਕਵਰਡ ਦੈਨ ਅਦਰਸ। ਫਿਰ ਕਹਿੰਦੇ ਐਡਰੈਸ ਆਲ ਪਾਰਟਸ ਆਫ ਦ ਟਾਸਕ, ਉਦੋਂ ਬਾਅਦ ਬਸ ਸਫੀਸ਼ੀਐਂਟਲੀ ਐਡਰੈਸਿਸ, ਫੁਲੀ ਐਡਰੈਸਿਸ। ਪੰਜ ਨੂੰ ਸਮਝੀਏ, ਮੇਰੇ ਪੰਜ ਕਿਉਂ ਲੱਗਣਗੇ। ਸਭ ਤੋਂ ਵਧੀਆ ਤਰੀਕਾ ਪਾਰਟਸ ਨੂੰ ਸਮਝਣ ਦਾ ਹੁੰਦਾ ਵੀ ਡਿਸਕਸ਼ਨ ਐਸੇ ਚੱਕ ਲਓ, ਕੋਈ ਮੈਂ ਇੱਥੇ ਰੱਖਿਆ ਹੋਇਆ। ਸਮ ਪੀਪਲ ਥਿੰਕ ਦੈਟ ਗਵਰਨਮੈਂਟ ਸ਼ੁੱਡ ਹੈਲਪ should support retired people financially, ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। others believe they should take care of themselves। ਇਹ ਇੱਕ ਪਾਰਟ ਹੋ ਗਿਆ, ਇਹ ਦੂਜਾ ਪਾਰਟ ਹੋ ਗਿਆ। ਡਿਸਕਸ਼ਨ ਐਸੇ ਦੇ ਅੰਦਰ ਦੋ ਵਿਊਜ਼ ਹੁੰਦੇ ਆ ਤੇ ਦੋ ਪਾਰਟ ਬਣ ਗਏ। ਕੀ ਕਹਿ ਰਹੇ ਸੀ ਪੰਜ ਵਾਲੇ? ਟਾਸਕ ਓਨਲੀ ਪਾਰਸ਼ਲੀ, ਇਹਦਾ ਮਤਲਬ ਇੱਕੋ ਹੀ ਪਾਰਟ ਕਵਰ ਕੀਤਾ। ਬੱਚੇ ਨੇ ਇੱਕੋ ਸਾਈਡ ਬਾਰੇ ਲਿਖਤਾ, ਮੰਨ ਲਓ ਸਿਰਫ ਵਿਊ 1 ਬਾਰੇ ਸਾਰਾ ਐਸੇ ਲਿਖਤਾ ਜਾਂ ਸਿਰਫ ਵਿਊ 2 ਬਾਰੇ ਸਾਰਾ ਐਸੇ ਲਿਖਤਾ। ਜੇ ਬੱਚਾ ਇਦਾਂ ਕਰੂਗਾ ਤਾਂ ਇਹਦੇ 5 ਤੋਂ ਜ਼ਿਆਦਾ ਨਹੀਂ ਲੱਗਣਗੇ। ਟਾਸਕ ਅਚੀਵਮੈਂਟ 'ਚ ਸਾਡਾ ਗੋਲ ਘੱਟੋ ਘੱਟ 8 ਦਾ ਹੈ, ਭਾਵੇਂ ਤੁਸੀਂ ਕਿੰਨੇ ਵੀ ਕਮਜ਼ੋਰ ਸਟੂਡੈਂਟ ਹੋ ਤਾਂ ਬਹੁਤ ਪਿੱਛੇ ਰਹਿ ਜਾਓਗੇ। ਫਿਰ 6 ਵਾਲਾ ਐਡਰੈਸਿਸ ਆਲ ਪਾਰਟਸ, ਉਹ ਦੋਨੋਂ ਬਾਰੇ ਗੱਲ ਕਰ ਰਿਹਾ, ਤਾਂ ਇੱਕ ਚੰਗੀ ਚੀਜ਼ ਤਾਂ ਕੀਤੀ। ਲੇਕਿਨ ਸਮ ਪਾਰਟਸ ਮੇ ਬੀ ਮੋਰ ਫੁਲੀ ਕਵਰਡ ਦੈਨ ਅਦਰਸ। ਉਹਨੇ ਆਹ ਵਾਲੀ ਚੀਜ਼ ਦਾ ਮੰਨ ਲਓ ਪੈਰਾਗ੍ਰਾਫ ਐਡਾ ਲਿਖਿਆ ਤੇ ਆਹ ਵਾਲੀ ਚੀਜ਼ ਦਾ ਪੈਰਾਗ੍ਰਾਫ ਐਡਾ ਲੰਬਾ ਲਿਖਤਾ। 20 ਵਰਡਸ ਤੋਂ ਜ਼ਿਆਦਾ ਦਾ ਅੰਤਰ ਜੇ ਤੁਹਾਡੇ ਦੋਨੋਂ ਮੇਨ ਬੋਡੀ ਪੈਰਾਗ੍ਰਾਫ 'ਚ ਪਾਇਆ ਜਾਂਦਾ ਹੈ ਤਾਂ ਐਗਜ਼ਾਮੀਨਰ ਕੋਲ ਇਹ ਹੱਕ ਆ ਜਾਂਦਾ ਹੈ ਕਿ ਉਹ ਤੁਹਾਡੇ ਮਾਰਕਸ ਡਿਡਕਟ ਕਰੇ। ਸਮਝ ਆਈ ਜੀ ਗੱਲ? ਅੱਛਾ, ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਟੀਚਰ ਤੁਹਾਡੇ ਕਹਿੰਦੇ ਨੇ ਕਿ ਇੱਕ ਪੈਰਾਗ੍ਰਾਫ ਲੰਬਾ ਲਿਖੋ ਸਪੋਰਟਡ ਸਾਈਡ ਦਾ, ਤਾਂ ਅੱਜ ਤੁਸੀਂ ਉਹਨਾਂ ਨੂੰ ਜਵਾਬ ਵੀ ਦੇ ਸਕਦੇ ਹੋ ਕਿ ਕਿਉਂ ਇਦਾਂ ਨਹੀਂ ਕਰਨਾ। ਮੈਮ ਸਰ ਬੈਂਡ ਡਿਸਕ੍ਰਿਪਟਰ ਆ ਕੇ ਰਹੇ। ਇਹਦੇ ਨਾਲ ਇੱਕ ਬੜਾ ਅਜੀਬ ਤਰੀਕਾ ਡਿਸਕਸ਼ਨ ਇਸੇ ਨੂੰ ਲਿਖਣ ਦਾ ਸੁਝਾਇਆ ਜਾਂਦਾ ਹੈ ਕਿ ਜਿਹੜੀ ਸਪੋਰਟਡ ਸਾਈਡ ਹੈ, ਜਿਹਦਾ ਪੱਖ ਤੁਸੀਂ ਲਿਆ ਹੋਇਆ, ਉਹਦੇ ਫੇਵਰ 'ਚ 2 ਪੈਰਾਗ੍ਰਾਫ ਲਿਖੋ ਤੇ ਜਿਹੜੀ ਅਨਸਪੋਰਟਡ ਸਾਈਡ ਹੈ ਉਹਦੇ ਫੇਵਰ 'ਚ 1 ਪੈਰਾਗ੍ਰਾਫ। ਇਹ ਵੀ ਤੁਹਾਡੇ ਮਾਰਕਸ ਘਟਾਊਗੀ। 6 ਤੇ ਅਸੀਂ ਸੈਟਲ ਨਹੀਂ ਹੋਣਾ ਚਾਹੁੰਦੇ, ਅਸੀਂ ਘੱਟੋ ਘੱਟ 7 ਤੇ ਜਾਣਾ ਚਾਹੁੰਦੇ। 7 ਬੜਾ ਸਿੰਪਲ ਹੈ, ਐਡਰੈਸਿਸ ਆਲ ਪਾਰਟਸ ਆਫ ਦਾ ਟਾਸਕ। ਇੱਥੇ ਅਨਇਕੁਅਲ ਸੀ ਤਾਂ ਇਹਦਾ ਮਤਲਬ ਹੋ ਗਿਆ ਇਕੁਅਲੀ। ਜੇ ਤੁਸੀਂ ਦੋਨਾਂ ਬਾਰੇ ਗੱਲ ਕਰਤੀ ਤੇ ਲਗਭਗ ਬਰਾਬਰ ਲੈਂਥ 'ਚ ਕਰਤੀ, ਦੋਨੋਂ ਪੈਰਾਗ੍ਰਾਫ 'ਚ 20 ਵਰਡਸ ਤੋਂ ਜ਼ਿਆਦਾ ਦਾ ਡਿਫਰੈਂਸ ਨਹੀਂ ਸੀ, ਤੁਸੀਂ 7 ਲਈ ਕੁਆਲੀਫਾਈ ਕਰ ਜਾਂਦੇ ਜਿੱਥੇ ਤੱਕ ਪਾਰਟਸ ਵਾਲੀ ਰਿਕੁਆਇਰਮੈਂਟ ਦੀ ਗੱਲ ਹੈ। 8 ਤੇ 9 ਤੇ ਇਹਨਾਂ ਨੇ ਕੋਈ ਚਾਨਣਾ ਨਹੀਂ ਪਾਇਆ, ਕਹਿੰਦੇ ਸਫੀਸ਼ੀਐਂਟਲੀ ਫੁੱਲੀ। ਸਿਰਫ ਇਹ ਪਤਾ ਲੱਗ ਰਿਹਾ ਵੀ ਜਿੰਨਾ ਜ਼ਿਆਦਾ ਬਾਰੀਕੀ 'ਚ ਕਵਰ ਕਰਾਂਗੇ ਉਨੇ ਜ਼ਿਆਦਾ ਮਾਰਕਸ ਆਉਣਗੇ। ਜਿਹੜਾ ਬੱਚਾ 7 ਦੀ ਬਜਾਏ 8 ਜਾਂ 9 ਸਕੋਰ ਕਰੂਗਾ ਉਹ ਸ਼ਾਇਦ ਆਹ ਸ਼ਬਦ ਵੱਲ ਵੀ ਧਿਆਨ ਦੇਊਗਾ, ਬਰੀਕ ਚੀਜ਼ਾਂ ਵੱਲ। ਉਹਨਾਂ ਨੇ ਇਹ ਨਹੀਂ ਕਿਹਾ ਵੀ ਕਿਸੇ ਵੀ ਤਰ੍ਹਾਂ ਨਾਲ ਸਪੋਰਟ ਕਰੋ, ਉਹਨਾਂ ਨੇ ਕਿਹਾ ਫਾਈਨੈਂਸ਼ੀਅਲੀ ਸਪੋਰਟ ਕਰੋ। ਤਾਂ ਜਦੋਂ ਇਹ ਵਾਲਾ ਵਿਊ ਲਿਖ ਲਿਆ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਸਪੀਟਲਸ ਖੁੱਲ੍ਹਣ ਤਾਂ ਕਿ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਦੂਰ ਨਾ ਜਾਣਾ ਪਵੇ ਹੈਲਥ ਕੇਅਰ ਲਈ। ਦੇਖੋ ਹਸਪੀਟਲ ਜੇ ਪੇਡ ਹੈ ਤਾਂ ਉਹ ਫਾਈਨੈਂਸ਼ੀਅਲ ਹੈਲਪ ਨਹੀਂ ਹੈ। ਹੈਲਪ ਤਾਂ ਹੈਗੀ ਹੈ, ਸਪੋਰਟ ਤਾਂ ਹੈਗਾ, ਲੇਕਿਨ ਫਾਈਨੈਂਸ਼ੀਅਲ ਨਹੀਂ ਹੈ। 7 ਦੇ ਲਾਇਕ ਤਾਂ ਮੈਂ ਹੈਗਾ ਪਰ ਮੈਂ 8 ਜਾਂ 9 ਦੇ ਲਾਇਕ ਨਹੀਂ ਹੈ। ਸਮਝ ਆਈ ਗੱਲ? ਜੇ ਬਰੀਕ ਪਾਰਟਸ ਤੇ ਫੋਕਸ ਸ਼ੁਰੂ ਕਰ ਦੋ ਤੇ ਉਹਦੇ ਅਨੁਸਾਰ ਲਿਖੋ ਤੇ ਮਾਰਕਸ ਫਿਰ 8 ਜਾਂ 9 ਲੱਗ ਸਕਦੇ ਆ। ਤਾਂ ਇਹ ਸੀ ਆਪਣੀ ਪਹਿਲੀ ਰਿਕੁਆਇਰਮੈਂਟ ਪਾਰਟਸ ਦੀ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਦੂਸਰੀ ਚੀਜ਼ ਵੱਲ। ਇਨਫੈਕਟ ਪਾਰਟਸ ਬਾਰੇ ਮੈਂ ਤੁਹਾਨੂੰ 3 ਟਿਪਸ ਵੀ ਦੇਣਾ ਚਾਹੂੰਗਾ। ਪਾਰਟਸ ਵਾਲੀ ਕੰਸੈਪਟ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਜਲਦਬਾਜ਼ੀ 'ਚ ਕਦੇ ਵੀ ਟੌਪਿਕ ਨਹੀਂ ਪੜ੍ਹਨਾ, ਘੱਟੋ ਘੱਟ 1 ਮਿੰਟ ਲਾਉਣਾ ਹੈ ਸਿਰਫ ਟੌਪਿਕ ਨੂੰ ਸਮਝਣ ਤੇ। ਜਦ ਟੌਪਿਕ ਨੂੰ ਅਸੀਂ ਲਿਖ ਰਹੇ ਹਾਂ ਤਾਂ ਅੰਡਰਲਾਈਨ ਕਰੋ। ਅੰਡਰਲਾਈਨ ਕਰਨ ਦੀ ਆਦਤ ਨਾਲ ਕੀ ਹੁੰਦਾ ਹੈ ਵੀ ਜ਼ਰੂਰੀ ਇਨਫੋਰਮੇਸ਼ਨ ਸਾਡੀ ਅੱਖਾਂ ਸਾਹਮਣੇ ਰਹਿੰਦੀ ਹੈ, ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਹੀ ਅਸੀਂ ਲਿਖਦੇ ਹਾਂ। ਟੇਕਅਵੇ ਨੰਬਰ 304, ਧਿਆਨ ਰੱਖੋ ਦੋਨੋਂ ਮੇਨ ਬੋਡੀ ਪੈਰਾਗ੍ਰਾਫਸ ਤੁਹਾਡੇ ਸਿਮਿਲਰ ਇਨ ਲੈਂਥ ਹੋਣ, ±20 ਵਰਡਸ। ਆ 3 ਗੱਲਾਂ ਅਸੀਂ ਸਿੱਖੀਆਂ, ਠੀਕ। ਅੱਛਾ, ਹੁਣ ਅਗਲੀ ਚੀਜ਼ ਹੈਜਿੰਗ ਕਰਨੀ। ਬੜਾ ਅਜੀਬ ਵਰਡ ਹੈ ਨਾ, ਤੁਸੀਂ ਪਹਿਲੀ ਵਾਰ ਸੁਣਿਆ ਹੋਣਾ ਹੈਜਿੰਗ ਕੀ ਹੁੰਦਾ। ਦੇਖੋ ਹੈਜਿੰਗ ਕੀ ਹੁੰਦਾ ਹੈ? ਹੈਜਿੰਗ ਹੁੰਦਾ ਹੈ ਜਦੋਂ ਅਸੀਂ ਓਵਰ ਜਨਰਲਾਈਜੇਸ਼ਨ ਨਹੀਂ ਕਰਦੇ। ਤਾਂ ਓਵਰ ਜਨਰਲਾਈਜੇਸ਼ਨ ਇੱਕ ਗਲਤੀ ਹੈ। ਇਹ ਗਲਤੀ ਨੂੰ ਮੈਂ ਕਹਿਣਾ ਹੁੰਦਾ ਆਲ ਦ ਪੀਪਲ ਆਲ ਦ ਟਾਈਮ। ਜਦੋਂ ਬੱਚੇ ਕਿਸੇ ਗੱਲ ਨੂੰ ਇਦਾਂ ਕਹਿ ਦਿੰਦੇ ਆ ਜਿਵੇਂ ਇਹ ਤਾਂ ਹਮੇਸ਼ਾ ਹੀ ਹੋ ਰਹੀ ਹੁੰਦੀ ਹੈ ਹਰੇਕ ਨਾਲ, ਤੇ ਉਹਨਾਂ ਨੂੰ ਇਹ ਗੱਲ ਠੀਕ ਵੀ ਲੱਗਦੀ ਹੈ ਕਿਉਂਕਿ ਆਦਤ ਨਹੀਂ ਸਾਨੂੰ ਉਸ ਤਰੀਕੇ ਨਾਲ ਲਿਖਣ ਦੀ। ਤਾਂ ਹੁਣ ਥੋੜੀ ਜਿਹੀ ਗੌਰ ਕਰਿਓ। ਪੀਪਲ ਹੂ ਈਟ ਫਾਸਟ ਫੂਡ ਆਰ ਓਬੀਸ। ਜੋ ਲੋਕ ਫਾਸਟ ਫੂਡ ਖਾਂਦੇ ਆ ਮੋਟੇ। ਮੈਂ ਵੀ ਤੁਹਾਡੇ ਨਾਲ ਡਿਸਐਗਰੀ ਨਹੀਂ ਕਰੂੰਗਾ, ਬਿਲਕੁਲ ਸੱਚੀ ਗੱਲ ਕਹੀ ਹੈ, ਲੇਕਿਨ ਇਹ ਹਰ ਇੱਕ ਤੇ ਥੋੜ੍ਹਾ ਨਾ ਢੁਕਦੀ ਹੈ। ਆਪਾਂ ਇਹਨੂੰ ਇਦਾਂ ਥੋੜ੍ਹਾ ਨਾ ਕਹਿ ਸਕਦੇ ਹਾਂ ਕਿ ਹਰ ਇੱਕ ਨਾਲ ਇਹ ਚੀਜ਼ ਹੁੰਦੀ ਹੈ।
ਇੱਥੇ ਤਾਂ ਇਹੀ ਹੋ ਰਿਹਾ ਨਾ ਕਿ ਪੀਪਲ ਹੂ ਈਟ ਫਾਸਟ ਫੂਡ ਔਰ obese, ਮੇਰੇ ਬਹੁਤੇ ਦੋਸਤ ਹੈ ਜਿਹੜੇ ਫਾਸਟ ਫੂਡ ਖਾਂਦੇ ਆ, ਬਿਲਕੁਲ ਪਤਲੇ ਹੈ। तो people who eat fast food may be tend to be obese, tend to be ਦਾ ਮਤਲਬ ਹੁੰਦਾ ਅਕਸਰ ਹੁੰਦੇ ਨੇ। children who watch violent TV shows commit crime, ਜ਼ਰੂਰੀ ਤਾਂ ਨਹੀਂ ਹੈ, ਹਾਂ ਇਹ ਹੋ ਸਕਦਾ ਹੈ ਵੀ ਇਹਦੇ ਨਾਲ ਉਹਨਾਂ ਦੇ ਕ੍ਰਾਈਮ ਕਮਿਟ ਕਰਨ ਦੇ ਚਾਂਸਸ ਵੱਧ ਜਾਂਦੇ ਆ। children who watch violent TV shows are likely to commit crime, likely to ਦਾ ਮਤਲਬ ਹੁੰਦਾ ਚਾਂਸਸ ਨੇ, often commit crime ਇਹ ਵੀ ਕਹਿ ਸਕਦੇ ਹੋ। ਮਾਡਰਨ ਪੀਪਲ ਹੈਵ ਐਨ ਐਕਸਟ੍ਰੀਮਲੀ ਹੈਕਟਿਕ ਲਾਈਫ, ਸੱਚੀ ਗੱਲ, ਲੇਕਿਨ ਸਾਰਿਆਂ ਤੇ ਲਾਗੂ ਨਹੀਂ ਹੁੰਦੀ, ਤਾਂ ਮੈਂ ਵੀ ਥੋੜਾ ਜਿਹਾ ਕੁਝ ਐਡ ਕਰ ਦਈਏ। ਮੋਸਟ ਮਾਡਰਨ ਪੀਪਲ, ਜ਼ਿਆਦਾਤਰ ਮਾਡਰਨ ਪੀਪਲ, ਤਾਂ ਚੀਜ਼ਾਂ ਨੂੰ ਐਬਸੋਲਿਊਟਸ ਵਿੱਚ ਨਹੀਂ ਕਹਿਣਾ, ਇਦਾਂ ਨਹੀਂ ਕਹਿਣਾ ਵੀ ਇਹ ਹਮੇਸ਼ਾ ਹੀ ਹੁੰਦਾ। ਓਵਰ ਜਨਰਲਾਈਜੇਸ਼ਨ ਦੀ ਜਿਹੜੀ ਰਿਕੁਆਇਰਮੈਂਟ ਹੈ ਨਾ, ਇਹਦੀ ਖਾਸੀਅਤ ਇਹ ਹੈ ਵੀ ਇਹ 8 ਬੈਂਡ ਲਈ ਰਿਕੁਆਇਰਮੈਂਟ ਹੈ। ਜੇ ਤੁਸੀਂ ਨਹੀਂ ਵੀ ਕਰੋਗੇ ਹੈਜਿੰਗ ਕਰਨਾ ਕਹਿੰਦੇ ਇਹਨੂੰ, ਆ ਜਿਹੜੀਆਂ ਚੀਜ਼ਾਂ ਮੈਂ ਕੀਤੀਆਂ ਹੈਜਿੰਗ ਹੈ, ਹੈਜਿੰਗ ਨਹੀਂ ਵੀ ਕਰੋਗੇ 7 ਦੇ ਲਾਇਕ ਫਿਰ ਵੀ ਰਹੋਗੇ। ਜੇ 8 ਜਾਂ 9 ਦੀ ਇੱਛਾ ਹੈ ਤਾਂ ਫਿਰ ਇਸ ਤੇ ਗੌਰ ਕੀਤਾ ਜਾਵੇ। ਖੁਸ਼ਖਬਰੀ ਇਹ ਹੈ ਵੀ YouTube ਤੇ ਮੇਰਾ ਚੈਨਲ ਇਸ ਤੋਂ ਰਿਲੇਟਡ ਇੱਕ ਵੀਡੀਓ ਪਈ ਹੈ, ਉਹਦਾ ਨਾਮ ਮੈਨੂੰ ਅਨਫੋਰਚੂਨੇਟਲੀ ਯਾਦ ਨਹੀਂ ਹੈ ਕਿਉਂਕਿ ਉਹਦਾ ਨਾਮ ਹੈਜਿੰਗ ਨਹੀਂ ਹੈ। ਤਾਂ ਅਗੇਨ ਜੇ ਤੁਹਾਨੂੰ ਉਹ ਵੀਡੀਓ ਚਾਹੀਦੀ ਹੈ ਬਾਅਦ 'ਚ WhatsApp ਤੇ ਮੈਸੇਜ ਛੱਡ ਦਿਓ, ਮੈਂ ਤੁਹਾਨੂੰ ਸੈਂਡ ਕਰ ਦੂੰਗਾ। ਅੱਛਾ, ਤੇ ਤੀਸਰੀ ਚੀਜ਼ ਆਈਡੀਆਜ਼ ਡਿਵੈਲਪ ਕਰਨਾ। ਪਹਿਲਾਂ ਤਾਂ ਸਾਡੇ ਕੋਲੇ ਆਈਡੀਆਜ਼ ਹੋਣੇ ਚਾਹੀਦੇ ਆ ਤੇ ਫਿਰ ਉਹਨਾਂ ਨੂੰ ਡਿਵੈਲਪ ਕਰਨਾ। ਇਹ ਬਹੁਤ ਵੱਡਾ ਵਿਸ਼ਾ ਹੈ, ਅਨਫੋਰਚੂਨੇਟਲੀ ਇਹਦੇ ਬਾਰੇ ਡਿਟੇਲ 'ਚ ਗੱਲ ਕਰਨੀ ਅੱਜ ਦੀ ਕਲਾਸ 'ਚ ਪੋਸੀਬਲ ਨਹੀਂ ਸੀ। ਜੇ ਵਕਤ ਨੇ ਚਾਹਿਆ ਤਾਂ ਕਦੇ ਆਪਾਂ ਫਿਊਚਰ 'ਚ ਇੱਕ ਲੰਬੀ ਕਲਾਸ ਇਸੇ ਵਿਸ਼ੇ ਤੇ ਲਾ ਸਕਦੇ ਹਾਂ। ਅੱਜ ਲਈ ਮੈਂ ਤੁਹਾਨੂੰ ਮਾਈਨਰ ਟਿਪਸ ਇਹਦੇ ਦੇਣਾ ਚਾਹੂੰਗਾ। ਉਹ ਇਹ ਹੈ, ਟਿਪ ਨੰਬਰ 1, ਆਈਡੀਆਜ਼ ਕਮ ਫਰੋਮ ਮੈਮਰੀ। ਇਸ ਗੱਲ ਨੂੰ ਸਮਝ ਲਓ ਵੀ ਦਿਮਾਗ ਇੱਕ ਬਾਲਟੀ ਦੀ ਤਰ੍ਹਾਂ, ਬਾਲਟੀ 'ਚ ਜੋ ਚੀਜ਼ ਪਾਈ ਹੈ ਉਹ ਹੀ ਬਾਲਟੀ 'ਚੋਂ ਨਿਕਲਣੀ ਹੈ, ਹੋਰ ਕੁਝ ਨਹੀਂ ਨਿਕਲਣਾ। ਤਾਂ ਆਈਡੀਆਜ਼ ਪੜ੍ਹਿਆ ਕਰੋ, ਤੁਹਾਡੇ ਕੋਲ ਕੋਈ ਨਾ ਕੋਈ ਆਈਡੀਆ ਵਾਲੀ ਬੁੱਕ ਜ਼ਰੂਰ ਹੋਊਗੀ, ਆਨਲਾਈਨ ਸਰਚ ਮਾਰ ਲਓ, ਮਿਲ ਜਾਂਦੀਆਂ ਨੇ। ਐਸੇ ਬੁੱਕਸ ਪੜ੍ਹੋ, ਐਸੇ ਟੌਪਿਕਸ ਵਾਲੀ, ਤਾਂ ਕਿ ਤੁਹਾਡੇ ਲਈ ਆਸਾਨ ਹੋ ਜਾਏ ਆਈਡੀਆ ਸੋਚਣਾ। ਬਹੁਤ ਸਾਰੇ ਬੱਚੇ ਆਈਡੀਆਜ਼ ਪੜ੍ਹਦੇ ਨਹੀਂ ਆ, ਉਹਨਾਂ ਨੂੰ ਲੱਗਦਾ ਵੀ ਕਲਾਸਰੂਮ ਡਿਸਕਸ਼ਨ 'ਚੋਂ ਹੀ ਸਾਨੂੰ ਆਈਡੀਆਜ਼ ਆਉਣੇ ਸ਼ੁਰੂ ਹੋ ਜਾਣਗੇ। ਨਹੀਂ, ਮੈਂ ਕਹਿੰਦਾ ਹੁੰਦਾ ਕਿ 5 ਐਸੇ ਤਾਂ ਡੇਲੀ ਦੇ ਪੜ੍ਹਨ ਦੀ ਆਦਤ ਪਾਓ। ਦੂਸਰੀ ਚੀਜ਼, ਜਦ ਤੁਸੀਂ ਆਈਡੀਆਜ਼ ਐਸੇਜ਼ ਪੜ੍ਹਦੇ ਹੋ, ਇਹ ਵੀ ਨੋਟਿਸ ਕਰੋ ਕਿ ਰਾਈਟਰ ਆਪਣੇ ਆਈਡੀਆ ਨੂੰ ਕਿੱਦਾਂ ਡਿਵੈਲਪ ਕਰ ਰਿਹਾ। ਜਦੋਂ ਰਾਈਟਰ ਕੋਈ ਆਈਡੀਆ ਲਿਖ ਦਿੰਦਾ ਹੈ, ਕੀ ਉਹ ਉਦੋਂ ਬਾਅਦ ਰੀਜ਼ਨ ਦੇ ਰਿਹਾ, ਕੀ ਉਹ ਰਿਜ਼ਲਟ ਕੱਢ ਰਿਹਾ, ਕੀ ਉਹ ਐਗਜ਼ਾਮਪਲ ਦੇ ਰਿਹਾ, ਕੀ ਉਹ ਕੰਡੀਸ਼ਨਲ ਸਟੇਟਮੈਂਟ ਲਾ ਰਿਹਾ। ਜਦੋਂ ਇਹਨਾਂ ਚੀਜ਼ਾਂ ਵੱਲ ਤੁਸੀਂ ਧਿਆਨ ਦੇਣਾ ਸ਼ੁਰੂ ਕਰੋਗੇ ਤਾਂ ਡਿਵੈਲਪਮੈਂਟ ਸੁਧਰੂਗੀ। ਇਹ ਬਿਲਕੁਲ ਇਦਾਂ ਹੁੰਦਾ ਜਿਵੇਂ ਇੱਕ ਬੱਚਾ ਦੂਜਿਆਂ ਨੂੰ ਸਾਈਕਲ ਚਲਾਉਂਦੇ ਪਹਿਲਾਂ ਦੇਖਦਾ, ਫਿਰ ਉਹ ਖੁਦ ਚਲਾਉਣਾ ਸ਼ੁਰੂ ਕਰ ਦਿੰਦਾ। ਤਾਂ ਦੂਜਿਆਂ ਨੂੰ ਆਈਡੀਆਜ਼ ਡਿਵੈਲਪ ਕਰਦੇ ਹੋਏ ਦੇਖਣਾ। ਰਾਈਟ ਐਟਲੀਸਟ 1 ਐਗਜ਼ਾਮਪਲ ਇਨ ਯੋਰ ਐਸੇ। ਡਿਵੈਲਪਮੈਂਟ ਦਾ ਇੱਕ ਹਿੱਸਾ ਇਹ ਵੀ ਹੁੰਦਾ ਹੈ ਕਿ ਸਪੋਰਟਿੰਗ ਡਿਟੇਲ 'ਚ ਐਗਜ਼ਾਮਪਲ ਲਿਖਣਾ, ਤਾਂ ਘੱਟੋ ਘੱਟ ਇੱਕ ਐਗਜ਼ਾਮਪਲ ਤੁਸੀਂ ਲਿਖਣਾ। ਅੱਛਾ, ਐਗਜ਼ਾਮਪਲ ਆਪਦੇ ਆਪ 'ਚ ਇੱਕ ਬਹੁਤ ਵੱਡਾ ਵਿਸ਼ਾ ਹੈ। 1 ਘੰਟੇ ਦੀ ਕਲਾਸ ਮੈਂ ਐਗਜ਼ਾਮਪਲ ਤੇ ਲਾ ਸਕਦਾ ਤੇ ਅਕਸਰ ਲਾਉਣਾ। ਇਹਦੀ ਬੋਨਸ ਵੀਡੀਓ ਵੀ ਤੁਹਾਨੂੰ ਮਿਲੂਗੀ ਜੇ ਅੱਜ ਦਾ ਤੁਸੀਂ ਲਾਈਵ ਸੈਸ਼ਨ ਲਾ ਰਹੇ ਹੋ। ਕਿਰਪਾ ਕਰਕੇ ਮੈਨੂੰ ਮੈਸੇਜ ਕਰ ਦਿਓ ਤੇ ਸਾਰੀਆਂ ਚੀਜ਼ਾਂ ਨੂੰ ਮੈਂ ਗਰੁੱਪ ਟੂਗੇਦਰ ਕਰ ਲੂੰਗਾ, ਤੁਹਾਨੂੰ ਮੈਸੇਜ ਫਾਰਵਰਡ ਕਰ ਦੂੰਗਾ। ਅੱਛਾ, ਜੇ ਤੁਹਾਨੂੰ ਇਦਾਂ ਵੈਸੇ ਠੀਕ ਲੱਗਦਾ ਤਾਂ ਆਪਾਂ WhatsApp 'ਚ ਗਰੁੱਪ ਨਾ ਬਣਾ ਲਈਏ ਇੱਕ, ਤਾਂ ਕਿ ਮੇਰੇ ਲਈ ਵੀ ਸੌਖਾ ਰਿਹਾ ਕਰੇ, ਆਪਾਂ ਇੰਡੀਵਿਜੂਅਲੀ ਨਾ ਭੇਜੀਏ। ਕੀ ਖਿਆਲ ਹੈ? ਚਲੋ ਬਾਅਦ 'ਚ ਵੀ ਗੱਲ ਕਰਦੇ ਹਾਂ, ਮੈਨੂੰ ਲੱਗਦਾ ਹੈ ਠੀਕ ਰਹੂਗਾ WhatsApp ਜਾਂ ਟੈਲੀਗ੍ਰਾਮ ਦਾ ਗਰੁੱਪ ਬਣਾ ਲਈਏ ਤਾਂ ਕਿ ਚੀਜ਼ਾਂ ਇਦਾਂ ਹੀ ਸ਼ੇਅਰ ਹੁੰਦੀਆਂ ਰਹਿਣ। ਪ੍ਰੈਕਟਿਸ ਪ੍ਰੈਕਟਿਸ ਪ੍ਰੈਕਟਿਸ, ਇਸ ਤੋਂ ਨਹੀਂ ਭੱਜਣਾ, ਇਸ ਤੋਂ ਭੱਜਣ ਲੱਗ ਗਏ ਜਿੱਦਣ ਤਾਂ ਸਭ ਕੁਝ ਫੇਲ ਹੋ ਜਾਣਾ। ਕਿਸੇ ਦਿਨ ਕੋਈ ਮੋਟੀਵੇਸ਼ਨਲ ਵੀਡੀਓ ਵੀ ਲਾਵਾਂਗੇ, ਠੀਕ ਹੈ ਜੀ, ਕਿਉਂਕਿ ਮੈਨੂੰ ਬੜਾ ਲੰਬਾ ਟਾਈਮ ਹੋ ਗਿਆ ਇਸ ਫੀਲਡ 'ਚ, ਮੈਨੂੰ ਬਿਲਕੁਲ ਪਤਾ ਹੁੰਦਾ ਕਿ ਕਿਹੜਾ ਮਾਈਂਡਸੈਟ ਕੰਮ ਕਰਦਾ ਕਿਹੜਾ ਨਹੀਂ ਕਰਦਾ। ਲੇਕਿਨ ਫਿਲਹਾਲ ਥੋੜਾ ਜਿਹਾ ਜਿਹਨੂੰ ਕਹਿੰਦੇ ਹੁੰਦੇ ਚਮੜੀ ਮੋਟੀ ਕਰਕੇ ਪ੍ਰੈਕਟਿਸ 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 ਕਰਿਆ ਕਰੋ, ਉਸ ਤੋਂ ਨਾ ਭੱਜਿਆ ਕਰੋ, ਠੀਕ ਹੈ ਜੀ। ਹਾਂ, ਮੇਰਾ ਵੀ ਇਹ ਖਿਆਲ ਹੈ ਸੰਗਮਦੀਪ, WhatsApp ਨਾਲੋਂ ਟੈਲੀਗ੍ਰਾਮ ਐਪ ਕਿਤੇ ਜ਼ਿਆਦਾ ਵਧੀਆ, ਤਾਂ ਆਪਾਂ ਵੀ ਟੈਲੀਗ੍ਰਾਮ ਤੇ ਬਣਾ ਲਾਂਗੇ, ਕੋਈ ਗੱਲ ਨਹੀਂ। ਅੱਛਾ, ਤਾਂ ਆਪਾਂ ਸਾਰੀਆਂ ਚੀਜ਼ਾਂ ਸਮਝ ਲਈਆਂ। ਰੈਲੇਵੈਂਟ ਰਹਿਣਾ, ਪਾਰਟਸ ਨੂੰ ਕਵਰ ਕਰਨਾ, ਪੋਜੀਸ਼ਨ ਜੋ ਪਹਿਲਾਂ ਹੀ ਹੋ ਚੁੱਕੀ ਸੀ, ਆਈਡੀਆ ਡਿਵੈਲਪਮੈਂਟ ਬਾਰੇ ਮੈਂ ਟਿਪਸ ਦੇਤੇ, ਤੇ ਹੈਜਿੰਗ, ਓਵਰ ਜਨਰਲਾਈਜੇਸ਼ਨ ਅਵੋਇਡ ਕਰਨਾ। ਆਹ ਸ਼ਰਤਾਂ ਜੇ ਤੁਸੀਂ ਪੂਰੀਆਂ ਕਰ ਸਕਦੇ ਹੋ, ਜੋ ਅੱਜ ਨਹੀਂ ਪੂਰੀ ਕਰਨ ਲੱਗ ਜਾਓਗੇ ਕਿ ਸਮਝ ਲਈਆਂ ਤੇ ਪੂਰੀਆਂ ਹੋ ਗਿਆ, ਸਟੈਪ ਬਾਏ ਸਟੈਪ, ਹੌਲੀ ਹੌਲੀ, ਥੋੜੀ ਮਿਹਨਤ ਇੱਕ ਦਿਨ ਇਹ ਤੇ ਹੋ ਗਈ, ਥੋੜੀ ਇਹ ਤੇ ਹੋ ਗਈ, ਕਿਸੇ ਦਿਨ ਇਹਨੂੰ ਦਿਮਾਗ 'ਚ ਰੱਖ ਲਿਆ, ਹੌਲੀ ਹੌਲੀ ਅਸਿਮੂਲੇਟ ਕਰ ਲਓਗੇ ਤਾਂ ਟਾਸਕ ਅਚੀਵਮੈਂਟ 'ਚ 8 ਸਕੋਰ ਕਰਨੇ ਕੋਈ ਬਹੁਤ ਹੀ ਵੱਡੀ ਗੱਲ ਹੈ ਨਹੀਂ। ਅੱਛਾ, 9 ਲਈ ਥੋੜਾ ਪਰਫੈਕਟ ਰਹਿਣਾ ਪੈਂਦਾ, ਉਹ ਅਲੱਗ ਗੱਲ ਹੈ।
ਅੱਛਾ, ਤੁਹਾਨੂੰ ਅਗਲਾ ਕ੍ਰਾਈਟੇਰੀਆ ਕੋਹੈਰੈਂਸ ਐਂਡ ਕੋਹੀਜ਼ਨ। ਕੋਹੈਰੈਂਸ ਐਂਡ ਕੋਹੀਜ਼ਨ ਇੱਕ ਇਦਾਂ ਦਾ ਕ੍ਰਾਈਟੇਰੀਆ ਜਿਹਨੂੰ ਜ਼ਿਆਦਾਤਰ ਟੀਚਰ ਸਿਰਫ ਲਿੰਕਿੰਗ ਵਰਡ ਤੱਕ ਸਮੇਟ ਕੇ ਰੱਖ ਦਿੰਦੇ ਆ। ਉਹਨਾਂ ਨੂੰ ਜੇ ਪੁੱਛਿਆ ਜਾਵੇ ਵੀ ਕੋਹੈਰੈਂਸ ਐਂਡ ਕੋਹੀਜ਼ਨ ਕੀ ਹੈ, ਤਾਂ ਉਹ ਕਹਿੰਦੇ ਜੀ ਲਿੰਕਿੰਗ ਵਰਡ ਵਰਤੋ, ਇਹਦੇ ਨਾਲ ਮਾਰਕਸ ਜੁੜਦੇ। ਉਹ ਝੂਠ ਨਹੀਂ ਬੋਲ ਰਹੇ, ਲੇਕਿਨ ਲਿੰਕਿੰਗ ਵਰਡ ਸਿਰਫ 10-15% ਹਿੱਸਾ ਹੀ ਹੈ ਇਸ ਕ੍ਰਾਈਟੇਰੀਆ ਦਾ। ਇਸ ਕ੍ਰਾਈਟੇਰੀਆ ਦਾ ਅਸਲੀ ਹਿੱਸਾ ਹੁੰਦਾ ਹੈ ਆਰਗੇਨਾਈਜੇਸ਼ਨ ਐਂਡ ਫਲੋ। ਤੁਹਾਡੇ ਐਸਆਈ ਆਰਗੇਨਾਈਜ਼ਡ ਕਿੰਨਾ ਵਧੀਆ ਤੇ ਤੁਹਾਡਾ ਐਸੇ ਕਿੰਨਾ ਵਗਦਾ ਹੈ, ਫਲੋ ਕਰਦਾ ਹੈ ਕਿ ਨਹੀਂ, ਉਹਨੂੰ ਪੜ੍ਹਦੇ ਹੋਏ ਐਗਜ਼ਾਮੀਨਰ ਤਿਲਕਦਾ ਜਾਂਦਾ ਹੈ ਕਿ ਨਹੀਂ, ਜਿਵੇਂ ਕਿਸੇ ਸਲਾਈਡ ਤੇ ਬੈਠਾ ਹੋਵੇ। ਆਰਗੇਨਾਈਜੇਸ਼ਨ ਦਾ ਇੱਕ ਹਿੱਸਾ ਲਿੰਕਿੰਗ ਵਰਡ ਹੁੰਦੇ, ਇੱਕ ਛੋਟਾ ਜਿਹਾ ਹਿੱਸਾ। ਆਪਾਂ ਇਹ ਬ੍ਰੌਡ ਕਨਸੈਪਟਸ ਨੂੰ ਵੀ ਸਮਝਣਾ ਹੈ, ਪਰ ਸ਼ੁਰੂ ਲਿੰਕਿੰਗ ਵਰਡ ਤੋਂ ਕਰਾਂਗੇ ਕਿਉਂਕਿ ਇਹਦੇ ਬਾਰੇ ਸਭ ਨੂੰ ਪਤਾ ਹੁੰਦਾ ਹੈ। ਕੁਝ ਹੋਰ ਚੀਜ਼ਾਂ ਜੋ ਅਸੀਂ ਡਿਸਕਸ ਕਰਾਂਗੇ, ਪੈਰਾਗ੍ਰਾਫਿੰਗ, ਇਨਫੋਰਮੇਸ਼ਨ ਓਵਰਲੈਪ ਤੇ ਇਨਫੋਰਮੇਸ਼ਨ ਗੈਪ, ਦੋ ਵੱਡੀਆਂ ਸਮੱਸਿਆਵਾਂ। ਠੀਕ, ਲਿੰਕਿੰਗ ਵਰਡ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਤਾਂ ਨਾ ਸਾਨੂੰ ਇਹ ਸਮਝਣਾ ਵੀ ਲਿੰਕਿੰਗ ਵਰਡ ਕੀ ਹੁੰਦੇ ਆ। ਮੈਂ ਦੋ ਐਗਜ਼ਾਮਪਲ ਦਿੰਦਾ ਹੁੰਦਾ, ਦੋਨੋਂ ਤੁਹਾਨੂੰ ਬਹੁਤ ਵਧੀਆ ਹੈਲਪ ਕਰਨਗੇ। ਮੈਨੂੰ ਐਕਚੁਅਲੀ ਲਿੰਕਿੰਗ ਵਰਡ ਤੋਂ ਬੈਟਰ ਵਰਡ ਇਹ ਲੱਗਦਾ ਹੁੰਦਾ ਟ੍ਰਾਂਜੀਸ਼ਨ ਸਿਗਨਲ। ਜਦੋਂ ਅਸੀਂ ਗੱਡੀ ਚਲਾਉਂਦੇ ਆ ਨਾ, ਤੇ ਜੇ ਅਸੀਂ ਖੱਬੇ ਮੁੜਨਾ ਹੈ ਤਾਂ ਖੱਬੇ ਦਾ ਇੰਡੀਕੇਟਰ ਦਿੰਦੇ ਆ, ਸੱਜੇ ਮੁੜਨਾ ਹੈ ਤਾਂ ਸੱਜੇ ਦਾ ਇੰਡੀਕੇਟਰ ਦਿੰਦੇ ਆ। ਜਿਹੜੇ ਲਿੰਕਿੰਗ ਵਰਡ ਹੁੰਦੇ ਆ ਇੰਡੀਕੇਟਰਸ ਦੀ ਤਰ੍ਹਾਂ ਹੁੰਦੇ ਆ। ਮੈਂ ਅੱਗੇ ਕੀ ਕਰਨ ਵਾਲਾ ਉਹ ਦੱਸਣ ਲਈ ਮੈਂ ਸੈਂਟੈਂਸ ਦੇ ਸ਼ੁਰੂ 'ਚ ਕੋਈ ਵਰਡ ਵਰਤਦਾ, ਜਿਸ ਤੋਂ ਬਾਅਦ ਮੈਂ ਕੌਮਾ ਲਾਉਣਾ, ਫਿਰ ਆਪਦੀ ਗੱਲ ਕਹਿਣਾ। ਆਹ ਚੀਜ਼ ਨੂੰ ਸਮਝ ਕੇ ਐਗਜ਼ਾਮੀਨਰ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਅੱਗੇ ਕੀ ਆ ਰਿਹਾ। ਸੱਜਾ ਮੋੜ ਆ ਰਿਹਾ, ਖੱਬਾ ਮੋੜ ਆ ਰਿਹਾ। ਅਨਨੈਸੈਸਰੀਲੀ ਲਿੰਕਿੰਗ ਵਰਡ ਲਾਈ ਜਾਣਾ, ਉਹਦਾ ਮਤਲਬ ਕੀ ਹੁੰਦਾ ਕਿ ਜਾਣਾ ਸਿੱਧਾ ਸੀ ਖੱਬੇ ਦਾ ਇੰਡੀਕੇਟਰ ਦਿੱਤਾ। ਕਿਉਂ ਦਿੱਤਾ? ਇੰਡੀਕੇਟਰ ਦੇ ਕੋਈ ਵੀ ਮਾਰਕਸ ਨਹੀਂ ਹੈ, ਇੰਡੀਕੇਟਰ ਦੇ ਕੇ ਸਹੀ ਤਰੀਕੇ ਨਾਲ ਮੁੜਨ ਦੇ ਮਾਰਕਸ ਹੈ। ਇਹ ਗੱਲ ਨੂੰ ਸਮਝ ਲੈਣਾ। ਮੇਰੇ ਨਾਲ ਬਹੁਤ ਬੱਚਿਆਂ ਦਾ ਗਿਲਾ ਸ਼ਿਕਵਾ ਮੇਰੇ ਆਫਲਾਈਨ ਇੰਸਟੀਚਿਊਟ 'ਚ ਹੋ ਜਾਂਦਾ, ਕਹਿੰਦੇ ਜੀ ਫਲਾਨਾ ਇੰਸਟੀਚਿਊਟ ਤਾਂ ਜੀ 100 ਲਿੰਕਿੰਗ ਵਰਡ ਦੀ ਲਿਸਟ ਦਿੰਦਾ ਤੇ ਤੁਸੀਂ ਸਾਨੂੰ ਇਹ 6-7 ਲਿੰਕਿੰਗ ਵਰਡ ਚਕਾ ਦਿੰਦੇ ਹੋ। ਤੇ ਫਿਰ ਮੈਨੂੰ ਇਹ ਗੱਲ ਸਮਝਾਉਣੀ ਪੈਂਦੀ ਹੈ ਵੀ ਲਿੰਕਿੰਗ ਵਰਡ ਕੋਈ ਇਦਾਂ ਦਾ ਹਥਿਆਰ ਨਹੀਂ ਹੈ ਵੀ ਤੁਸੀਂ ਹਰ ਕਿਤੇ ਚਲਾਈ ਜਾਓ। ਦੂਜੀ ਚੀਜ਼ ਜਿਹੜੀ ਤੁਸੀਂ ਸਮਝਣੀ ਹੈ ਕਿ ਲਿੰਕਿੰਗ ਵਰਡ ਨੂੰ ਸਮਝਣ ਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਵੀ ਲਿੰਕਿੰਗ ਵਰਡ ਰਿਸ਼ਤੇਦਾਰ ਹੈ। ਇਨਸਾਨਾਂ ਦੀਆਂ ਰਿਸ਼ਤੇਦਾਰੀਆਂ ਕੀ ਹੁੰਦੀਆਂ ਜੀ? ਮਾਸੀ, ਭਾਂਜਾ, ਫੁੱਫੜ, ਤਾਇਆ, ਤਾਈ, ਦਾਦਾ, ਦਾਦੀ, ਬੇਟਾ, ਆ ਸਾਡੀਆਂ ਰਿਸ਼ਤੇਦਾਰੀਆਂ। ਲਿੰਕਿੰਗ ਵਰਡ ਦੀ ਦੁਨੀਆ ਦੀ, ਐਸੇ ਦੀ ਦੁਨੀਆ ਦੀ ਆ ਰਿਸ਼ਤੇਦਾਰੀਆਂ ਜੋ ਮੈਂ ਇੱਥੇ ਲਿਖੀਆਂ। ਇਹਨਾਂ ਰਿਸ਼ਤੇਦਾਰੀਆਂ ਨੂੰ ਸਮਝੋ ਪਹਿਲਾਂ ਤਾਂ। ਇੱਕ ਸੈਂਟੈਂਸ ਤੇ ਦੂਜੇ ਸੈਂਟੈਂਸ 'ਚ ਕੀ ਰਿਸ਼ਤੇਦਾਰੀ ਹੋ ਸਕਦੀ ਹੈ? ਜਿਹੜਾ ਅਗਲਾ ਸੈਂਟੈਂਸ ਉਹ ਪਿਛਲੇ ਦਾ ਰੀਜ਼ਨ ਹੋ ਸਕਦਾ ਹੈ। ਆਪਾਂ ਇਹ ਦੱਸ ਰਹੇ ਹਾਂ ਵੀ ਆਪਾਂ ਪਿਛਲੀ ਗੱਲ ਕਿਉਂ ਕਹੀ, ਉਹਦਾ ਕਾਜ਼ ਹੋ ਸਕਦਾ। ਆਪਾਂ ਇਹ ਦੱਸ ਰਹੇ ਹਾਂ ਕਿ ਪਿਛਲੀ ਘਟਨਾ ਕਿਉਂ ਹੋਈ, ਉਹਦਾ ਇਫੈਕਟ ਜਾਂ ਰਿਜ਼ਲਟ ਹੋ ਸਕਦਾ। ਆਪਾਂ ਇਹ ਦੱਸ ਰਹੇ ਹਾਂ ਕਿ ਪਿਛਲੀ ਦਾ ਨਤੀਜਾ ਕੀ ਨਿਕਲਿਆ, ਉਹਦਾ ਸਬੂਤ ਹੋ ਸਕਦਾ। ਆਪਾਂ ਇਹ ਦੱਸ ਰਹੇ ਹਾਂ ਵੀ ਪਿਛਲੀ ਗੱਲ ਸੱਚ ਕਿਉਂ ਹੈ। ਕੰਟਰਾਸਟਿੰਗ ਗੱਲ ਹੋ ਸਕਦੀ ਹੈ, ਆਪਾਂ ਪਿਛਲੀ ਚੀਜ਼ ਤੋਂ ਉਲਟ ਗੱਲ ਕਰ ਰਹੇ ਹਾਂ। ਆਪਾਂ ਪਿਛਲੀ ਗੱਲ ਨੂੰ ਖਤਮ ਕਰਕੇ ਨਵੀਂ ਗੱਲ ਜੋੜ ਰਹੇ ਹਾਂ। ਆਪਾਂ ਸਮਾਪਤੀ ਕਰ ਰਹੇ ਹਾਂ ਆਪਣੇ ਐਸੇ ਦੀ ਜਾਂ ਪੈਰਾਗ੍ਰਾਫ ਦੀ, ਯਾਨੀ ਸਾਰੀ ਪਿਛਲੀ ਗੱਲ ਦਾ ਸਾਰ ਕੱਢ ਰਹੇ ਹਾਂ। ਤੇ ਜਿਹੜੇ ਲਿੰਕਿੰਗ ਵਰਡ ਮੈਂ ਸੁਜੈਸਟ ਕਰਦਾ ਨਾ, ਉਹ ਤੁਹਾਡੇ ਸਾਹਮਣੇ ਟੇਬਲ ਤੇ ਪਏ ਨੇ। ਰੀਜ਼ਨ ਲਈ ਕੋਈ ਲਿੰਕਿੰਗ ਵਰਡ ਦੀ ਲੋੜ ਨਹੀਂ ਹੁੰਦੀ। ਜੇ ਸਿਰਫ ਤੁਸੀਂ ਇਹ ਦੱਸ ਰਹੇ ਹੋ ਵੀ ਤੁਸੀਂ ਪਿਛਲੀ ਗੱਲ ਕਿਉਂ ਕਹੀ, ਕੋਈ ਇੰਡੀਕੇਟਰ ਨਹੀਂ ਦੇਣਾ। ਜੇ ਤੁਸੀਂ ਕਾਰਨ ਦੱਸ ਰਹੇ ਹੋ ਕਿ ਜੋ ਘਟਨਾ ਤੁਸੀਂ ਗਿਣਾਈ ਉਹਦਾ ਕਾਰਨ ਕੀ ਸੀ, ਉਹ ਕਿੱਥੋਂ ਪੈਦਾ ਹੋਈ, ਤਾਂ ਦਿਸ ਇਜ਼ ਬਿਕੋਜ਼। ਇਫੈਕਟ ਰਿਜ਼ਲਟ ਲਈ ਐਜ਼ ਅ ਰਿਜ਼ਲਟ ਕੌਨਸੀਕੁਐਂਟਲੀ, ਫॉर एग्जांपल, फॉर इंस्टेंस, इन कंट्रास्ट या हाउएवर, इन एडिशन टू दिस या मोर ओवर। कंक्लूजन जे पैराग्राफ के एंड च कंक्लूड कर रहे हो पॉइंट्स का 10, अदरवाइज ओवरऑल। एंड जे बिल्कुल तुसी ऐसे कंक्लूड कर रहे हो तो ऑब्वियसली इन कंक्लूजन। समझ आई दी? आ ਜਿਹੜੀਆਂ ਦੋ ਗੱਲਾਂ ਮੈਂ ਦੱਸੀਆਂ ਨਾ, ਰਿਸ਼ਤੇਦਾਰ ਵਾਲੀਆਂ ਤੇ ਆਹ ਇੰਡੀਕੇਟਰ ਵਾਲੀ, ਇਹਨੂੰ ਧਿਆਨ 'ਚ ਰੱਖ ਲਿਓ। ਲਿੰਕਿੰਗ ਵਰਡ ਨੂੰ ਫਿਰ ਤੁਸੀਂ ਬਸ ਉਨੀ ਸਿਗਨੀਫੀਕੈਂਸ ਦਿਓਗੇ ਜਿੰਨੀ ਕਿ ਇਹਨਾਂ ਨੂੰ ਲੋੜ ਹੈ, ਉਸ ਤੋਂ ਜ਼ਿਆਦਾ ਨਹੀਂ। ਲਿੰਕਿੰਗ ਵਰਡ ਊਟ ਪਟਾਂਗ ਨਹੀਂ ਸਿੱਖਣੇ ਹੁੰਦੇ, ਇਹਨਾਂ ਦੇ ਮਾਰਕਸ ਵੋਕੈਬਲਰੀ 'ਚ ਨਹੀਂ ਜੁੜਦੇ। ਠੀਕ ਹੈ ਜੀ। ਹੁਣ ਆਪਾਂ ਅਗਲੀ ਸਮੱਸਿਆ ਵੱਲ ਜਾਵਾਂਗੇ। ਇਹ ਸਮੱਸਿਆ ਨਹੀਂ ਸੀ, ਲੇਕਿਨ ਅਗਲੀਆਂ ਸਮੱਸਿਆਵਾਂ। ਫਲੋ ਦਾ ਇਸ਼ੂ ਨੰਬਰ 1, ਇਨਫੋਰਮੇਸ਼ਨ ਓਵਰਲੈਪ। ਪਹਿਲਾਂ ਤਾਂ ਓਵਰਲੈਪ ਦਾ ਮਤਲਬ ਸਮਝ ਲਓ। ਆ ਇੱਕ ਸਰਕਲ ਹੈ, ਆ ਦੂਜਾ ਸਰਕਲ ਹੈ, ਦੋਨੋਂ ਸਰਕਲ ਔਰੇਂਜ ਹੈ। ਇਹ ਇੱਕ ਜਗ੍ਹਾ ਓਵਰਲੈਪ ਕਰ ਰਹੇ ਆ। ਓਵਰਲੈਪ ਕਰਨ ਦਾ ਮਤਲਬ ਕੀ ਹੁੰਦਾ ਹੈ ਜੀ? ਕਿ ਇਹ ਇੱਕ ਕੁਝ ਜਗ੍ਹਾ ਇਹਨਾਂ ਦੀ ਸਾਂਝੀ ਹੈ, ਇਹਨੂੰ ਓਵਰਲੈਪ ਕਰਨਾ ਕਹਿੰਦੇ ਆ। ਇਨਫੋਰਮੇਸ਼ਨ ਓਵਰਲੈਪ ਇੱਕ ਇਦਾਂ ਦੀ ਸਮੱਸਿਆ ਹੁੰਦੀ ਹੈ ਜੋ ਸਟੂਡੈਂਟਸ ਦੀ ਰਾਈਟਿੰਗ 'ਚ ਆਮ ਦੇਖੀ ਜਾਂਦੀ ਹੈ। ਇਹਦਾ ਬਿਨਾਈਨ ਰੂਪ ਨਹੀਂ ਕਹਿ ਸਕਦੇ ਆਪਾਂ, ਲੈਸ ਸੀਰੀਅਸ ਰੂਪ ਓਵਰਲੈਪ ਹੁੰਦਾ। ਇਹਦਾ ਗੰਭੀਰ ਰੂਪ ਹੁੰਦਾ ਰੈਪੀਟੇਸ਼ਨ। ਪਿਛਲੀ ਹੀ ਗੱਲ ਦੁਬਾਰਾ ਲਿਖਤੀ, ਇੱਕ ਗੱਲ ਲਿਖੀ, ਪਿਛਲੀ ਹੀ ਗੱਲ ਦੁਬਾਰਾ ਲਿਖਤੀ। ਇਦਾਂ ਸਮਝੀਏ ਇਹਨੂੰ। ਦੋ ਐਗਜ਼ਾਮਪਲ ਸਾਡੇ ਕੋਲੇ ਪਏ ਨੇ, ਤੁਸੀਂ ਪਛਾਣਨ ਦੀ ਕੋਸ਼ਿਸ਼ ਕਰਿਓ ਚੀਜ਼ਾਂ ਓਵਰਲੈਪ ਹੋ ਰਹੀਆਂ ਕਿ ਨਹੀਂ। ਦ ਇਨਕਰੀਜ਼ਿੰਗ ਨੰਬਰ ਆਫ ਕਾਰਸ in cities
in the cities is worrying, चिंताजनक है, due to more car being there on the road, क्योंकि ज़्यादा कारां ने सड़कां ते pollution levels वध रहे हैं. This is leading to respiratory issues among city dwellers. ਆਹ ਵਾਲਾ ਜਿਹੜਾ ਪਾਰਟ ਹੈ ਇਹ ਓਵਰਲੈਪ ਹੋ ਰਿਹਾ. ਓਵਰਲੈਪ ਕਿਉਂ ਹੋ ਰਿਹਾ? ਕਿਉਂਕਿ ਪਿਛਲਾ ਸੈਂਟੈਂਸ ਵੀ ਤਾਂ ਹੀ ਕਹਿ ਰਿਹਾ ਸੀ ਇੰਕਰੀਜ਼ਿੰਗ ਨੰਬਰ ਆਫ ਕਾਰਸ. ਪਿਛਲਾ ਸੈਂਟੈਂਸ ਆ ਕਹਿ ਰਿਹਾ ਇੰਕਰੀਜ਼ਿੰਗ ਨੰਬਰ ਆਫ ਕਾਰਸ, ਤੇ ਅਗਲਾ ਸੈਂਟੈਂਸ ਇੱਥੋਂ ਸ਼ੁਰੂ ਹੋਣ ਦੀ ਬਜਾਏ ਇੱਥੋਂ ਹੋ ਰਿਹਾ. ਸਮਝ ਆ ਰਹੀ ਹੈ ਗੱਲ? ਪਿਛਲੀ ਇਨਫੋਰਮੇਸ਼ਨ ਨੂੰ ਦੁਬਾਰਾ ਚੱਕਿਆ ਜਾ ਰਿਹਾ, ਨਹੀਂ ਕਰਨਾ ਇਦਾਂ. ਇੱਥੇ ਸਭ ਕੁਝ ਠੀਕ ਹੈ ਕਿਉਂਕਿ ਪਿਛਲੀ ਚੀਜ਼ ਨੂੰ ਦਿਸ ਨਾਲ ਰੈਫਰ ਕਰਤਾ. ਦੂਸਰਾ, ਸਟੂਡੈਂਟਸ ਵਿਦ ਵਰਕਿੰਗ ਪੇਰੈਂਟਸ, ਜਿਨ੍ਹਾਂ ਬੱਚਿਆਂ ਦੇ ਪੇਰੈਂਟਸ ਕੰਮ ਤੇ ਜਾਂਦੇ ਨੇ, ਡੂ ਨਾਟ ਗੈਟ ਮੋਰਲ ਨਰਿਸ਼ਮੈਂਟ, ਉਹਨਾਂ ਨੂੰ ਨੈਤਿਕ ਪੋਸ਼ਣ ਨਹੀਂ ਮਿਲਦਾ ਜੋ ਉਹਨਾਂ ਨੂੰ ਚਾਹੀਦਾ. ਇਹ ਜਿਹੜੀ ਲੈਕ ਆਫ ਮੋਰਲ ਗਾਈਡੈਂਸ ਹੁੰਦੀ ਹੈ, ਕਾਰਨ ਹੁੰਦੀ ਹੈ ਕਿ ਉਹ ਜ਼ਿੰਦਗੀ 'ਚ ਗਲਤ ਰਾਹ ਚੂਜ਼ ਕਰ ਲੈਂਦੇ ਆ. ਮੇਰੇ ਹਿਸਾਬ ਨਾਲ ਦਿਸ ਲੈਕ ਆਫ ਮੋਰਲ ਗਾਈਡੈਂਸ ਨੂੰ ਕੱਟ ਦੇਣਾ ਚਾਹੀਦਾ ਹੈ. ਕਿਉਂ? ਕਿਉਂਕਿ ਇਹ ਗੱਲ ਤਾਂ ਪਹਿਲਾਂ ਹੋ ਹੀ ਗਈ ਸੀ, ਉਹਨੂੰ ਦਿਸ ਨਾਲ ਰੈਫਰ ਕਰੋ. ਦਿਸ ਇਜ਼ ਦਾ ਰੀਜ਼ਨ ਮੈਨੀ ਆਫ ਦੈਮ ਟੇਕ ਦ ਰੋਂਗ ਪਾਥ. ਸਮਝਾਈ ਜੀ ਇਨਫੋਰਮੇਸ਼ਨ ਓਵਰਲੈਪ ਦੀ ਪ੍ਰੋਬਲਮ. ਰੈਪੀਟੇਸ਼ਨ ਦੀ ਪ੍ਰੋਬਲਮ ਏਸੇ ਦਾ ਇੱਕ ਗੰਭੀਰ ਰੂਪ ਹੈ. ਆਪਾਂ ਇਹ ਕਹਿ ਸਕਦੇ ਹਾਂ ਵੀ ਏਸੇ ਦੀ ਸਟੇਜ 4 ਬਿਮਾਰੀ ਹੈ ਕਿ ਉਹਦੇ ਅੰਦਰ ਬੱਚਾ ਪਿਛਲੀ ਹੀ ਗੱਲ ਨੂੰ ਦੁਬਾਰਾ ਕਹਿ ਦਿੰਦਾ ਹੋਰ ਸ਼ਬਦਾਂ 'ਚ, ਕੁਝ ਵੀ ਨਵਾਂ ਨਹੀਂ ਜੋੜਦਾ. ਮੈਂ ਉਮੀਦ ਕਰਦਾ ਇਹ ਗੱਲ ਸਮਝ ਪਾਏ ਹੋਣਗੇ. ਇਨਫੋਰਮੇਸ਼ਨ ਓਵਰਲੈਪ ਨੂੰ ਜੇ ਇਸ ਡਾਇਗਰਾਮ ਨਾਲ ਅਸੀਂ ਦਿਖਾ ਸਕਦੇ ਹਾਂ ਤਾਂ ਇਨਫੋਰਮੇਸ਼ਨ ਗੈਪ ਨੂੰ ਅਸੀਂ ਆਹ ਡਾਇਗਰਾਮ ਰਾਹੀਂ ਸਮਝ ਸਕਦੇ ਹਾਂ. ਲਿੰਕ ਟੁੱਟਿਆ ਹੋਇਆ, ਇੱਥੋਂ ਇੱਥੇ ਪਹੁੰਚਣਾ ਸੀ, ਪਹੁੰਚਣਾ ਇਦਾਂ ਸੀਗਾ, ਆਹ ਚੀਜ਼ਾਂ ਕਨੈਕਟ ਕਰਕੇ, ਲੇਕਿਨ ਅਸੀਂ ਇਦਾਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ. ਇੱਕ ਗੈਪ ਹੈ. ਦ ਇੰਕਰੀਜ਼ਿੰਗ ਨੰਬਰ ਆਫ ਕਾਰਸ ਇਨ ਦ ਸਿਟੀਜ਼ ਇਜ਼ ਵਰਿੰਗ, ਇਹ ਚਿੰਤਾਜਨਕ ਹੈ ਕਿਉਂਕਿ ਰੈਸਪੀਰੇਟਰੀ ਡਿਸਆਰਡਰਸ ਵੱਧ ਰਿਹਾ ਹੈ ਤਾਂ ਇੰਕਰੀਜ਼ਿੰਗ ਫਾਈਨੈਂਸ਼ੀਅਲ ਬਰਡਨ ਹੈਲਥ ਕੇਅਰ ਤੇ ਪੈ ਰਿਹਾ. ਇੱਥੇ ਕੋਈ ਇਨਫੋਰਮੇਸ਼ਨ ਹੈ ਜੋ ਮਿਸਿੰਗ ਹੈ. ਇੱਕ ਬਹੁਤ ਵੱਡੀ ਲੌਜੀਕਲ ਲੀਪ ਇੱਥੇ ਹੋ ਰਹੀ ਹੈ, ਲੌਜੀਕਲ ਜੰਪ ਹੋ ਰਹੀ ਹੈ. ਕੀ ਹੋਣੀ ਚਾਹੀਦੀ ਸੀ ਗੱਲ ਇੱਥੇ? ਮਨ 'ਚ ਹੀ ਜਵਾਬ ਦਿਓ ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ, ਮੈਂ ਚੈਟ ਫਿਲਹਾਲ ਨਹੀਂ ਪੜ੍ਹ ਰਿਹਾ. ਹੋਣਾ ਇਹ ਚਾਹੀਦਾ ਸੀ ਸ਼ਾਇਦ ਇੰਕਰੀਜ਼ਿੰਗ ਨੰਬਰ ਆਫ ਕਾਰਸ ਇਨ ਦ ਸਿਟੀਜ਼ ਇਜ਼ ਵਰਿੰਗ. ਇਟ ਇਜ਼ ਦ ਪ੍ਰਾਇਮਰੀ ਕਾਜ਼ ਆਫ ਇੰਕਰੀਜ਼ਿੰਗ ਪੋਲਿਊਸ਼ਨ ਲੈਵਲਸ ਵਿਚ can have health detrimental effects on health. ਫਿਰ ਆਪਾਂ ਗੱਲ ਕਰ ਸਕਦੇ ਸੀਗੇ. ਇਨਫੋਰਮੇਸ਼ਨ 'ਚ ਗੈਪ ਪੈਦਾ ਹੋ ਰਿਹਾ. ਜੇ ਹੁਣ ਦੋ ਗੱਲਾਂ ਆਪਾਂ ਸਮਝੀਆਂ, ਜੇ ਓਵਰਲੈਪ ਹੋਊਗਾ ਤਾਂ ਵੀ ਫਲੋ ਟੁੱਟਦਾ, ਕਿਤੇ ਤਾਂ ਆਏ ਉਤਰਨਾ ਹੈ ਤੇ ਕਿਤੇ ਪੌੜੀਆਂ 'ਚ ਰਾਹੀਂ ਉਤਰਨਾ ਪੈ ਰਿਹਾ. ਤੇ ਜੇ ਇਨਫੋਰਮੇਸ਼ਨ ਗੈਪ ਹੋਊਗਾ ਤਾਂ ਵੀ ਫਲੋ ਟੁੱਟੂਗਾ. ਚੀਜ਼ਾਂ ਨੂੰ ਜੋੜ ਕੇ ਰੱਖਣਾ. ਅਨਫੋਰਚੂਨੇਟਲੀ ਮੈਂ ਤੁਹਾਨੂੰ ਦੱਸਿਆ ਆਪਣੇ ਕੋਲੇ ਜਿੰਨਾ ਸਮਾਂ ਆਪਾਂ ਉਹਦਾ ਬੈਸਟ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ. ਯਕੀਨ ਜਾਣਿਓ ਜੋ ਮੈਂ ਆਨਲਾਈਨ ਕੋਰਸ ਲਾਉਣਾ ਉਸ 'ਤੇ ਘੱਟੋ ਘੱਟ 3 ਦਿਨ ਦੀ ਕਲਾਸ ਸਿਰਫ ਇਸ ਮੁੱਦੇ 'ਤੇ ਲੱਗਦੀ ਹੈ, ਇਨਫੋਰਮੇਸ਼ਨ ਨੂੰ ਜੋੜਨਾ ਕਿੱਦਾਂ. 3 ਦਿਨ ਦੀਆਂ ਅੱਧੇ ਪੌਣੇ ਘੰਟੇ ਦੀਆਂ ਕਲਾਸਿਸ. ਲੇਕਿਨ ਮੈਂ ਤੁਹਾਨੂੰ ਸਭ ਤੋਂ ਜ਼ਰੂਰੀ ਚੀਜ਼ ਇਹਦੇ ਬਾਰੇ ਸਮਝਾਤੀ, ਬਾਕੀ ਤੁਸੀਂ ਆਪਣੀ ਸਮਝ ਅਨੁਸਾਰ ਇਹਨੂੰ ਇੰਪਲੀਮੈਂਟ ਕਰ ਲਓਗੇ. ਪੈਰਾਗ੍ਰਾਫਿੰਗ ਦੀ ਗੱਲ ਮੈਂ ਕਿਉਂ ਨਹੀਂ ਕਰ ਰਿਹਾ ਕਿਉਂਕਿ ਪੈਰਾਗ੍ਰਾਫਿੰਗ ਅਸੀਂ ਆਲਰੇਡੀ ਕਵਰ ਕਰ ਚੁੱਕੇ ਹਾਂ ਜਦੋਂ ਅਸੀਂ ਸਟਰਕਚਰ ਸਮਝ ਰਹੇ ਸੀਗੇ. ਪੈਰਾਗ੍ਰਾਫਿੰਗ ਵਧੀਆ ਕਰੋਗੇ 7 ਦੇ ਲਾਇਕ ਹੋ ਜਾਓਗੇ ਕੋਹੈਰੈਂਸ ਕੋਹੀਜ਼ਨ 'ਚ. ਬਾਕੀ ਚੀਜ਼ਾਂ ਵੀ ਸਹੀ ਕਰ ਦੋਗੇ 8 ਜਾਂ 9 ਦੇ ਲਾਇਕ ਹੋ ਸਕਦੇ ਹੋ. ਅੱਛਾ, ਹੁਣ ਆਪਾਂ ਅੱਗੇ ਚੱਲਦੇ ਹਾਂ. ਹੁਣ ਆਪਾਂ ਕਿੱਥੇ ਤੱਕ ਪਹੁੰਚੇ ਦੇਖੋ. ਟਾਸਕ ਅਚੀਵਮੈਂਟ, ਕੋਹੈਰੈਂਸ ਕੋਹੀਜ਼ਨ. ਹੁਣ ਗੱਲ ਕਰਦੇ ਹਾਂ ਵੋਕੈਬਲਰੀ ਦੀ. ਵੋਕੈਬਲਰੀ ਦੇ ਅੰਦਰ 4 ਚੀਜ਼ਾਂ ਦਾ ਧਿਆਨ ਰੱਖਣਾ. ਪਹਿਲੀ ਗੱਲ ਸਪੈਲਿੰਗ. ਦੇਖੋ ਸਪੈਲਿੰਗ ਬਾਰੇ ਬਾਹਲੀ ਚਿੰਤਾ ਨਹੀਂ ਕਰਨੀ. ਸਪੈਲਿੰਗ ਬਾਰੇ ਮੇਰਾ ਕੋਰਸ ਹੈ 20 days to better spelling, ਫ੍ਰੀ ਕੋਰਸ ਹੈ, ਮੇਰੀ ਵੈਬਸਾਈਟ ਤੇ ਹੈ ieltsardev.com. ਨਹੀਂ ਪਤਾ ਤਾਂ ਨੋਟ ਡਾਊਨ ਕਰ ਲਓ ਜੀ, ieltsardev.com. ਉੱਥੇ ਜਾਓ, ਆਪਣੀ ਆਈਡੀ ਬਣਾਓ, ਕੋਰਸਿਸ 'ਚ ਕਲਿੱਕ ਕਰੋ. ਫ੍ਰੀ ਕੋਰਸ ਹੈ, ਕਲਿੱਕ ਕਰੋ ਇਸ 'ਤੇ. 20 ਦਿਨ ਦਾ ਕੋਰਸ ਹੈ, ਇਹਨੂੰ ਤੁਸੀਂ ਕਿੰਨੇ ਮਰਜ਼ੀ ਵਾਰ ਰਿਪੀਟ ਕਰ ਸਕਦੇ ਹੋ ਅਤੇ ਇਹਦੇ ਨਾਲ ਤੁਹਾਡੀ ਜਿਹੜੀ ਸਪੈਲਿੰਗ ਹੈ ਉਹ ਸੁਧਰ ਜੂਗੀ. ਸਪੈਲਿੰਗ ਬਹੁਤ ਜ਼ਿਆਦਾ ਮਾਇਨੇ ਨਹੀਂ ਰੱਖਦੀ ਰਾਈਟਿੰਗ ਦੇ ਅੰਦਰ, ਲਿਸਨਿੰਗ ਦੇ ਅੰਦਰ ਬਹੁਤ ਮਾਇਨੇ ਰੱਖਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਦੋਂ ਚੰਗੀ ਭਲੀ ਲਿਸਨਿੰਗ ਕੀਤੀ ਹੋਵੇ ਤੇ ਜਿਵੇਂ ਪੰਜਾਬੀ ਕਹਿੰਦੇ ਹੁੰਦੇ ਵੀ ਉਹਦਾ ਸੱਤਿਆਨਾਸ਼ ਹੋ ਜੇ ਤੇ ਸਿਰਫ ਆਪਦੀ ਸਪੈਲਿੰਗ ਦੀ ਗਲਤੀ ਕਰਕੇ ਤਾਂ ਬੜਾ ਦੁੱਖ ਹੁੰਦਾ ਹੈਗਾ. ਉਹ ਦੁੱਖ ਤੋਂ ਵੀ ਬਚਿਆ ਜਾ ਸਕਦਾ ਇਸ 'ਤੇ ਮਿਹਨਤ ਕਰਕੇ. ਅੱਛਾ, ਆਪਾਂ ਬਾਕੀ ਚੀਜ਼ਾਂ ਦੀ ਗੱਲ ਕਰਾਂਗੇ. ਪ੍ਰੀਸੀਜਨ ਦਾ ਕੀ ਮਤਲਬ ਹੈ, ਪੈਰਾਫਰੇਜ਼ਿੰਗ ਦਾ ਕੀ ਮਤਲਬ ਹੈ, ਟੌਪਿਕ ਸਪੈਸੀਫਿਕ ਵੋਕੈਬਲਰੀ ਦਾ ਕੀ ਮਤਲਬ ਹੈ. ਠੀਕ, ਆਪਾਂ ਇਹਨਾਂ ਮੁੱਦਿਆਂ 'ਤੇ ਗੱਲ ਕਰਦੇ ਹਾਂ. ਸਭ ਤੋਂ ਪਹਿਲਾਂ ਟੌਪਿਕ ਸਪੈਸੀਫਿਕ ਵੋਕੈਬਲਰੀ. ਦੇਖੋ ਇਸ ਗੱਲ ਨੂੰ ਸਮਝੋ ਵੀ ਆਇਲਸ ਦੇ ਅੰਦਰ ਜਿਹੜੇ ਐਸੇ ਆਉਂਦੇ ਨੇ ਉਹ ਕਿਸੇ ਵੀ ਵਿਸ਼ੇ 'ਤੇ ਨਹੀਂ ਆ ਸਕਦੇ. ਕੁਝ ਗਿਣਵੇਂ ਚੁਣਵੇਂ ਵਿਸ਼ੇ ਜਿਨ੍ਹਾਂ 'ਤੇ ਆਉਂਦੇ ਜਿਵੇਂ ਕਿ ਐਜੂਕੇਸ਼ਨ, ਹੈਲਥ ਐਕਸਰਸਾਈਜ਼, ਕ੍ਰਾਈਮ ਪਨਿਸ਼ਮੈਂਟ, ਫੈਮਿਲੀ, ਐਨੀਮਲ ਰਾਈਟਸ, ਐਨਵਾਇਰਨਮੈਂਟ ਵਗੈਰਾ ਵਗੈਰਾ.
ਐਗਜ਼ਾਮੀਨਰ ਤੁਹਾਨੂੰ ਵੋਕੈਬਲਰੀ ਦੇ ਮਾਰਕਸ ਦੇਣ ਵੇਲੇ ਇਹ ਦੇਖੂਗਾ ਕਿ ਜਿਹੜਾ ਟੌਪਿਕ ਤੁਹਾਨੂੰ ਆਇਆ ਸੀ ਉਸ ਤੋਂ ਰਿਲੇਟਡ ਵੋਕੈਬਲਰੀ ਤੁਸੀਂ ਕਿੰਨੀ ਵਰਤੀ। ਮੈਂ ਤੁਹਾਡੇ ਸਾਹਮਣੇ ਕਰਨਾ ਚਾਹੂੰਗਾ ਪੇਸ਼ੇ ਨਜ਼ਰ ਕੁਝ ਇਹਦੇ ਉਦਾਹਰਨ। ਮੰਨ ਲਓ ਆਪਣਾ ਨੂੰ ਟੌਪਿਕ ਜਿਹੜਾ ਆ ਗਿਆ ਉਹ ਕ੍ਰਾਈਮ ਵਾਲਾ ਆ ਗਿਆ, ਤੇ ਕ੍ਰਾਈਮ ਵਾਲੇ ਟੌਪਿਕ ਬਾਰੇ ਗੱਲ ਕਰਦੇ ਹੋਏ ਤੁਸੀਂ ਵਰਡ ਯੂਜ਼ ਕੀਤਾ ਡੈਟਰ। ਡੈਟਰ ਦਾ ਮਤਲਬ ਹੁੰਦਾ ਹੋਣ ਤੋਂ ਰੁਕਣਾ, ਪਨਿਸ਼ਮੈਂਟ ਕਿਉਂ ਦਿੱਤੀ ਜਾਂਦੀ ਹੈ ਟੂ ਡੈਟਰ ਫਰਦਰ ਕ੍ਰਾਈਮ। ਐਗਜ਼ਾਮੀਨਰ ਇਹਨੂੰ ਨੋਟਿਸ ਕਰੂਗਾ ਵੀ ਵਾਹ ਟੌਪਿਕ ਨਾਲ ਜੁੜਿਆ ਹੋਇਆ ਵਧੀਆ ਸ਼ਬਦ ਵਰਤਿਆ, ਕ੍ਰਾਈਮ ਨਾਲ ਹੀ ਜੁੜਿਆ ਹੋਇਆ ਸ਼ਬਦ। ਮੰਨ ਲਓ ਤੁਹਾਨੂੰ ਜਿਹੜਾ ਟੌਪਿਕ ਆ ਗਿਆ ਰੂਰਲ ਅਰਬਨ ਇਸ਼ੂ ਆ ਗਿਆ ਤੇ ਤੁਸੀਂ ਵਰਡ ਯੂਜ਼ ਕੀਤਾ ਐਗਜ਼ੋਡਸ, ਤਾਂ ਐਗਜ਼ਾਮੀਨਰ ਕਹੂਗਾ ਵਾਹ ਕੀ ਬਾਤ ਹੈ, ਬਹੁਤ ਵਧੀਆ ਵਰਡ ਵਰਤਿਆ। ਇਹ ਜਿਹੜੀਆਂ ਵਾਹ ਵਾਲੀਆਂ ਮੂਮੈਂਟਸ ਹੈ ਉਦੋਂ ਆਉਂਦੀਆਂ ਜਦੋਂ ਤੁਸੀਂ ਟੌਪਿਕ ਸਪੈਸੀਫਿਕ ਵਰਡ ਵਰਤਦੇ। ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿਖਾ ਦਿੰਦਾ। ਮੰਨ ਲਓ ਜੈਂਡਰ ਰਾਈਟਸ ਵਾਲਾ ਆ ਗਿਆ ਤੇ ਤੁਸੀਂ ਵਰਤਿਆ ਡਿਸਕ੍ਰਿਮੀਨੇਸ਼ਨ, ਭੇਦਭਾਵ, ਤੇ ਵਧੀਆ ਵੋਕੈਬਲਰੀ ਹੈ ਇਹਦੇ ਨਾਲ ਜੁੜੀ ਹੋਈ। ਨਾਰਮਲੀ ਡਿਸਕ੍ਰਿਮੀਨੇਸ਼ਨ ਨੂੰ ਵਰਤਨ ਦੇ ਜਿੰਨੇ ਮਾਰਕਸ ਮਿਲਣਗੇ ਉਸ ਤੋਂ ਜ਼ਿਆਦਾ ਮਾਰਕਸ ਮਿਲਣਗੇ ਜੇ ਮੁੱਦਾ ਵੀ ਡਿਸਕ੍ਰਿਮੀਨੇਸ਼ਨ ਨਾਲ ਜੁੜਿਆ ਹੋਇਆ। ਗੱਲ ਸਮਝ ਆਈ? ਅੱਛਾ, ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜੇ ਮੇਰਾ ਆਫਲਾਈਨ ਕੋਰਸ ਹੁੰਦਾ ਹੈ ਉਹਦੇ ਅੰਦਰ 12 ਲਗਭਗ ਘੰਟੇ ਦੀਆਂ ਕਲਾਸਿਸ, ਘੰਟੇ ਤੋਂ ਵੀ ਲੰਬੀਆਂ ਚਲੀਆਂ ਜਾਂਦੀਆਂ ਜੇ ਹੋਮਵਰਕ ਇੰਕਲੂਡ ਕਰ ਲਈਏ, ਉਹ ਸਿਰਫ ਇਸੇ ਕੰਮ ਨੂੰ ਡਿਵੋਟਿਡ ਹੈ ਵੋਕੈਬਲਰੀ। ਤਾਂ ਜੇ ਕਦੇ ਮੌਕਾ ਮਿਲਿਆ ਤੁਹਾਡੀ ਸੇਵਾ ਦਾ ਤਾਂ ਚੰਗਾ ਲੱਗੂਗਾ ਤੁਹਾਨੂੰ ਇਹ ਵੋਕੈਬਲਰੀ ਕਰਾ ਕੇ। ਲੇਕਿਨ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਮੈਂ ਇੱਥੇ ਕੋਈ ਚੀਜ਼ ਵੇਚਣ ਨਹੀਂ ਆਇਆ, ਠੀਕ ਹੈ। ਮੇਰਾ ਬਿਲਕੁਲ ਵੀ ਇਹ ਮਕਸਦ ਨਹੀਂ ਹੈ ਕਿ ਮੈਂ ਤੁਹਾਡੇ ਤੋਂ ਕਿਸੇ ਤਰੀਕੇ ਦੇ ਉੱਤੇ ਪੈਸੇ ਅਰਨ ਕਰਨੇ, ਇਹ ਮੈਂ ਆਪਦੀ ਦਿਲ ਦੀ ਖੁਸ਼ੀ ਨਾਲ ਕਰ ਰਿਹਾ। ਤਾਂ ਮੈਂ ਤੁਹਾਨੂੰ ਦੱਸਦਾ ਕਿ ਟੌਪਿਕ ਸਪੈਸੀਫਿਕ ਵੋਕੈਬਲਰੀ ਤੇ ਮੈਂ ਫ੍ਰੀ ਵੀਡੀਓਜ਼ ਵੀ ਬਣਾਈਆਂ ਹੋਈਆਂ ਪੂਰੇ 9 ਘੰਟੇ ਦੀਆਂ, ਘੱਟ ਨਹੀਂ ਹੈ, ਤੁਸੀਂ ਉਹਨੂੰ ਕਵਰ ਕਰਦੇ ਕਰਦੇ ਹੀ ਥੱਕ ਜਾਓਗੇ। ਤਾਂ ਉਹ ਫ੍ਰੀ ਵੀਡੀਓਜ਼ ਜੇ ਤੁਹਾਨੂੰ ਚਾਹੀਦੀਆਂ, ਅਗੇਨ ਪਲੀਜ਼ ਮੈਨੂੰ ਦੱਸ ਦਿਓ ਤੁਸੀਂ WhatsApp ਤੇ। ਇਹ ਗੱਲਾਂ ਨੋਟ ਕਰ ਲਓ, ਬਾਅਦ 'ਚ ਤੁਸੀਂ ਨਾ ਭੁੱਲ ਜਾਓ, ਠੀਕ। ਬਾਕੀ ਮੈਂ ਯਾਦ ਰੱਖਣ ਦੀ ਕੋਸ਼ਿਸ਼ ਕਰੂੰਗਾ, ਮੈਂ ਤੁਹਾਨੂੰ ਲਿੰਕ ਸੈਂਡ ਕਰ ਹੀ ਦੇਵਾਂਗਾ ਜਦੋਂ ਵੀ ਮੈਸੇਜ ਕਰੋਗੇ। ਅੱਛਾ, ਤਾਂ ਆਹ ਚੀਜ਼ ਜ਼ਰੂਰੀ ਹੈ, ਇਸ 'ਤੇ ਮਿਹਨਤ ਕਰਨੀ ਹੈ, ਠੀਕ। ਅੱਛਾ, ਇਹ ਵਾਲਾ ਮੇਰਾ ਕੋਰਸ ਹੈ ਵੋਕੈਬਲਰੀ ਇੰਪਰੂਵਮੈਂਟ, ਕਾफ़ी ਵਧੀਆ ਰੇਟਿੰਗ ਹੈ ਐਵਰੀਥਿੰਗ। ਅੱਛਾ, ਦੂਸਰੀ ਚੀਜ਼ ਪੈਰਾਫਰੇਜ਼ਿੰਗ ਇਨਫੋਰਮੇਸ਼ਨ। ਪੈਰਾਫਰੇਜ਼ ਦਾ ਮਤਲਬ ਹੁੰਦਾ ਹੈ ਰਿਪੀਟ ਨਾ ਕਰਨਾ। ਕੀ ਸਾਨੂੰ ਕਿਸੇ ਵੀ ਚੀਜ਼ ਨੂੰ ਰਿਪੀਟ ਨਹੀਂ ਕਰਨਾ ਹੁੰਦਾ? ਨਹੀਂ, ਆਪਾਂ ਰਿਪੀਟ ਕਰ ਸਕਦੇ ਹਾਂ, ਰੈਪੀਟੇਸ਼ਨ ਦੇ ਕੋਈ ਮਾਰਕਸ ਨਹੀਂ ਕੱਟਦੇ। ਪੈਰਾਫਰੇਜ਼ਿੰਗ ਦਾ ਮਤਲਬ ਅਸਲ 'ਚ ਹੁੰਦਾ ਨਾਟ ਰਿਪੀਟਿੰਗ ਐਵਰੀਥਿੰਗ, ਕਿਸੇ ਚੀਜ਼ ਨੂੰ ਬਦਲ ਕੇ ਲਿਖਣਾ, ਚੇਂਜ ਕਰਨੇ ਉਹਦੇ ਵਰਡਸ। ਉਦਾਹਰਨ ਦੇ ਤੌਰ ਤੇ ਇਹਨਾਂ ਨੇ ਮੰਨ ਲਓ ਕਹਿਤਾ, ਮੈਨੂੰ ਥੋੜਾ ਜਿਹਾ ਪਿੱਛੇ ਜਾਣਾ ਪਊਗਾ, ਲੈਟ ਮੀ ਸਕਰੋਲ ਬੈਕ, ਕਿੱਥੇ ਸੀਗਾ? ਹਾਂ, ਇਹਨਾਂ ਨੇ ਕਹਿਤਾ ਰੋਬੋਟਸ ਵਿਲ ਰਿਪਲੇਸ ਟੀਚਰਸ ਇਨ ਦ ਕਲਾਸਰੂਮ ਇਨ ਦ ਫਿਊਚਰ। ਤਾਂ ਆਪਾਂ ਕਹਿ ਦਈਏ robots will take the place of tutors in the classroom in the coming future, in the coming years, ਕੁਛ ਇੱਦਾਂ ਦਾ। ਇਹਨੂੰ ਆਪਾਂ ਕਹਿੰਦੇ ਹਾਂ ਪੈਰਾਫਰੇਜ਼ਿੰਗ। ਪੈਰਾਫਰੇਜ਼ਿੰਗ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਇੱਕ ਐਸੇ ਵਿੱਚ ਵਧੀਆ ਸਕੋਰ ਕਰਨ ਲਈ। ਪੈਰਾਫਰੇਜ਼ ਕਰਨ ਦੇ ਤੁਹਾਨੂੰ 3 ਮੌਕੇ ਮਿਲਦੇ ਆ। ਸਭ ਤੋਂ ਪਹਿਲਾਂ ਇੰਟਰੋਡਕਸ਼ਨ 'ਚ, ਜਦੋਂ ਤੁਸੀਂ ਟੌਪਿਕ ਨੂੰ ਬਦਲ ਕੇ ਲਿਖਣਾ ਹੁੰਦਾ। ਉਸ ਤੋਂ ਬਾਅਦ ਐਗਜ਼ਾਮਪਲਸ 'ਚ, ਜਦੋਂ ਤੁਸੀਂ ਪਿਛਲੇ ਸੈਂਟੈਂਸ ਨੂੰ ਪੈਰਾਫਰੇਜ਼ ਕਰਨਾ ਹੁੰਦਾ। ਜੇ ਤੁਹਾਡੇ ਮਨ 'ਚ ਸਵਾਲ ਇਹ ਆ ਰਿਹਾ ਵੀ ਕਿਵੇਂ, ਤਾਂ ਮੈਂ ਤੁਹਾਨੂੰ ਦੱਸਿਆ, ਤੁਹਾਨੂੰ ਵੀਡੀਓ ਮਿਲੂਗੀ ਇੱਕ ਬਾਅਦ 'ਚ ਜਿਹਦੇ ਅੰਦਰ ਐਗਜ਼ਾਮਪਲ 'ਚ ਮੈਂ ਇਸ ਮੁੱਦੇ ਦੀ ਵੀ ਗੱਲ ਕਰ ਰਿਹਾ। ਐਗਜ਼ਾਮਪਲ ਦੇ ਅੰਦਰ ਪਿਛਲਾ ਸੈਂਟੈਂਸ ਪੈਰਾਫਰੇਜ਼ ਹੁੰਦਾ। ਕੰਕਲੂਜਨ ਦੇ ਅੰਦਰ ਅਸੀਂ ਆਪਣੇ ਮੇਨ ਆਈਡੀਆਜ਼ ਪੈਰਾਫਰੇਜ਼ ਕਰਦੇ ਹਾਂ। ਯਾਦ ਹੋਊਗਾ ਰੋਬੋਟਸ ਵਾਲਾ, ਇਮੋਸ਼ਨਸ, ਡਿਸਿਪਲਿਨ। ਆ 3 ਥਾਂ ਤਾਂ ਪੱਕੇ ਹੀ ਹੈ ਜਿੱਥੇ ਤੁਹਾਨੂੰ ਪੈਰਾਫਰੇਜ਼ ਕਰਨ ਨੂੰ ਮਿਲੂਗਾ, ਤੇ ਬਹੁਤ ਜ਼ਰੂਰੀ ਸਕਿੱਲ ਹੈ, ਬਹੁਤ ਵਧੀਆ ਪ੍ਰਭਾਵ ਇਹਦਾ ਪੈਂਦਾ ਹੈ। ਪੈਰਾਫਰੇਜ਼ਿੰਗ ਤੇ ਮੇਰੀ ਇੱਕ ਬੇਸਿਕ ਵੀਡੀਓ ਹੈਗੀ ਆ, ਉਹ ਜਿਹੜੀ ਬੇਸਿਕ ਵੀਡੀਓ ਆ ਤੁਹਾਨੂੰ YouTube ਤੇ ਮਿਲ ਜੂਗੀ, ਸਰਚ ਮਾਰ ਲਿਓ ਪੈਰਾਫਰੇਜ਼ਿੰਗ ਇਨ ਆਇਲਟਸ ਹਰਦੇਵ ਸਰ ਲਿਖ ਕੇ YouTube ਤੇ ਸਰਚ ਮਾਰੋਗੇ ਤਾਂ ਉਹ ਵੀਡੀਓ ਤੁਹਾਡੇ ਸਾਹਮਣੇ ਆ ਜਾਊਗੀ, ਉਹ ਦੇਖ ਲਿਓ। ਮੈਨੂੰ ਬੇਸਿਕ ਵੀਡੀਓ ਕਿਉਂ ਕਹਿ ਰਿਹਾ, ਕਿਉਂਕਿ ਵੀਡੀਓ ਥੋੜੀ ਪੁਰਾਣੀ ਹੈ। ਜਦੋਂ ਤੱਕ ਜਿਹੜੇ ਸਮਿਆਂ ਦੀ ਉਹ ਵੀਡੀਓ ਬਣੀ ਆ ਉਸ ਤੋਂ ਬਾਅਦ ਇਹਨੂੰ ਮੈਂ ਥੋੜਾ ਜਿਹਾ ਹੋਰ ਵੀ ਇੰਪਰੂਵ ਕਰ ਲਿਆ, ਲੇਕਿਨ ਉਸ ਤੇ ਦੁਬਾਰਾ ਵੀਡੀਓ ਬਣਾਉਣ ਦਾ ਮੌਕਾ ਨਹੀਂ ਮਿਲਿਆ, ਬਟ ਦੈਟ ਸ਼ੁੱਡ ਬੀ ਯੂਜ਼ਫੁਲ ਟੂ ਯੂ। ਅੱਛਾ, ਮੈਂ ਤੁਹਾਨੂੰ ਕਿਹਾ ਸੀਗਾ ਕਿ ਪ੍ਰੀਸੀਜਨ ਦੀ ਗੱਲ ਵੀ ਆਪਾਂ ਕਰਾਂਗੇ। ਦੇਖੋ, ਪ੍ਰੀਸੀਜਨ ਦਾ ਮਤਲਬ ਹੁੰਦਾ ਹੈ ਰਾਈਟ ਯੂਜ਼ ਆਫ ਵੋਕੈਬਲਰੀ। ਇਹਦੇ ਅੰਦਰ 2 ਚੀਜ਼ਾਂ ਆ ਜਾਂਦੀਆਂ। ਇੱਕ ਤਾਂ ਜਿਹੜੀ ਤੁਹਾਡੀ ਵੋਕੈਬਲਰੀ ਹੈ ਉਹ ਨੈਚੁਰਲ ਹੋਵੇ, ਦੂਜੀ ਜਿਹੜੀ ਚੀਜ਼ ਹੈ ਉਹ ਰਾਈਟ ਕੰਟੈਕਸਟ ਵਿੱਚ ਹੀ ਯੂਜ਼ ਹੋਵੇ। ਮੰਨ ਲਓ ਤੁਸੀਂ ਸ਼ਬਦ ਸੋਚ ਲਿਆ, ਤੁਸੀਂ ਆਨਲਾਈਨ ਦੇਖਿਆ ਵੀ ਇੰਪਰੂਵਮੈਂਟ ਦੇ ਸਿਨੋਨਿਮ ਕਿਹੜੇ ਹੈ, ਤੇ ਤੁਸੀਂ ਦੇਖਿਆ ਵੀ ਇਹਦਾ ਇੱਕ ਸਿਨੋਨਿਮ ਐਮੀਲੀਓਰੇਟ ਹੈ। ਇਹ ਜਿਹੜਾ ਐਮੀਲੀਓਰੇਟ ਵਰਡ ਹੈ, ਕਿਉਂਕਿ ਤੁਸੀਂ ਮੰਨ ਲਿਆ ਵੀ ਇਹ ਸਮਾਨਾਰਥੀ ਉਹਦਾ ਤੇ ਹੈ ਵੀ, ਤੁਸੀਂ ਇੱਕ ਦਿਨ ਕਹਿਤਾ ਵੀ ਬੱਚਿਆਂ ਨਾਲ ਸਟ੍ਰਿਕਟ ਹੋਣਾ ਚਾਹੀਦਾ ਕਿਉਂਕਿ ਇਹਦੇ ਨਾਲ ਉਹਨਾਂ ਦਾ ਕਲਾਸ ਦੇ ਅੰਦਰ ਫੋਕਸ ਐਮੀਲੀਓਰੇਟ ਹੋਊਗਾ, ਹੋਗੀ ਗੜਬੜ, ਕੰਟੈਕਸਟ ਸਹੀ ਨਹੀਂ ਹੈ। ਐਮੀਲੀਓਰੇਟ ਇਦਾਂ ਦੀਆਂ ਚੀਜ਼ਾਂ ਨਾਲ ਨਹੀਂ ਵਰਤਿਆ ਜਾਂਦਾ।
ਫੋਕਸ ਨਾਲ ਹਮੇਸ਼ਾ ਇੰਪਰੂਵਮੈਂਟ ਲੱਗਦਾ, ਕਦੇ ਐਮੀਲੀਓਰੇਟ ਨਹੀਂ ਲੱਗਦਾ, ਹਾਲਾਂਕਿ ਇਹਨਾਂ ਦਾ ਮੀਨਿੰਗ ਸੇਮ ਹੈ। ਸਹੀ ਕੰਟੈਕਸਟ ਵਿੱਚ ਵਰਡ ਯੂਜ਼ ਕਰ ਪਾਉਣਾ ਤੇ ਨੈਚੁਰਲ ਸ਼ਬਦ ਯੂਜ਼ ਕਰਨੇ। ਮੈਨੂੰ ਬਹੁਤ ਹੀ ਹੈਰਾਨੀ ਹੁੰਦੀ ਹੈ, ਮੇਰੇ ਕੋਲੇ ਜਿਹੜੇ ਬੱਚੇ ਆਉਂਦੇ ਆ ਉਹਨਾਂ ਨੂੰ ਇਦਾਂ ਦੇ ਵਰਡ ਸਿਖਾਏ ਗਏ ਹੁੰਦੇ ਆ ਕਿ ਮਾਸਸ ਵਰਡ ਵਰਤੋ, ਓਪੀਨ ਵਰਡ ਵਰਤੋ, ਮੌਬ ਵਰਡ ਵਰਤੋ, ਐਲਿਊਸੀਡੇਟ ਵਰਡ ਵਰਤੋ, ਰੀਕੈਪੀਚੂਲੇਟ ਵਰਡ ਵਰਤੋ। ਇਹ ਸਾਰੇ ਰੱਦੀ ਵਰਡਸ ਨੇ। ਜੇ ਤੁਸੀਂ ਐਗਜ਼ਾਮੀਨਰ ਨੂੰ ਉਹ ਵਾਲਾ ਰਿਐਕਸ਼ਨ ਦਿਵਾਉਣਾ ਹੈ ਵੀ ਆਹ ਕੀ ਲਿਖਤਾ, ਤਾਂ ਆਹ ਵਰਡ ਵਰਤ ਲਿਆ ਕਰੋ। ਜੇ ਇਹਨਾਂ ਵਰਡਸ ਦੀ ਮੈਂ ਲਿਸਟ ਬਣਾਉਣ ਲੱਗਾ, ਇਹ ਖਤਮ ਨਹੀਂ ਹੋਣਗੇ। 1 ਨੰਬਰ ਦੇ ਰੱਦੀ ਵਰਡ ਹੈ। ਜੋ ਵੀ ਇੰਸਟੀਟਿਊਟ ਜਾਂ ਟੀਚਰ ਇਦਾਂ ਦੇ ਸ਼ਬਦ ਕਰਾਉਂਦਾ ਹੈ, ਉਹ ਮੈਨੂੰ ਲੱਗਦਾ ਤੁਹਾਡੇ ਮਾਰਕਸ ਘਟਾ ਰਹੇ ਹੁੰਦੇ ਆ। ਮਾਸਸ, ਓਪੀਨ, ਮੌਬ, ਫੋਕਸ, ਪਤਾ ਨਹੀਂ ਕਿੱਥੋਂ ਕਿੱਥੋਂ ਇਹਨਾਂ ਨੇ ਵੋਕੈਬਲਰੀ ਕੱਢ ਲਿਆਉਂਦੇ ਨੇ ਤੇ ਬੱਚਿਆਂ ਦਾ ਪੱਠਾ ਬਿਠਾਉਂਦੇ। ਇੱਕ ਤਾਂ ਤੁਹਾਡੇ ਤੋਂ ਪੈਸੇ ਅਲੱਗ ਰਹਿੰਦੇ ਆ ਤੇ ਉੱਤੋਂ ਤੁਹਾਡਾ ਪੱਠਾ ਬਿਠਾ ਰਹੇ ਹੁੰਦੇ ਆ। ਤਾਂ ਮੈਨੂੰ ਜਦੋਂ ਮੈਂ ਵੋਕੈਬਲਰੀ ਦੇਖਦਾ, ਕਈ ਵਾਰੀ ਗੁੱਸਾ ਵੀ ਬਹੁਤ ਆਉਂਦਾ, ਜ਼ਿਆਦਾਤਰ ਦੁੱਖ ਹੁੰਦਾ। ਤਾਂ ਕਿਰਪਾ ਕਰਕੇ ਜਦੋਂ ਵੀ ਤੁਸੀਂ ਕੋਈ ਵਰਡ ਸਿੱਖਦੇ ਹੋ, ਕਿਸੇ ਸਿਆਣੇ ਬੰਦੇ ਨੂੰ, ਜਿਹਨੂੰ ਵੀ ਤੁਸੀਂ ਜਿਹਦੇ ਤੱਕ ਵੀ ਤੁਹਾਡੀ ਪਹੁੰਚ, ਉਹਨਾਂ ਨੂੰ ਇਹ ਸਵਾਲ ਜ਼ਰੂਰ ਕਰ ਲਿਆ ਕਰੋ ਵੀ ਇਹ ਨੈਚੁਰਲ ਵਰਡ ਹੈ ਕਿ ਨਹੀਂ। ਇਹਨਾਂ ਨੂੰ ਆਮ ਇੱਕ ਇੰਗਲਿਸ਼ ਸਪੀਕਿੰਗ ਪਰਸਨ, ਜੋ ਇੱਕ ਨੇਟਿਵ ਇੰਗਲਿਸ਼ ਸਪੀਕਰ ਹੈ, ਉਹ ਵਰਤਦਾ ਵੀ ਹੈ ਕਿ ਨਹੀਂ। ਜ਼ਿਆਦਾਤਰ ਵੋਕੈਬਲਰੀ ਵਾਲੀ ਸੋਚ ਮੈਂ ਉਹ ਦੱਸਦਾ, ਉਹ ਹੋ ਜਾਂਦੀ ਹੈ ਵੀ ਆਹ ਦੇਖੋ ਜੀ ਸਾਡਾ ਅਨਾਰ, ਆਹ ਦੇਖੋ ਜੀ ਮੇਰੀ ਚੱਕਰੀ। ਨਹੀਂ ਜੀ ਨਹੀਂ, ਮੈਂ ਤਾਂ ਸਰਪ੍ਰਾਈਜ਼ ਵਰਡ ਵਰਤਣਾ ਹੀ ਨਹੀਂ। ਸਰਪ੍ਰਾਈਜ਼ ਵਰਡ ਤਾਂ ਬੜਾ ਆਮ ਹੈ, ਮੈਂ ਤਾਂ ਵਰਤੂੰਗਾ ਫਲੈਬਰਗਾਸਟਡ। ਸਾਨੂੰ ਇਹ ਲੱਗ ਰਿਹਾ ਹੁੰਦਾ ਵੀ ਐਗਜ਼ਾਮੀਨਰ ਨੱਚਣ ਟੱਪਣ ਲੱਗ ਜੂਗਾ ਦੇਖ ਕੇ ਵੀ ਉਹ ਕਿਆ ਰੰਗ ਬਿਰੰਗੀ ਚੱਕਰੀ ਲੈ ਕੇ ਆਇਆ, ਉਹ ਹਿਮਾਲਿਆ ਤੋਂ ਜੜੀ ਬੂਟੀ ਤੋੜ ਕੇ ਲਿਆਇਆ, ਬੜਾ ਰੇਅਰ ਸ਼ਬਦ ਹੈ। ਐਗਜ਼ਾਮੀਨਰ ਮੱਥੇ ਤੇ ਹੱਥ ਰੱਖ ਲੈਂਦੇ, ਉਹਨਾਂ ਦਾ ਸਿਰ ਦੁਖਣ ਲੱਗ ਜਾਂਦਾ ਇਦਾਂ ਦੇ ਵਰਡ ਪੜ੍ਹ ਕੇ। ਤਾਂ ਕਿਰਪਾ ਕਰਕੇ ਇਸ ਗੱਲ ਨੂੰ ਸਮਝੋ ਵੀ ਵਰਡਸ ਨੈਚੁਰਲ ਹੋਣੇ ਚਾਹੀਦੇ ਆ। ਚੰਗੇ ਟੀਚਰ ਦੀ ਸੰਗਤ ਬਹੁਤ ਜ਼ਰੂਰੀ ਹੈ ਇਸ ਮਾਮਲੇ 'ਚ। ਲੇਕਿਨ ਕਿਸੇ ਵੀ ਗਿਆਨੀ ਇਨਸਾਨ ਦੀ ਸੰਗਤ ਤੁਹਾਨੂੰ ਮਿਲੇ ਜਿਨ੍ਹਾਂ ਨੂੰ ਇੰਗਲਿਸ਼ ਦੀ ਜਾਣਕਾਰੀ ਹੈ, ਤਾਂ ਇਹ ਚੀਜ਼ ਜ਼ਰੂਰ ਕਨਫਰਮ ਕਰ ਲਿਆ ਕਰੋ। ਅੱਛਾ, ਹੁਣ ਆਪਾਂ ਆਉਂਦੇ ਹਾਂ ਆਪਣੇ ਲਾਸਟ ਕ੍ਰਾਈਟੀਰੀਆ ਵੱਲ। ਆਪਣੀ ਕਲਾਸ ਆਪਦੇ ਅੰਤ ਵੱਲ ਵੀ ਥੋੜ੍ਹਾ ਜਿਹਾ ਆ ਰਹੀ ਹੈ, ਅਤੇ ਹੁਣ ਥੋੜ੍ਹਾ ਜਿਹਾ એનર્ਜੀ ਖਿੱਚ ਕੇ ਰੱਖੋ। ਦੇਖੋ, ਜੇ ਮੈਂ એનર્ਜੀ ਬਣਾ ਕੇ ਰੱਖ ਸਕਦਾ, ਲਗਾਤਾਰ ਬੋਲਦੇ ਹੋਏ, ਤੁਸੀਂ ਵੀ ਬਣਾ ਸਕਦੇ ਆ। ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸੂਗਾ ਐਨ ਅਨਕੰਫਰਟੇਬਲ ਟਰੁੱਥ ਇਹਦੇ ਬਾਰੇ, ਜੋ ਤੁਹਾਨੂੰ ਕੋਈ ਵੀ ਨਹੀਂ ਦੱਸੂਗਾ। ਕਿਉਂ ਨਹੀਂ ਦੱਸੂਗਾ? ਕਿਉਂਕਿ ਉਹਨਾਂ ਨੇ ਵੇਚਣਾ ਆਪਣੇ ਕੋਰਸ, ਉਹਨਾਂ ਨੇ ਵੇਚਣੇ ਆ, ਉਹਨਾਂ ਨੇ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਆਪਣੇ ਵੱਲ ਖਿੱਚਣੇ ਆ। ਬਹੁਤ ਸਾਰੇ ਇੰਸਟੀਟਿਊਟਸ ਮੈਂ ਇਹ ਦੇਖਦਾ, ਕਿਉਂਕਿ ਬੱਚੇ ਸਾਡੇ ਕੋਲ ਆਉਂਦੇ ਰਹਿੰਦੇ ਆ, ਨੋਟਸ ਦੇਖ ਲੈਂਦੇ ਆ, ਆਨਲਾਈਨ ਦੇਖ ਲੈਂਦੇ ਆ, ਭਾਂਤ ਦੇ ਸਟਰਕਚਰ ਕਰਾ ਰਹੇ ਹੁੰਦੇ। ਤੇ ਪੰਜਾਬੀ 'ਚ ਕਹੀਏ ਸਪਸ਼ਟ, ਵਿੰਗੇ ਟੇਢੇ ਸਟਰਕਚਰ। ਠੀਕ ਹੈ, ਉਹ ਕਹਿੰਦੇ ਜੀ ਆਹ ਸੈਂਟੈਂਸ ਵਰਤ ਲਓ, ਐਗਜ਼ਾਮੀਨਰ ਹੱਕਾ ਬੱਕਾ ਰਹਿ ਜਾਊਗਾ। ਉਹ ਸੈਂਟੈਂਸ ਵਰਤ ਲਓ, ਹੱਕਾ ਬੱਕਾ ਰਹਿ ਜਾਊਗਾ। ਕੋਈ ਹੱਕਾ ਬੱਕਾ ਐਗਜ਼ਾਮੀਨਰ ਨਹੀਂ ਰਹਿਣ ਵਾਲਾ। ਜੇ ਤੁਹਾਡਾ ਇੰਗਲਿਸ਼ ਦਾ ਲੈਵਲ ਵਧੀਆ ਨਹੀਂ ਹੈ, ਤੇ ਇਨਫੈਕਟ ਮੈਂ ਕਹੂੰਗਾ ਜੇ ਤੁਹਾਡੀ ਇੰਗਲਿਸ਼ ਦਾ ਲੈਵਲ ਵਧੀਆ ਵੀ ਹੈ, ਕਦੇ ਵੀ ਤੁਹਾਨੂੰ ਇਹ ਕੋਸ਼ਿਸ਼ ਨਹੀਂ ਕਰਨੀ ਐਗਜ਼ਾਮੀਨਰ ਨੂੰ ਇੰਪ੍ਰੈਸ ਕਰਨ ਦੀ। ਕਦੇ ਵੀ ਇਹ ਸੈਂਟੈਂਸ ਨਹੀਂ ਸਿੱਖਣੇ। ਤੇ ਕਿਉਂ ਤੁਹਾਨੂੰ ਗ੍ਰਾਮਰ ਤੇ ਮਿਹਨਤ ਨਹੀਂ ਕਰਨੀ ਚਾਹੀਦੀ, ਮੈਂ ਤੁਹਾਨੂੰ ਇਹ ਦੱਸਣ ਲੱਗਿਆ। ਅਨਕੰਫਰਟੇਬਲ ਟਰੁੱਥ ਕੀ ਹੈ ਕਿ ਜੇ ਤੁਸੀਂ ਆਇਲਟਸ ਦੇ ਸਟੂਡੈਂਟ ਹੋ, ਗ੍ਰਾਮਰ ਤੇ ਆਪਣਾ ਵਕਤ ਜ਼ਾਇਆ ਨਾ ਕਰੋ। ਜਿਹੜੀ ਗੱਲ ਮੈਂ ਇੱਥੇ ਤੁਹਾਨੂੰ ਹੁਣ ਦੱਸਣ ਵਾਲਾ, ਇਹਦਾ ਪ੍ਰੂਫ ਬੈਂਡ ਡਿਸਕ੍ਰਿਪਟਰ 'ਚ ਵੀ ਪਿਆ, ਜਾ ਕੇ ਮੈਚ ਕਰ ਲਿਓ। ਉਹ ਕੀ ਹੈ? 5 ਬੈਂਡ ਕਦੋਂ ਮਿਲਦੇ ਆ, 6 ਕਦੋਂ ਮਿਲਦੇ ਆ, 7 ਕਦੋਂ ਮਿਲਦੇ ਆ, ਇਹਨੂੰ ਸਮਝ ਲਓ। 5 ਬੈਂਡ ਉਸ ਬੱਚੇ ਨੂੰ ਮਿਲਦੇ ਆ ਜੋ ਗਲਤੀਆਂ ਕਰਦਾ ਹੈ, ਕਿੰਨੀਆਂ ਮਰਜ਼ੀ ਕਰੀ ਜਾਓ। 6 ਬੈਂਡ ਵੀ ਉਹਨੂੰ ਮਿਲਦੇ ਆ ਜੋ ਗ੍ਰਾਮਰ ਦੀਆਂ ਗਲਤੀਆਂ ਕਰਦਾ, ਕਿੰਨੇ ਮਰਜ਼ੀ ਕਰੀ ਜਾਓ। 7 ਉਹਨੂੰ ਮਿਲਦੇ ਆ ਜੋ ਗਲਤੀਆਂ ਕਰਦਾ, ਲੇਕਿਨ ਸਿਰਫ ਅੱਧੇ ਇੱਕ ਸੈਂਟੈਂਸ 'ਚ 50% ਐਰਰਸ ਹੁੰਦੇ ਆ। ਅੱਧੇ ਇੱਕ ਸੈਂਟੈਂਸ ਸਹੀ ਲਿਖੇ ਹੋਏ ਆ, ਅੱਧੇ ਇੱਕ ਗਲਤੀ ਹੈ। ਤੁਸੀਂ ਕਹੋਗੇ ਫਿਰ ਫਰਕ ਕੀ ਹੈ ਇਹਦੇ ਅੰਦਰ? ਫਰਕ ਇਹ ਹੈ ਵੀ ਆਹ ਬੱਚੇ ਦੀਆਂ ਗਲਤੀਆਂ ਇਦਾਂ ਦੀਆਂ ਹੋ ਜਾਂਦੀਆਂ ਵੀ ਗੱਲ ਵੀ ਸਮਝ ਆਉਣੀ ਬੰਦ ਹੋ ਜਾਂਦੀ ਹੈ, ਕੰਪਰੀਹੈਂਸ਼ਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਆਹ ਬੱਚਾ ਵੀ ਉਨੀਆਂ ਹੀ ਗਲਤੀਆਂ ਕਰ ਰਿਹਾ, ਲੇਕਿਨ ਇਹਦੀਆਂ ਗਲਤੀਆਂ ਘੱਟ ਸੀਰੀਅਸ ਹੈ, ਇਹ ਕੰਪਰੀਹੈਂਸ਼ਨ ਤੇ ਅਸਰ ਨਹੀਂ ਪਾਉਂਦੀਆਂ। ਇਹ ਬੱਚੇ ਨੇ ਕਹਿਣਾ ਸੀ ਕਿ ਵੀ ਵੈਂਟ ਟੂ ਮਨਾਲੀ ਲਾਸਟ ਈਅਰ, ਤੇ ਉਹਨੇ ਕਹਿਤਾ ਵੀ ਗੋ ਟੂ ਮਨਾਲੀ ਲਾਸਟ ਈਅਰ। ਇਦਾਂ ਦੀਆਂ ਗਲਤੀਆਂ 90% ਬੱਚੇ ਜੋ ਮੇਰੇ ਕੋਲੇ ਆਉਂਦੇ ਆ, ਭਾਵੇਂ ਉਹ ਜਨਰਲ ਸਟੂਡੈਂਟ ਹੋਣ ਚਾਹੇ ਐਕੈਡੈਮਿਕ ਸਟੂਡੈਂਟ ਹੋਣ, ਉਹ ਆਲਰੇਡੀ ਇੱਥੇ ਬੈਠੇ ਹੁੰਦੇ ਆ। ਮੈਂ ਬਹੁਤ ਹੀ ਰੇਅਰਲੀ ਇਦਾਂ ਦੇ ਸਟੂਡੈਂਟ ਨੂੰ ਮਿਲਦਾ ਜਿਹਦੀਆਂ ਗਲਤੀਆਂ ਇਦਾਂ ਹੁੰਦੀਆਂ ਵੀ ਅਸੀਂ ਕਹਿੰਦੇ ਵੀ ਆਹ ਕੀ ਲਿਖਤਾ, ਸਮਝ ਹੀ ਨਹੀਂ ਆ ਰਿਹਾ। ਸਮਝ ਆਈ ਗੱਲ? ਤਾਂ ਪਹਿਲੀ ਗੱਲ, ਤੁਸੀਂ 5 ਤੇ ਹੋ ਨਹੀਂ। 95% ਸਟੂਡੈਂਟ ਇਹ ਜਿਹੜੀ ਕਲਾਸ ਅਟੈਂਡ ਕਰ ਰਿਹਾ, ਤੁਸੀਂ 5 ਤੇ ਨਹੀਂ ਹੋ। ਸਮਝ ਆਈ ਗੱਲ? ਤੁਸੀਂ 6 ਤੇ ਹੋ। ਤੇ 7 ਤੇ ਜਾਣ ਲਈ ਤੁਹਾਨੂੰ ਇੱਕ ਤਾਂ ਆਪਣੀਆਂ ਗਲਤੀਆਂ ਅੱਧੀਆਂ ਕਰਨੀਆਂ ਪੈਣਗੀਆਂ, ਇੱਕ ਕੰਪਲੈਕਸ ਸਟਰਕਚਰ ਸਿੱਖਣੇ ਪੈਣਗੇ। ਇਹ ਜਿਹੜਾ ਕੰਮ ਹੈ, ਇਹ ਘੱਟੋ ਘੱਟ 6 ਮਹੀਨਿਆਂ ਦਾ ਕੰਮ ਹੈ, ਘੱਟ ਤੋਂ ਘੱਟ। ਜੇ ਤੁਸੀਂ ਇਕੱਲੇ ਗ੍ਰਾਮਰ ਤੇ ਵੀ ਇਨਵੈਸਟ ਕਰ ਦਿੰਦੇ ਹੋ, 6 ਮਹੀਨੇ 'ਚ ਤੁਸੀਂ ਸ਼ਾਇਦ ਇੱਥੇ ਪਹੁੰਚ ਜਾਓ, ਸ਼ਾਇਦ। ਮੈਨੂੰ ਇਹ ਦੱਸੋ ਵੀ ਇੱਥੇ ਮੱਥਾ ਫੋੜੀ ਕਰਨ ਦਾ ਕੀ ਤੁਕ ਬਣਦਾ? ਫਿਰ ਅਸੀਂ ਪਹਿਲਾਂ ਸਮਝ ਨਹੀਂ ਚੁੱਕੇ ਇਹ ਗੱਲ ਕਿ ਜੇਕਰ
ਮੈਨੂੰ ਇਹ ਤੈਅ ਹੋ ਹੀ ਗਿਆ ਹੈ ਕਿ ਮੇਰੇ ਗ੍ਰਾਮਰ 'ਚ 6 ਲੱਗਣਗੇ, ਤਾਂ ਗ੍ਰਾਮਰ ਨਾਲ ਮੱਥਾ ਫੋੜੀ ਨਾ ਕੀਤੀ ਜਾਵੇ। ਹੋਰ ਕ੍ਰਾਈਟੀਰੀਆਜ਼ ਤੇ 8 ਤੇ ਜਾਣ ਦੀ ਕੋਸ਼ਿਸ਼ ਹੋ ਸਕਦੀ ਹੈ, ਉੱਪਰ ਜਾਣ ਦੀ ਕੋਸ਼ਿਸ਼ ਹੋ ਸਕਦੀ ਹੈ। ਇਹ ਕਾਰਨ ਹੈ ਕਿ ਮੈਂ ਇੰਸਟੀਟਿਊਟ 'ਚ ਵੀ ਗ੍ਰਾਮਰ ਤੇ ਬਹੁਤਾ ਜ਼ੋਰ ਨਹੀਂ ਦਿੰਦਾ, ਠੀਕ ਹੈ। ਤੇ ਮੈਂ ਹਰ ਬੱਚੇ ਨੂੰ ਹੀ ਕਹਿਣਾ ਹੁੰਦਾ ਕਿ ਗ੍ਰਾਮਰ ਦੀ ਜ਼ਿਆਦਾ ਚਿੰਤਾ ਨਾ ਕਰਿਆ ਕਰੋ, ਠੀਕ ਹੈ ਜੀ। ਗ੍ਰਾਮਰ ਹਲਕੀ ਫੁਲਕੀ ਮਿਹਨਤ ਕਰੋ, ਬਸ ਇੰਨੀ ਕੁ ਕਰੋ ਵੀ ਤੁਹਾਡੀਆਂ ਜਿਹੜੀਆਂ ਗਲਤੀਆਂ ਟੀਚਰਸ ਪੁਆਇੰਟ ਆਊਟ ਕਰ ਰਹੇ ਆ ਉਹਨਾਂ ਤੇ ਕੰਮ ਕਰੋ, ਬਸ ਇੰਨੀ ਗੱਲ। ਅੱਛਾ, ਤਾਂ ਲੇਕਿਨ ਮੈਂ ਤੁਹਾਨੂੰ ਡਿਸਅਪੁਆਇੰਟ ਨਹੀਂ ਕਰਨ ਵਾਲਾ, ਮੈਂ ਤੁਹਾਨੂੰ ਇੱਕ ਕੀਮਤੀ ਚੀਜ਼ ਦੇ ਕੇ ਜਾਣਾ। ਜੇਕਰ ਚਲੋ ਤੁਸੀਂ ਫਿਰ ਵੀ ਢੀਠ ਹੋ, ਤੁਹਾਨੂੰ ਲੱਗਦਾ ਵੀ ਨਹੀਂ ਮੈਂ ਤਾਂ ਕਰਨੀ ਕਰਨੀ ਹੈ, ਤਾਂ ਕਰ ਲਓ। ਆ ਟੇਬਲ ਜਿਹੜਾ ਮੈਂ ਤੁਹਾਨੂੰ ਦੇ ਰਿਹਾ ਇਹਦੇ ਅੰਦਰ ਗ੍ਰਾਮਰ ਦੇ ਟੌਪਿਕਸ ਲਿਖੇ ਹੋਏ ਆ, ਕਿਹੜੇ ਟੌਪਿਕਸ 'ਚ ਤੁਸੀਂ ਮਾਹਰ ਹੋਣੇ ਚਾਹੀਦੇ ਹੋ ਜੇ ਤੁਹਾਨੂੰ ਇੰਨੇ ਬੈਂਡ ਚਾਹੀਦੇ ਆ। 5 ਲਈ ਕਿਹੜੇ ਟੌਪਿਕ, 6 ਲਈ ਕਿਹੜੇ ਟੌਪਿਕ, 7 ਲਈ ਕਿਹੜੇ ਟੌਪਿਕ, 8 ਲਈ ਕਿਹੜੇ ਟੌਪਿਕ। ਫੋਰ ਐਗਜ਼ਾਮਪਲ ਜਿਹੜੇ ਬੱਚੇ 8 ਜਾਂ ਇਸ ਤੋਂ ਜ਼ਿਆਦਾ ਸਕੋਰ ਕਰਦੇ ਹੋ, ਕਲੈਫਟ ਤੇ ਇਨਵਰਜਨ 'ਚ ਮਾਹਰ ਹੁੰਦੇ ਆ, ਮਿਕਸਡ ਕੰਡੀਸ਼ਨਲਸ ਵੀ ਵਰਤ ਪਾਉਂਦੇ ਆ, ਪਾਰਟੀਸਿਪਲ ਕਲੌਜ਼ ਵੀ, ਕੰਪਲੈਕਸ ਵਰਬ ਪੈਟਰਨ ਜਾਂ ਨੋਮੀਨਲਾਈਜੇਸ਼ਨ ਵੀ। ਇਹ ਲਿਸਟ ਮੈਂ ਤੁਹਾਨੂੰ ਦੇਤੀ ਹੈ, ਇਸ ਤੇ ਕੰਮ ਕਰਨ ਵਿੱਚ ਤੁਹਾਨੂੰ ਗੂਗਲ ਹੀ ਮਦਦ ਕਰੂਗਾ, ਜਾਂ ਜੇਕਰ ਤੁਹਾਡੇ ਕੋਈ ਗ੍ਰਾਮਰ ਟੀਚਰ ਨੇ ਉਹ ਮਦਦ ਕਰਨਗੇ, ਠੀਕ ਹੈ ਜੀ। ਆਈ ਹੋਪ ਇਹ ਗੱਲ ਕਲੀਅਰ ਹੋਊਗੀ। ਹੁਣ ਆਪਾਂ ਇੱਕ ਵਾਰੀ ਵਾਪਸ ਚੱਲੀਏ। ਬੈਂਡ ਡਿਸਕ੍ਰਿਪਟਰਸ ਨੂੰ ਅਸੀਂ ਕਰਤਾ ਡੀਕ੍ਰਿਪਟ, ਠੀਕ ਹੈ, ਅਨਫੋਲਡ ਕਰਤਾ, ਅਨਪੈਕ ਕਰਤਾ। ਸਾਰੀਆਂ ਗੱਲਾਂ ਨੂੰ ਹੁਣ ਤੁਹਾਨੂੰ ਸਮੇਟਣਾ ਪੈਣਾ। ਕਿੱਦਾਂ ਸਮੇਟੋਗੇ ਉਹਦੀ ਗੱਲ ਮੈਂ ਹੁਣ ਤੁਹਾਨੂੰ ਦੱਸਣ ਵਾਲਾ। ਲੇਕਿਨ ਉਸ ਤੋਂ ਪਹਿਲਾਂ ਜਿਵੇਂ ਕਿ ਮੈਂ ਕਿਹਾ ਸੀ, ਮੈਂ ਤੁਹਾਨੂੰ ਕੁਝ ਆਫਰਸ ਡਿਸਕਾਊਂਟਸ ਦੇਵਾਂਗਾ। ਪਹਿਲਾ, ਮੇਰਾ ਐਡਵਾਂਸ ਆਇਲਟਸ ਐਸੇ ਰਾਈਟਿੰਗ ਕੋਰਸ ਹੈ, ਜੋ ਇੱਕ ਆਨਲਾਈਨ ਕੋਰਸ ਹੈ। ਇਹਦੇ ਅੰਦਰ ਲਗਭਗ 9-10 ਘੰਟੇ ਦੀਆਂ, ਨਹੀਂ ਸੌਰੀ 9-10 ਨਹੀਂ 25-30 ਘੰਟੇ ਦੀਆਂ ਵੀਡੀਓਜ਼ ਨੇ। ਲਾਈਫ ਟਾਈਮ ਇਹਦੀ ਵੈਲਿਡਿਟੀ ਹੁੰਦੀ ਹੈ, ਤੁਸੀਂ ਜਿੰਨੇ ਮਰਜ਼ੀ ਟਾਈਮ 'ਚ ਦੇਖ ਸਕਦੇ ਹੋ। ਐਂਡ ਇਹਦੇ ਅੰਦਰ ਮੇਰੀਆਂ ਓਬਵੀਅਸਲੀ ਐਸੇ ਰਾਈਟਿੰਗ 'ਚ ਮੈਂ ਤੁਹਾਨੂੰ ਹੈਲਪ ਕਰਦਾ। ਇਹਦੇ ਅੰਦਰ ਐਸੇ ਕਰੈਕਸ਼ਨਸ ਨਹੀਂ ਹੁੰਦੀਆਂ। ਜੇ ਤੁਸੀਂ ਕਰੈਕਸ਼ਨਸ ਚਾਹੁੰਦੇ ਹੋ ਵੀ ਤੁਹਾਨੂੰ ਐਸੇ ਚੈੱਕ ਹੋ ਕੇ ਮਿਲਣ, ਜਾਂ ਮੇਰਾ ਆਫਲਾਈਨ ਕੋਰਸ ਜੁਆਇਨ ਕਰ ਲਓ ਜਾਂ ਆਨਲਾਈਨ ਕੋਰਸ। ਦੂਸਰੀ ਚੀਜ਼, ਇਹ ਮੇਰੀ ਬੁੱਕ ਹੈ ਜਿਹਦਾ ਪ੍ਰਾਈਸ 499 ਹੈ। ਅੱਜ ਲਈ ਸਿਰਫ ਅੱਜ ਸ਼ਾਮ 12 ਵਜੇ ਤੱਕ ਤੁਸੀਂ ਇਹਨੂੰ 99 ਰੁਪੀਜ਼ 'ਚ ਖਰੀਦ ਸਕਦੇ ਹੋ ਓਨਲੀ। ਮੈਨੂੰ ਮੈਸੇਜ ਕਰਨਾ ਪਊਗਾ WhatsApp ਤੇ ਕਿ ਆ ਜਿਹੜਾ ਰੀਡਿੰਗ ਦਾ ਕੋਰਸ ਹੈ ਜਿਹਦਾ ਕੱਲ ਤੋਂ ਆਪਾਂ ਚਲਾ ਰਹੇ ਹਾਂ ਡਿਸਕਾਊਂਟ, ਜੋ 4500 ਦਾ 900 1000 ਰੁਪਏ ਦਾ ਹੋ ਗਿਆ, ਇਹਦਾ ਕੂਪਨ ਕੋਡ ਜੇ ਤੁਹਾਨੂੰ ਚਾਹੀਦਾ ਤਾਂ ਅੱਜ ਰਾਤ 12 ਵਜੇ ਤੱਕ ਇਹ ਡਿਸਕਾਊਂਟ ਚੱਲ ਰਿਹਾ, ਉਸ ਤੋਂ ਬਾਅਦ ਐਕਸਪਾਇਰ ਹੋ ਜਾਣਾ। ਉਸ ਤੋਂ ਪਹਿਲਾਂ ਤੁਸੀਂ ਲੈ ਸਕਦੇ ਹੋ ਇਫ ਯੂ ਵਾਂਟ। ਅੱਛਾ, ਜੇ ਤੁਸੀਂ ਮੇਰੇ ਆਫਲਾਈਨ ਸਟੂਡੈਂਟ ਬਣਨ ਦਾ ਪਲਾਨ ਬਣਾ ਰਹੇ ਹੋ ਇਨ ਫਿਊਚਰ, ਮੈਂ ਤੁਹਾਨੂੰ ਕਹੂੰਗਾ ਕੁਝ ਵੀ ਨਾ ਖਰੀਦੋ ਇਹਦੇ ਚੋਂ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਆਫਲਾਈਨ ਦੇ ਅੰਦਰ ਫ੍ਰੀ 'ਚ। ਦੂਸਰੀ ਚੀਜ਼ ਮੈਂ ਤੁਹਾਨੂੰ ਆਲਰੇਡੀ ਕੱਲ ਵੀ ਦੱਸ ਚੁੱਕਿਆ, ਪਹਿਲਾਂ ਵੀ ਦੱਸ ਚੁੱਕਿਆ, ਫਾਰਮਿੰਗ ਆਰਮੀ ਬੈਕਗਰਾਉਂਡ ਨੂੰ ਇਹ ਡਿਸਕਾਊਂਟਸ ਨੇ। ਇਹ ਪੇਜ ਮੈਂ ਇੱਥੇ ਹੀ ਛੱਡ ਦੇਣਾ, ਇਹਨੂੰ ਬਾਹਰ ਦੇਖ ਲਿਓ। ਲਾਸਟ ਚੀਜ਼, 29 ਨਵੰਬਰ ਤੋਂ ਸਾਡਾ ਬੈਚ ਸਟਾਰਟ ਹੋ ਰਿਹਾ ਜਨਰਲ ਆਇਲਸ ਲਈ 8777 ਲਈ। ਉਹਦੇ 'ਚ 2-3 ਸੀਟਸ ਪਈਆਂ, ਜੁਆਇਨ ਕਰ ਸਕਦੇ ਹੋ। ਇਸੇ ਦਿਨ ਬਰਾਬਰ ਐਕੈਡੈਮਿਕ ਆਨਲਾਈਨ ਬੈਚ ਵੀ ਸਟਾਰਟ ਹੋ ਰਿਹਾ। ਜੇ ਤੁਹਾਨੂੰ ਉਹਦੀ ਜਾਣਕਾਰੀ ਚਾਹੀਦੀ ਹੈ ਤਾਂ ਮੈਨੂੰ WhatsApp ਤੇ ਮੈਸੇਜ ਕਰੋ, ਤੁਹਾਨੂੰ ਮਿਲ ਜੂਗੀ, ਠੀਕ ਹੈ ਜੀ। ਅੱਛਾ, ਹੁਣ ਵਾਪਸ ਆ ਜਾਈਏ। ਵਾਟ ਨੈਕਸਟ? ਬਹੁਤ ਹੀ ਸਿੰਪਲ ਐਡਵਾਈਸ ਦੇਵਾਂਗਾ। ਪਹਿਲੀ ਗੱਲ ਤਾਂ ਤੁਹਾਨੂੰ ਇਸ ਲੈਸਨ ਨੂੰ ਦੁਬਾਰਾ ਰਿਵਾਈਜ਼ ਕਰਨਾ, ਬਾਰ-ਬਾਰ ਇਹਨੂੰ ਦੇਖਣਾ। 2-3 ਦਿਨ ਆਪਣੇ ਤੇ ਕੋਈ ਪ੍ਰੈਸ਼ਰ ਨਹੀਂ ਪਾਉਣਾ ਕਿਸੇ ਵੀ ਚੀਜ਼ ਨੂੰ ਇੰਪਲੀਮੈਂਟ ਕਰਨ ਦਾ। 2-3 ਦਿਨ ਇਹਨੂੰ ਮੁੜ ਆ ਕੇ ਦੇਖੋ। ਜਦੋਂ ਤੁਹਾਡੇ ਦਿਮਾਗ 'ਚ ਚੀਜ਼ ਬੈਠ ਗਈ, ਨਕਸ਼ਾ ਬਣ ਗਿਆ, ਕਿਉਂਕਿ ਅਸੀਂ ਬਹੁਤ ਜ਼ਿਆਦਾ ਕੁਝ ਕਵਰ ਕੀਤਾ। ਜਦੋਂ ਨਕਸ਼ਾ ਬਣ ਗਿਆ ਵੀ ਆਹ ਚੀਜ਼ਾਂ ਕਰਨੀਆਂ, ਉਦੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਆਪਣੀ ਜੋ ਰਾਈਟਿੰਗ ਆ ਉਹਨੂੰ ਚੱਕੋ, ਜੋ ਤੁਸੀਂ ਰੀਸੈਂਟਲੀ ਐਸੇ ਲਿਖਿਆ ਉਹਨਾਂ ਨੂੰ ਚੱਕੋ ਤੇ ਉਹਨੂੰ ਕੰਪੇਅਰ ਕਰਕੇ ਦੇਖੋ ਕਿ ਤੁਸੀਂ ਜਿੰਨੀਆਂ ਸ਼ਰਤਾਂ ਮੈਂ ਦੱਸੀਆਂ ਕਿਹੜੀਆਂ ਨਿਭਾ ਰਹੇ ਹੋ, ਕਿਹੜੀਆਂ ਨਹੀਂ ਨਿਭਾ ਰਹੇ। ਉਸ ਜਿਹੜੀਆਂ ਸ਼ਰਤਾਂ ਤੁਸੀਂ ਨਹੀਂ ਨਿਭਾ ਰਹੇ ਉਹਨਾਂ ਨੂੰ ਛਾਂਟ ਕੇ ਪਾਸੇ ਕੱਢ ਲਓ ਤੇ ਇੱਕ ਪਲਾਨ ਬਣਾਓ ਅਗਲੇ 20-25 ਦਿਨਾਂ ਲਈ, ਕਿ ਅਗਲੇ 20-25 ਦਿਨ ਮੈਂ 3 ਦਿਨ ਐਗਜ਼ਾਮਪਲ ਤੇ ਕੰਮ ਕਰੂੰਗਾ, ਮੈਂ 2 ਦਿਨ ਇਹ ਤੇ ਕੰਮ ਕਰੂੰਗਾ। ਇੱਕ ਪਲਾਨ ਤਿਆਰ ਕਰੋ 20-25 ਦਿਨਾਂ ਦਾ, ਜਿਹਦੇ 'ਚ ਤੁਸੀਂ ਉਹਨਾਂ ਚੀਜ਼ਾਂ ਨੂੰ ਸ਼ਾਮਿਲ ਕਰੋਗੇ। ਇਹ ਕੰਮ ਹੈ। ਤਾਂ ਇਨਫੋਰਮੇਸ਼ਨ ਓਵਰਲੋਡ ਬਹੁਤ ਹੋਇਆ, ਠੀਕ ਹੈ। ਕਈ ਬੱਚੇ ਸ਼ਾਇਦ ਇਸੇ ਕਰਕੇ ਭੱਜ ਵੀ ਗਏ ਹੋਣਗੇ। ਤਾਂ ਇਨਫੋਰਮੇਸ਼ਨ ਓਵਰਲੋਡ ਤਾਂ ਹੋਇਆ ਕਿਉਂਕਿ ਆਪਣਾ ਕੰਮ ਹੀ ਇੰਨਾ ਵੱਡਾ ਸੀਗਾ, ਆਪਾਂ ਟੀਚਾ ਹੀ ਇੰਨਾ ਵੱਡਾ ਲੈ ਕੇ ਚੱਲੇ ਸੀਗੇ ਕਿ 4 ਹਫ਼ਤੇ 'ਚ ਜੋ ਚੀਜ਼ਾਂ ਮੈਂ ਕਰਾਉਣਾ ਉਹਨਾਂ ਨੂੰ ਕੰਪਰੈਸ ਕਰਕੇ ਆਪਾਂ ਰੱਖੀਏ ਥੋੜੀ ਜੀ ਜਗ੍ਹਾ 'ਚ, ਤੇ ਇਹ ਚੀਜ਼ ਹੋਣੀ ਸੀਗੀ। ਬਟ ਮੈਨੂੰ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਅਸੀਂ ਬਹੁਤ ਤਰੀਕੇ ਨਾਲ ਇਹ ਜਿਹੜਾ ਲੈਸਨ ਹੈ ਆਪਣਾ ਇਹਨੂੰ ਕਵਰ ਕਰ ਲਿਆ। ਤੇ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੂੰਗਾ, ਤੁਸੀਂ ਅੱਜ ਦੇ ਸੈਸ਼ਨ 'ਚ ਆਏ। ਅੱਜ ਇਸ ਤੋਂ ਬਾਅਦ ਆਪਾਂ ਡਾਊਟ ਕਲੀਅਰੈਂਸ ਕਰਾਂਗੇ। ਤਾਂ ਪਹਿਲੀ